ਸਕੈਜੂਲ ਬਣਾਏ ਹੁੰਦੇ ਬਈ ਫਿਰ ਐ ਪੂਰੇ ਵੀ ਕਿੱਥੇ ਬਈ ਹੁਣ ਅੱਜ ਕਿਹਨੂੰ ਮਿਲਣਾ ਹੈ, ਅੱਜ ਕਿਹਨੂੰ ਆਣਾ ਪੂਰਾ ਸਾਰਾ ਕੁਝ ਬਣਾਇਆ ਹੁੰਦਾ ਕਿਉਂਕਿ ਫਿਰ ਕੰਮ ਚੱਲਦਾ ਨਹੀਂ ਨਾ ਬਈ ਹੁਣ ਤਾਂ ਹੀ ਤੁਹਾਨੂੰ ਕਹਿ ਰਹੇ ਮੁੰਡੇ ਆਏ ਨੇ ਹੁਣ ਮੇਰੇ ਕੋਲ ਵੀ ਟਾਈਮ ਚਾਹੀਦਾ। ਮੈਂ ਕਿਹਾ ਯਾਰ ਵੀ ਮੈਂ ਥੋੜਾ ਬਿਜ਼ੀ ਹਾਂ ਠੀਕ ਹੈ, ਬੰਦੇ ਆਏ ਬੈਠੇ ਆ 10 ਬੰਦੇ ਯਾਰ ਮੈਨੂੰ ਟਾਈਮ ਦਿੱਤਾ 3 ਵਜੇ ਦਾ ਠੀਕ ਹੈ ਸਹੀ ਹੁੰਦਾ ਫਿਰ ਉਹ ਗੱਲ ਜੀ ਨਹੀਂ ਬਣਦੀ ਯਾਰ। ਹਾਂ ਇਹ ਤਾਂ ਹੈ ਹਨਾ ਤੁਹਾਡਾ ਮਤਲਬ ਇਹ ਹੁੰਦਾ ਵੀ ਰਿਪੋਰਟਿੰਗ ਜਗ੍ਹਾ ਤੁਹਾਡੀ ਆਹੀ ਹੈ ਵੀ ਇੱਥੇ ਦਫ਼ਤਰ ਚ ਆ ਕੇ ਵੀ ਕੀ ਕਰਨਾ ਨਹੀਂ ਇੱਥੇ ਮਤਲਬ ਕਿ ਆਫਿਸ ਦੇ ਵਿੱਚ ਪ੍ਰੋਗਰਾਮ ਬਣਦੇ ਨੇ। ਹੁਣ ਮੈਂ ਤਾਂ ਉਹ ਚੀਜ਼ ਮੈਂ ਤਾਂ ਉਹ ਹਾਂ ਵੀ ਜਿਹੜਾ ਕੀ ਕਹਿੰਦੇ ਇਹਨੂੰ ਜਿਵੇਂ LCD ਨਹੀਂ ਹੁੰਦੀ ਹਾਂ ਦਿਖਾਉਣ ਵਾਲਾ ਵੀ ਮੈਨੂੰ ਤਾਂ ਨਾ ਵੀ ਰਿਮੋਟ ਉਹਨਾਂ ਕੋਲੇ ਆ ਮੈਂ ਤਾਂ ਆਪਦਾ ਜਿਹੜਾ ਮਰਜ਼ੀ ਚੈਨਲ ਬਦਲ ਲੈਣਾ ਇੱਧਰ ਨਹੀਂ ਜਾਣਾ ਹਾਂ ਇੱਧਰ ਨੂੰ ਬਈ ਸਹੀ ਇਹਦੇ ਮਗਰ ਲਾ ਲਓ ਚੱਲ ਕੀ ਕਰ ਲਾ ਚੱਲ ਲਾ ਲੱਗੇ ਲਾ ਲਾ ਹੈ ਵੀ ਆਪਾਂ ਜਿਹਦੇ ਮਰਜ਼ੀ ਲਾ ਲੈਣਾ ਠੀਕ ਹੈ ਨਹੀਂ ਆਪਾਂ ਤਾਂ ਕੌਣ ਉਹ ਤੁਰੇ ਫਿਰਦੇ ਆ ਨਹੀਂ ਇਹ ਕੀ ਬਹੁਤ ਵਧੀਆ ਹੈ ਵੈਸੇ ਲੋਕਾਂ ਦਾ ਪਿਆਰ ਮਿਲ ਰਿਹਾ ਬਹੁਤ ਜ਼ਿਆਦਾ ਇਸ ਚੀਜ਼ ਦਾ ਪਤਾ ਲੱਗ ਰਿਹਾ ਹੁਣ ਬੈਠੋ ਹਾਂ ਵੀ ਇਸ ਚੀਜ਼ ਦਾ ਪਤਾ ਲੱਗ ਰਿਹਾ ਹੁਣ ਕਿ ਲੋਕਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ। ਪਿਛਲੀ ਵਾਰ ਬਹੁਤ ਥੋੜਾ ਔਖਾ ਇਲੈਕਸ਼ਨ ਪਰ ਇਸ ਵਾਰ ਬਹੁਤ ਸੈੱਟ ਆ ਕੰਮ। ਹਾਂ ਕਿਰਪਾ ਮਹਾਰਾਜ ਜੀ ਦੀ ਬਿਲਕੁਲ। ਪਰ ਇਹ ਗੱਲ ਤਾਂ ਹੈਗੀ ਵੀ ਕਬੱਡੀ ਨਾਲੋਂ ਔਖਾ ਕੰਮ ਹੈ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ। ਕਬੱਡੀ ਤਾਂ ਮੈਂ ਕਹਿੰਦਾ ਜੇ ਇਹ ਚੀਜ਼ ਦੇਖੀ ਜਾਵੇ ਤਾਂ ਕਬੱਡੀ ਤਾਂ ਔਖਾ ਹੀ ਕੁਝ ਨਹੀਂ। ਕਬੱਡੀ ਤਾਂ ਯਾਰ ਖਾਣਾ ਕਿਧਰ ਇੱਧਰ ਬਈ ਹਾਂ ਇੱਧਰ ਬਈ ਕਬੱਡੀ ਤਾਂ ਖਾਣਾ ਪੀਣਾ ਤੇ ਸੋਣਾ ਤੇ ਪ੍ਰੈਕਟਿਸ ਕਰਨੀ ਪ੍ਰੈਕਟਿਸ ਕਰ 2 ਖੇਡਣਾ ਗੱਲ ਉਹਨੂੰ ਖੇਡਣਾ ਉਹੀ ਗੱਲ ਆ ਵੀ ਅਗਲਾ ਕਹਿੰਦਾ ਉਹੀ ਗੱਲ ਆ ਪਹਿਲਾਂ ਮਾਤਾ ਨੂੰ ਜਦੋਂ ਨਾ ਮੇਰਾ ਵਿਆਹ ਨਹੀਂ ਹੋਇਆ ਨਾ ਉਦੋਂ ਮਾਤਾ ਨੂੰ ਪੁੱਛਿਆ ਕਰਨ ਵੀ ਕੀ ਹੁੰਦਾ ਮਾਤਾ ਵਿਚਾਰੇ ਹੁਣ ਅਨਪੜ੍ਹ ਨੇ ਵਿਚਾਰੇ ਹਨਾ ਉਹੀ ਗੱਲ ਵੀ ਖੇਡਦਾ ਅਗਲਾ ਕਹਿੰਦੇ ਯਾਰ ਕਹਿੰਦੇ ਵੀ ਹਲੇ ਖੇਡਦੀ ਆ ਵੀ ਏਡਾ ਵੱਡਾ ਹੋ ਗਿਆ ਅੱਛਾ ਜਿਹੜਾ ਖੇਡਦਾ ਹੀ ਆ ਸ਼ੁਰੂਆਤੀ ਟਾਈਮ ਚ ਲੱਗਦਾ ਵੀ ਖੇਡਦਾ ਹੀ ਆ ਤੇ ਕਹਿੰਦੇ ਮਾਤਾ ਕਈ ਵਾਰੀ ਵੀ ਨਾ ਭਾਈ ਕਬੱਡੀ ਖੇਡਦਾ ਠੀਕ ਤੇ ਕਹਿੰਦੇ ਹੁਣ ਮਾਪਿਆਂ ਨੂੰ ਹੁਣ ਵਿਚਾਰਨਾ ਉਹਨਾਂ ਦਾ ਕਹਿ ਨਹੀਂ ਕਹਿਣਾ ਹੁੰਦਾ ਵੀ ਹਾਂ ਭਾਈ ਖੇਡਦਾ ਸਾਡਾ ਜਵਾਕ ਤਾਂ ਜਿਹਦਾ ਗੱਲ ਕਹੇ ਕਬੱਡੀ ਖੇਡਦਾ ਇਹਦਾ ਹੋਰ ਗੱਲ ਹੈ ਇਹ ਕਮਾਲ ਦੀ ਗੱਲ ਹੈ ਯਾਰ ਵਿਆਹ ਅਸੀਂ ਵਿਆਹ ਵਾਸਤੇ ਆਏ ਅਗਲਾ ਕਹਿੰਦਾ ਖੇਡਣਾ ਖੇਡਦਾ ਜਵਾਕ ਕਹਿੰਦੇ ਅਸੀਂ ਤਾਂ ਸੋਚਿਆ ਵੀ ਕੋਈ ਨਾ ਕੋਈ ਕੰਮ ਕਰਦਾ ਹੋਊ ਇਹ ਨਹੀਂ ਪਤਾ ਵੀ ਕਬੱਡੀ ਕੋਈ ਇਹਨਾਂ ਦਾ ਕੰਮ ਹੈ ਇੱਧਰ ਵੀ ਇੱਧਰ ਪਰ ਇਸ ਕੰਮ ਨੇ ਬਈ ਹਨਾ ਬਹੁਤ ਚੀਜ਼ਾਂ ਨੂੰ ਤੁਹਾਨੂੰ ਮਤਲਬ ਦਿੱਤਾ ਹੈ ਇਸ ਕੰਮ ਨੇ ਕਬੱਡੀ ਨੇ ਕਬੱਡੀ ਦੇ ਬਈ ਜੇ ਮੇਰੀ ਗੱਲ ਤੁਸੀਂ ਪਹਿਲਾ ਨੰਬਰ ਤਾਂ ਤੁਸੀਂ ਗੱਲ ਕਰ ਲਓ ਦੇਖੋ ਜੇ ਮੈਂ ਕਬੱਡੀ ਨਾ ਖੇਡਦਾ ਹੁੰਦਾ ਤੁਸੀਂ ਕਿੱਥੋਂ ਮੈਨੂੰ ਮਿਲਣਾ ਸੀ ਠੀਕ ਹੈ ਜੇ ਕਬੱਡੀ ਨਾ ਹੁੰਦੀ ਤੇ ਤੁਸੀਂ ਕਿੱਥੋਂ 365 ਬਣਾਉਣਾ ਸੀ ਹੈ ਬਿਲਕੁਲ ਇਹ ਚੀਜ਼ ਦਾ ਬਹੁਤ ਫਰਕ ਹੈ ਬਈ ਯਾਰ ਬਿਲਕੁਲ ਕਬੱਡੀ ਦਾ ਦੇਣ ਕਿੱਥੇ ਦੇ ਹੀ ਨਹੀਂ ਸਕਦੇ ਯਾਰ ਕਬੱਡੀ ਦਾ ਪਰਮਾਤਮਾ ਮਿਹਰ ਕਰੇ ਯਾਰ ਹਨਾ ਬਿਲਕੁਲ ਕੁਝ ਕਰਨ ਜੋਗੇ ਹੋਈਏ ਹਨਾ ਲੋਕਾਂ ਨੂੰ ਕਰਕੇ ਦਿਖਾਵਾਂਗੇ ਵੀ ਬਾਕੀ ਯਾਰ ਬਈ ਇਹ ਜਿਹੜਾ ਮਤਲਬ ਰਾਜਨੀਤੀ ਚ ਆਉਣ ਵਾਲਾ ਫੈਸਲਾ ਜਿਹਾ ਹੈਗਾ ਇਹਦੇ ਚ ਵੀ ਇਹ ਚੀਜ਼ ਹੈਗੀ ਹੈ ਨਾ ਵੀ ਕਬੱਡੀ ਵਾਸਤੇ ਕੁਝ ਕਰਨਾ ਵੀ ਹੈ ਇਹਦੇ ਚ ਦੇਖੋ ਆਪਣੀ ਸੋਚ ਹੀ ਇਹ ਲੈ ਕੇ ਚੱਲਣਾ ਦੇਖੋ ਜਿਵੇਂ ਮੈਨੂੰ ਇਹ ਤਾਂ ਕੋਈ ਵੀ ਬੰਦਾ ਵੈਸੇ ਮੈਂ ਕਹਿੰਦਾ ਉਹਦੀ ਜ਼ਮੀਰ ਹੀ ਮਰੀ ਹੋਊਗੀ ਜਿਹੜਾ ਬੰਦਾ ਇੱਕ ਸੋਚੂਗਾ ਨਹੀਂ ਜਿਹੜੀ ਚੀਜ਼ ਤੋਂ ਯਾਰ ਸਾਨੂੰ ਇੰਨਾ ਕੁਝ ਮਿਲ ਗਿਆ ਯਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਮਿਲਣਾ ਜਾਂ ਕਿਸੇ ਵੀ ਪਾਰਟੀ ਦੀ ਟਿਕਟ ਲਾ ਲਓ ਬਹੁਤ ਵੱਡੀ ਗੱਲ ਹੈ ਤੇ ਨਾ ਕੋਈ ਆਪਾਂ ਪੰਚੀ ਲੜੀ ਨਾ ਸਰਪੰਚੀ ਲੜੀ ਸਿੱਧੀ MLA ਦੀ ਹੈ ਵੀ ਹੋਰ ਇਦੋਂ ਵੱਧ ਕਬੱਡੀ ਦਾ ਆਪਾਂ ਕਿੱਥੋਂ ਦੇਣ ਦੇ ਸਕਦੇ ਆ ਯਾਰ ਹਨਾ ਹੋ ਸਕੇ ਤਾਂ ਪ੍ਰਮਾਤਮਾ ਚਲੋ ਮਿਹਰ ਕਰੇ ਦੇਖੋ ਹੰਕਾਰ ਨਹੀਂ ਇਸ ਚੀਜ਼ ਦਾ ਕਰਦੇ ਕਰਾਂਗੇ ਜ਼ਰੂਰ ਕੱਲੀ ਕਬੱਡੀ ਦਾ ਨਹੀਂ ਸਪੋਰਟਸ ਨੂੰ ਤਾਂ ਸੁਧਾਰਾਂਗੇ ਇਹ ਆਪਾਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਮੇਰੇ ਇਹੀ ਇਸੇ ਤੱਕ ਹੈ ਉਹ ਬਿਆਨਬੰਦੀ ਬਣਾਈ ਬੈਠੇ ਸੀ ਸਾਰੀ ਪਹਿਲਾਂ ਵੀ ਭਾਈ ਇਹ ਚੀਜ਼ਾਂ ਦਾ ਜਿਹੜੀ ਚੀਜ਼ ਆ ਜਿਹਨੂੰ ਮਿਲਣੀ ਚਾਹੀਦੀ ਹੈ ਨਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਨਾ ਕਿ ਇਹ ਨਹੀਂ ਜਿਵੇਂ ਹੁਣ ਆਪਾਂ ਕਹਿੰਦੇ ਫਿਜ਼ੀਕਲ ਕੋਚ ਲੱਗੇ ਯਾਰ ਹਨਾ ਉਹ ਬੰਦਾ ਕੋਚ ਉਹ ਲੱਗਣਾ ਚਾਹੀਦਾ ਜਿਹੜਾ ਪਲੇਅਰ ਹੋਵੇ ਨਾ ਕਿ ਕੱਲਾ ਪੇਪਰਾਂ ਵਾਲਾ ਹੁਣ ਜਿਹੜੇ ਪਲੇਅਰ ਆ ਸਾਡੇ ਬੇਰੁਜ਼ਗਾਰ ਕਿਉਂ ਫਿਰਦੇ ਆ ਹੁਣ ਪਲੇਅਰ ਖੇਡੂਗਾ ਜਾਂ ਪੜੂਗਾ ਹੁਣ ਜੇ ਉੱਥੇ ਸ਼ਰਤ ਇਹ ਰੱਖੀ ਜਾਵੇ ਵੀ ਫਿਜ਼ੀਕਲ ਕਾਰੀ ਹੋ ਸਕਦਾ ਜਿਹੜਾ ਗੇਮ ਦੇ ਵਿੱਚ ਨੈਸ਼ਨਲ ਚ ਉਹ ਹੈ 골ਡ ਹੈ ਸਟੇਟ ਚ 골ਡ ਹੈ ਜਾਂ ਸਿਲਵਰ ਹੈ ਪਲੇਅਰ ਹੋਵੇ ਮਤਲਬ ਕਿ ਹੁਣ ਕਈਆਂ ਦੇ ਤਾਂ ਬੁਰਾ ਹਾਲ ਹੈ ਸਾਡੇ ਸਾਰੀ ਗੇਮਾਂ ਦਾ ਹੀ ਅਗਲਾ ਦੇ ਰਿਸ਼ਤੇਦਾਰਾਂ ਦੇ ਬਣਾਈ ਜਾਂਦੇ ਨੇ ਸਰਟੀਫਿਕੇਟ ਬਣਾਈ ਚੱਲੋ ਪਲੇਅਰ ਵਿਚਾਰੇ ਰਹਿ ਜਾਂਦੇ ਨੇ ਜਿਹੜੇ ਅਸਲੀ ਖੇਡਣ ਵਾਲੇ ਰਹਿ ਜਾਂਦੇ ਆ ਜਿਹੜੇ ਦੂਜੇ ਨੇ ਕਿਤਾਬੀ ਉਹ ਹੋ ਜਾਂਦੇ ਆ ਆਪਾਂ ਕਹਿੰਦੇ ਦੇਖ ਜਿਹੜੇ ਕਿਤਾਬੀ ਨੇ ਉਹਨਾਂ ਨੂੰ ਉਸ ਹਿਸਾਬ ਦੀ ਜੌਬ ਮਿਲਣੀ ਚਾਹੀਦੀ ਹੈ ਨਾ ਕਿ ਸਪੋਰਟਸ ਵਾਲੀ ਸਪੋਰਟਸ ਬੰਦਾ ਉਹੀ ਕਰਾ ਸਕਦਾ ਜਿਹਨੇ ਬੰਦੇ ਨੇ ਪ੍ਰੈਕਟੀਕਲ ਕੀਤਾ ਜਿਹੜਾ ਪਲੇਅਰ ਹੈ ਜਾਂ ਫਿਰ ਖੇਡਣਾ ਤਾਂ ਖਿਡਾਰੀ ਕੋਈ ਖੜਾ ਹੋਊਗਾ ਵਧੀਆ ਉਹ ਉਹੀ ਤਾਂ ਗੱਲ ਹੈ ਨਾ ਇਕੱਲੇ ਥਿਉਰੀ ਵਾਲਾ ਕਿੰਨਾ ਕਰੂਗਾ ਹੈ ਬਈ
ਮਤਲਬ ਇਹ ਚੀਜ਼ਾਂ ਤਾਂ ਜ਼ਰੂਰੀ ਨੇ ਸਾਡੇ ਲਈ, ਜੇ ਅਸੀਂ ਕਾਮਯਾਬ ਕਰਨਾ ਕਿਸੇ ਗੇਮ ਨੂੰ ਤਾਂ ਇਹ ਚੀਜ਼ਾਂ ਤਾਂ ਬਹੁਤ ਜ਼ਰੂਰੀ ਹੈ ਸਾਨੂੰ। ਬਿਲਕੁਲ ਸਹੀ ਗੱਲ ਹੈ। ਜਿਹੜਾ ਬਈ ਉਹ ਤੁਸੀਂ ਵਰਲਡ ਕੱਪ ਖੇਡੇ, ਉਹਦਾ ਵੀ ਵੱਡਾ ਯੋਗਦਾਨ ਆ ਤੁਹਾਡੀ ਜ਼ਿੰਦਗੀ 'ਚ, ਮੰਨ ਲਓ। ਮੈਂ ਮਤਲਬ ਦੇਖੋ ਕਬੱਡੀ ਤਾਂ ਵੈਸੇ ਤਾਂ ਮੈਂ ਛੱਡ ਹੀ ਗਿਆ ਜੀ ਹਨਾ, ਕਬੱਡੀ ਉਦੋਂ ਜਿਵੇਂ ਛੱਡ ਗਿਆ ਜੀ ਮੈਂ ਉਸ ਟਾਈਮ। ਬਿੱਟੂ ਚਲਿਆ ਗਿਆ ਵਿਚਾਰਾ ਹਨਾ, ਮਿੱਤਰ ਆਪਣਾ, ਭਰਾ ਪੁੱਤ ਵੀ ਲਾ ਲਓ ਉਹਨੂੰ ਹਨਾ, ਸਾਰਾ ਕੁਝ ਹੀ ਮੇਰਾ ਉਹ। ਤੇ ਛੱਡੀ ਹੋਈ ਦੀ ਕੁਛ ਮੈਂ ਉੱਥੇ ਗਊਸ਼ਾਲਾ ਜ਼ਿਆਦਾ ਰਹਿਣ ਲੱਗੇ ਉਦੋਂ, ਠੀਕ ਹੈ ਨਾ। ਗਊਸ਼ਾਲਾ ਜ਼ਿਆਦਾ ਰਹਿਣ ਦੇ ਕਰਕੇ ਮਤਲਬ ਮਨ ਹੀ ਇਹੋ ਜਿਹਾ ਹੋਇਆ ਵੀ ਉੱਥੇ ਦਿਨ ਰਾਤ ਉੱਥੇ ਰਹਿਣ ਲੱਗੇ ਬਿਲਕੁਲ ਹੀ। ਬਸ ਉਹ ਕਹਿ ਲਓ ਵੀ ਸੇਵਾ। ਹਾਂ ਸੇਵਾ ਵੀ ਬਹੁਤ ਨਜ਼ਾਰਾ ਆਉਂਦਾ ਜੀ। ਕੋਈ ਨਹਾਉਣ ਦਾ ਨਹੀਂ, ਕੋਈ ਧੋਣ ਦਾ ਨਹੀਂ, ਬਸ ਪਾ ਕੇ ਸ਼ਾਰਟ ਸਭ ਦੀ ਪਾ ਕੇ ਟੀ-ਸ਼ਰਟ ਤੁਰੇ ਫਿਰਦੇ ਰਹਿੰਦੇ। ਕਦੇ ਗਾਵਾਂ ਨਵਾ ਲੀਆਂ, ਕਦੇ ਗੋਹਾ ਚੱਕ ਲਿਆ, ਕਦੇ ਕੁਛ ਕਰ ਲਿਆ, ਇਹੋ ਜਿਹਾ ਸਿਸਟਮ ਕਰਦੇ ਰਹੇ। ਉਹ ਤਾਂ ਫਿਰ ਜਦੋਂ ਸੰਤਾਂ ਕੋਲੇ ਗਏ, ਲੈ ਗਏ ਮੁੰਡੇ ਮੇਰੇ ਉਸਤਾਦ, ਹੋਰ ਵਿਚਾਰਾ ਮੇਰਾ ਉਸਤਾਦ ਵੀ ਨਹੀਂ ਰਿਹਾ ਮੇਰਾ, ਜਿਹੜਾ ਮੈਂ ਕਿਹਾ ਜ਼ਿੰਦਗੀ ਦਾ ਸਾਰਾ ਮੈਨੂੰ ਜੇ ਇੱਕ ਕਮੀ ਮਹਿਸੂਸ ਹੈ ਤਾਂ ਉਹਦੀ ਹੈ ਯਾਰ। ਨਾ ਇਹੋ ਜਿਹਾ ਕੋਈ ਇਨਸਾਨ ਬਣ ਸਕਦਾ ਤੇ ਨਾ ਕਿਸੇ ਨੇ ਬਣਨਾ ਯਾਰ, ਕੱਲਾ ਮੇਰੇ ਲਈ ਨਹੀਂ ਸਾਰਿਆਂ ਲਈ। ਬਹੁਤ ਔਖਾ, ਮਤਲਬ ਕਿ ਉਹ ਗੱਲ ਕਰਕੇ ਤਾਂ ਮੈਂ ਪੁੱਛਣਾ ਮਨ ਦੇ ਵਿੱਚ ਰਹਿ ਨਹੀਂ ਜਾਂਦਾ ਕੁਛ ਯਾਰ, ਬਸ ਬਹੁਤ ਔਖਾ ਯਾਰ ਉਹਨੂੰ ਭੁਲਾਉਣਾ। ਮਤਲਬ ਕਿ ਹਰ ਟਾਈਮ ਬੰਦੇ ਨੂੰ ਜਿਹੜਾ ਮਤਲਬ ਕਿ ਕਮੀ ਮਹਿਸੂਸ ਹੁੰਦੀ ਹੈ ਨਾ ਹਰ ਟਾਈਮ, ਉਹ ਬੰਦਾ ਬਸ ਮੈਂ ਕਹਿੰਦਾ ਮੇਰਾ ਸਾਰਾ ਕੁਛ ਹੀ ਸੀ। ਉਹ ਜ਼ਿੰਦਗੀ ਚੋਂ ਚਲਿਆ ਗਿਆ, ਠੀਕ ਹੈ। ਉਹ ਮੈਨੂੰ ਲੈ ਕੇ ਗਏ ਉੱਥੇ ਸੰਤਾਂ ਕੋਲੇ, ਜਦੋਂ ਪਤਾ ਹੀ ਹੁੰਦਾ ਆਪਦੇ ਬੰਦੇ ਦਾ ਹੈ ਨਾ ਵੀ ਇਹ ਪ੍ਰੈਕਟਿਸ ਨਹੀਂ ਕਰਦਾ, ਇਹਦੇ ਕੋਲ ਹੈ ਤਾਂ ਹੈ ਨਹੀਂ ਖਾਣ ਨੂੰ ਕੁਛ। ਪਹਿਲਾਂ ਮੈਨੂੰ ਉਹ ਕੰਮ ਤੋਂ ਛੁਡਾ ਕੇ ਲਿਆ, ਮੈਂ ਕੰਮ ਸਿੱਖਣ ਲੱਗ ਗਿਆ 10ਵੀਂ ਤੋਂ ਬਾਅਦ। ਮੇਰਾ ਉਸਤਾਦ ਲਾਸ਼ੀ ਖਰਾਦ ਦਾ ਕੰਮ ਸਿੱਖਣ ਲੱਗਾ ਮੈਂ ਜਦੋਂ 10ਵੀਂ ਤੋਂ ਬਾਅਦ। ਅੱਛਾ ਬਾਈ। ਮਹੀਨਾ ਕੰਮ ਲਾਇਆ, ਮੇਰੇ ਵੈਲਡਿੰਗ ਪੈ ਗਈ ਅੱਖਾਂ 'ਚ, ਕਿੰਨੀ ਵਾਰ ਵੈਲਡਿੰਗ ਪਈ ਅੱਖਾਂ 'ਚ। ਉੱਥੋਂ ਛੁਡਾ ਕੇ ਲਿਆ ਮੈਨੂੰ, ਕਹਿੰਦਾ ਮਾਤਾ ਕੋਲੇ ਗਿਆ, ਮਾਤਾ ਨੂੰ ਕਹਿੰਦਾ ਵੀ ਹੁਣ ਇਹਦੇ ਕੋਲ ਟਾਈਮ ਹੈਗਾ, ਬਾਅਦ 'ਚ 2 ਸਾਲਾਂ ਬਾਅਦ ਸਿੱਖ ਲਓ ਕੰਮ, ਹਲੇ ਪੜ੍ਹਾ ਲਓ ਕਿ ਤਾਂ ਬਾਹਰ ਬੂਰ ਵਗ ਜੇ। ਉਹ ਬੰਦਾ ਮੈਨੂੰ ਤੂੰ ਛੁਡਾ ਕੇ ਲਿਆ, ਦੇਖ ਆਪਦੀ ਪੈਸੇ ਆਪਦੀ ਜੇਬ 'ਚ ਫੀਸ ਭਰੀ। ਕਿੱਥੋਂ ਦੇ ਨੇ ਬਾਈ ਜਿਹੜਾ ਲੋਕ ਲਈ ਬਾਈ ਹੰਸਰਾਜ ਲਾਸ਼ੀ ਆਪ ਤਕੜੇ ਪਲੇਅਰ ਰਹੇ ਆ, ਆਪ ਬਹੁਤ ਤਕੜੇ ਪਲੇਅਰ ਰਹੇ ਆ ਉਹ। ਹਾਂ ਅੱਛਾ, ਉਹ ਤੁਹਾਨੂੰ ਲੈ ਆਏ? ਉਹ ਲੈ ਕੇ ਆਏ, ਫਿਰ ਉਹਨਾਂ ਨਾਲ ਹੌਲੀ ਹੌਲੀ ਖੇਡਣ ਲੱਗੇ ਉਹਨਾਂ ਨੇ, ਕਿਉਂਕਿ ਜਹੀ ਜੀ ਸੰਗਤ ਹੁੰਦੀ ਹੈ ਬੰਦੇ ਦੀ ਨਾ, ਉਹੀ ਜੀ ਸੋਭਤ ਹੋ ਜਾਂਦੀ ਹੈ ਹਨਾ। ਉਹ ਇਹੋ ਜਿਹਾ ਬੰਦਾ ਚੱਲਣ ਕਰਨ ਲੱਗ ਜਾਂਦਾ ਬੰਦਾ, ਤੇ ਮੈਂ ਡਰਦਾ ਵੀ ਉਹਨਾਂ ਤੋਂ ਸਾਰਾ। ਮੈਂ ਕਹਿੰਦਾ ਮੈਨੂੰ ਕਿਸੇ ਦਾ ਡਰ ਨਹੀਂ ਪਿੰਡ 'ਚ, ਇਹ ਨਹੀਂ ਵੀ ਪਹਿਲਾਂ, ਹੁਣ ਵੀ। ਅੱਜ ਜਿੰਨਾ ਚਿਰ ਹੁਣ ਜਦੋਂ ਨਾ ਡੈਥ ਹੋਈ ਹੈ ਮਤਲਬ ਕਿ ਉਦੋਂ ਇਹੀ ਲੱਗ ਗਿਆ ਵੀ ਯਾਰ ਮੈਨੂੰ ਕਹਿਣ ਵਾਲੀ ਨਹੀਂ ਕੋਈ ਕੁਛ ਹੁਣ। ਨਹੀਂ ਜੇ ਕੋਈ ਗੱਲਬਾਤ ਹੁੰਦੀ ਸੀ, ਜੇ ਮੈਂ ਕਿਉਂਕਿ ਹੋਰ ਕੋਈ ਬੋਲਦਾ ਨਹੀਂ ਸੀ ਮੇਰੇ ਕੋਲੇ ਹੀ ਨਹੀਂ ਬੋਲਦਾ ਸੀ ਹਨਾ, ਉਹ ਮੈਨੂੰ ਜੋ ਮਰਜ਼ੀ ਕਹਿੰਦਾ ਉਹਨੂੰ, ਉਹਦੇ ਕੋਲ ਸ਼ਿਕਾਇਤ ਜਾਂਦੀ, ਫਿਰ ਉਹ ਮੈਨੂੰ ਗਾਲਾਂ ਵੀ ਕੱਢ ਦਿੰਦੇ। ਮਤਲਬ ਪਿਆਰ ਵੀ ਦੇਖੋ ਹੱਦ ਤੋਂ ਵੱਧ ਕਰਦੇ ਸੀ, ਤੇ ਪਰ ਉਹਨਾਂ ਦੀ ਗੱਲ ਨਹੀਂ ਮੈਂ ਕਦੇ ਟਾਲੀ ਕੋਈ, ਜੋ ਉਹਨਾਂ ਨੇ ਕਿਹਾ ਸਿਰ ਮੱਥੇ ਬਸ। ਅੱਛਾ, ਫਿਰ ਤੁਸੀਂ ਉੱਥੋਂ ਤੁਹਾਨੂੰ ਉਹਨਾਂ ਨੇ ਕੱਢ ਕੇ ਦੁਬਾਰਾ ਕਬੱਡੀ ਖਿਡਾਉਣੀ ਸ਼ੁਰੂ ਕੀਤੀ? ਦੁਬਾਰਾ ਕਬੱਡੀ ਖੇਡਣੀ ਸਟਾਰਟ ਕੀਤੀ। ਫਿਰ ਉਦੋਂ ਉਹ ਤਾਂ ਉਹ ਸਟੈਪ ਸੀ ਨਾ 10ਵੀਂ ਵਾਲਾ। ਉਦੋਂ ਬਾਅਦ ਫਿਰ ਪਿੱਛੇ ਜਦੋਂ ਆ ਟਾਈਮ ਆ ਗਿਆ, ਫਿਰ ਮੈਂ ਛੱਡ ਗਿਆ ਸੀ ਕਬੱਡੀ, ਬਾਹਰ ਬੂਰ ਵੀ ਜਾਇਆ ਸੀ, ਤੇ ਗਊਸ਼ਾਲਾ ਹੀ ਰਹਿਣ ਲੱਗੇ ਉਦੋਂ। ਫਿਰ ਜੀ ਨਹੀਂ ਕਰਦਾ 2009 ਚ। ਹਾਂ ਇਹ ਜਿਹਾ ਕੁਛ। ਹਾਂ ਫਿਰ ਉਦੋਂ ਸੰਤਾਂ ਨੇ ਕਿਹਾ, ਫਿਰ ਉਦੋਂ ਸੰਤਾਂ ਕੋਲੇ ਲੈ ਗਏ ਹਨਾ, ਮੈਨੂੰ ਕਹਿੰਦੇ ਵੀ ਜ਼ਮੀਨ ਹੈਗੀ ਹੈ। ਮੈਂ ਹਾਂਜੀ। ਹੁਣ ਜ਼ਮੀਨ ਨਹੀਂ ਹੈ ਤੁਹਾਡੇ ਕੋਲ? ਇੱਕ ਖੁੱਡ ਵੀ ਨਹੀਂ ਹੈਗਾ। ਆਓ ਤੇ ਮੈਂ ਕਹਿੰਦੇ ਜ਼ਮੀਨ ਹੈਗੀ, ਮੈਂ ਨਾ ਜੀ। ਕਹਿੰਦੇ ਵੀ ਹੋਰ ਕੋਈ ਕੰਮ ਕਰ, ਮੈਂ ਨਾ ਜੀ। ਕਹਿੰਦੇ ਫਿਰ ਕਿਸੇ ਦੇ ਨੌਕਰੀ ਕਰੇਗਾ? ਮਾਈ ਤੁਹਾਡੀ ਮਰਜ਼ੀ ਹੈ। ਕਹਿੰਦੇ ਵੀ ਖੁਰਾਕ ਖਾਇਆ ਕਰਦਾ ਬਕੇ, ਤੇ ਪ੍ਰੈਕਟਿਸ ਕਰਦਾ ਬਕੇ, ਮਾਂ ਜੀ ਬਲ ਬਖਸ਼ੋ। ਤੇ ਉਹ ਇਹੀ ਕਿਰਪਾ ਹੋਈ ਇਹਨਾਂ ਦੀ, ਥੋੜੇ ਚਿਰਾਂ ਬਾਅਦ ਵਰਲਡ ਕੱਪ ਹੋ ਗਿਆ। ਤੇ ਤੁਸੀਂ ਵਰਲਡ ਕੱਪ 'ਚ ਸਿਲੈਕਟ ਹੋ ਗਏ? ਹਾਂ ਟ੍ਰਾਇਲ ਦਿੱਤੇ ਗਈ। ਉਹ ਬਿੱਟੂ ਕਹਿੰਦਾ ਬਾਈ ਆਪਾਂ ਚੱਲਾਂਗੇ ਉਧਰ ਡੋਪ ਟੈਸਟ ਦੇ, ਕਹਿੰਦਾ ਕੈਨੇਡਾ ਜਾਣ ਲਈ। ਬਿੱਟੂ ਗਿਆ ਹੋਇਆ ਸੀ ਗੱਡੀ ਮੇਰੇ ਵਾਲੀ ਲੈ ਕੇ ਸੌਂ ਦੀ, ਮੈਨੂੰ ਕਹਿੰਦਾ ਬਾਈ ਆਪਾਂ ਚੱਲਾਂਗੇ ਇਕੱਠੇ। ਮੈਂ ਚੱਲ ਠੀਕ ਹੈ। ਮੈਂ ਉਹਦੀ ਵੇਟ ਕਰਦਾ ਰਿਹਾ, ਕਹਿੰਦਾ ਬਾਈ ਮੈਂ ਜਾਂਦਾ ਨਹੀਂ, ਤੂੰ ਜਾਇਆ ਕਹਿੰਦੇ। ਮੈਂ ਚੱਲ ਠੀਕ ਹੈ। ਉਹ ਡੋਪ ਟੈਸਟ ਨੇ ਕਹਿੰਦਾ ਬਾਈ ਯਾਰ ਇੱਥੇ ਐਂ ਕਰ ਟ੍ਰਾਇਲ ਹੋ ਰਹੇ ਨੇ, ਕਹਿੰਦਾ ਉਹ ਦੇ ਕੇ ਆ, ਕਹਿੰਦਾ ਜ਼ਰੂਰ ਤੂੰ। ਤੁਸੀਂ ਉੱਥੇ ਸੀਗੇ ਕੁਦਰਤੀ? ਅਸੀਂ ਗਏ ਜਾਣਾ ਸੀ ਇਕੱਠੇ ਨੇ, ਫਿਰ ਬਿੱਟੂ ਗਿਆ ਨਹੀਂ, ਕੈਂਸਲ ਕਰ ਗਿਆ, ਮੈਂ ਗਿਆ। ਅੱਛਾ ਜੀ। ਹਾਂ ਮੈਂ ਗਿਆ, ਚਲੋ ਮੈਂ ਕਿਹਾ ਚੱਲ ਦੇ ਆਵਾਂਗੇ, ਟ੍ਰਾਇਲਾਂ ਦਾ ਕੀ ਚੱਕਰ ਹੈ। ਟ੍ਰਾਇਲ ਦੇ ਤੇ ਉੱਥੇ ਸਿਲੈਕਟ ਹੋ ਗਏ। ਪਹਿਲੇ ਉਹ ਤਾਂ ਤੁਸੀਂ ਕਲੀਅਰ ਸੀ, ਟ੍ਰਾਇਲਾਂ ਦਾ ਕੋਈ ਮਸਲਾ ਨਹੀਂ ਸੀ? ਹਾਂ ਉਦੋਂ ਮਤਲਬ ਕਿ ਹਾਂ ਉਦੋਂ ਟ੍ਰਾਇਲ ਦੇ ਤੇ, ਉਦੋਂ ਬਾਅਦ 2-3 ਵਾਰ ਟ੍ਰਾਇਲ ਹੋਇਆ ਨਾ, ਇੱਕ ਵਾਰੀ ਨਹੀਂ ਹੋਇਆ ਉਦੋਂ।
ਨਹੀਂ ਡੌਬ ਵੀ ਉਸੇ ਦਿਨ ਹੀ ਹੋਣਾ ਸੀ ਤੁਸੀਂ ਕਹਿ ਰਹੇ ਹੋ ਉਹ ਤਾਂ ਕੈਨੇਡਾ ਜਾਣ ਵਾਸਤੇ ਅੱਛਾ ਸੀ ਠੀਕ ਉਸੇ ਹੈ। ਦਿਨ ਸੀ ਹਾਂ ਉਹ ਵੀ ਤੁਸੀਂ ਦਿੱਤਾ ਉਹ ਵੀ ਮੈਂ ਦੇ ਕੇ ਆਇਆ ਜੀ ਪਹਿਲਾਂ ਹਾਂ ਅੱਛਾ ਜੀ ਮਤਲਬ ਉਹ ਸਿਸਟਮ ਜਿਹਦੇ ਵਿੱਚ ਬਸ ਪਤਾ ਨਹੀਂ ਲੱਗਿਆ ਵਰਲਡ ਕੱਪ ਖੇਡ ਗਏ ਹੂੰ ਸਿਲੈਕਟ ਹੋ ਗਏ ਬਾਬੇ ਦੀ ਕਿਰਪਾ ਨਾਲ ਹੂੰ ਜੇ ਕਿਤੇ ਨੇ ਸੰਤ ਨਾ ਕਹਿੰਦੇ ਤਾਂ ਰੁਲ ਗਏ ਸੀ ਵਿੱਚ ਹੀ ਹੂੰ ਫਿਰ ਉਦੋਂ ਬਾਅਦ ਅਸਲ ਗੁਲਜ਼ਾਰੀ ਮੂਨਕ ਪੂਰਾ ਪੂਰੇ ਵਰਲਡ 'ਚ ਹੋ ਗਿਆ ਤੂੰ ਦਿਖ ਗਏ ਉਹ। ਕੁਝ ਖੇਡੇ ਬਹੁਤ ਕਿਰਪਾ ਸੰਤਾਂ ਦੀ ਜਦੋਂ ਕਿਰਪਾ ਹੋਵੇ ਨਾ ਖੇਡੇ ਵੀ ਬਹੁਤ ਵਧੀਆ ਦੇਖੋ ਉਹ ਜਿਹੜੀ ਤੁਹਾਡੀ ਛਾਲ ਮਾਰਨ ਵਾਲਾ ਸਟਾਈਲ ਸੀ ਉਹ ਲੋਕਾਂ ਨੂੰ ਪਿਆਰਾ ਲੱਗਿਆ ਵਧੀਆ ਲੱਗਿਆ ਉਹ ਚੀਜ਼ ਹੈ ਕਿ ਪ੍ਰਮਾਤਮਾ ਦੀ ਕੋਈ ਕਿਰਪਾ ਹੀ ਹੋਈ ਹੈ ਦੇਖੋ ਮੇਰੇ ਤੋਂ ਫਿਰ ਉਦੋਂ ਬਾਅਦ ਕਈ ਸਾਲ ਫਿਰ ਲਗਾਤਾਰ ਖੇਡ ਗਏ ਵਧੀਆ ਹੋ ਗਿਆ ਸਾਰਾ ਅੱਛਾ ਉਹਦੇ ਚੋਂ ਨੌਕਰੀ ਵੀ ਲੱਗੀ ਪਈ ਕਿ ਨਹੀਂ ਹਾਂ ਫਿਰ 2011 ਦੇ ਵਿੱਚ ਉਹ ਨੌਕਰੀ ਲੱਗੀ ਜਿਹੜਾ ਵਰਲਡ ਕੱਪ ਕਰਾਇਆ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਦੇ 'ਚ ਫਿਰ ਨੌਕਰੀ ਮਿਲੀ ਮੈਨੂੰ ਕੱਲੀ ਨੌਕਰੀ ਨਹੀਂ ਯਾਰ ਬਹੁਤ ਕੁਝ ਮਿਲਿਆ ਉਹਦੇ 'ਚ ਬਹੁਤ ਪਿਆਰ ਬਹੁਤ ਮਿਲਿਆ ਕਿਉਂਕਿ ਦੇਖੋ ਹਰੇਕ ਚੀਜ਼ ਬਈ ਪੈਸਾ ਨਹੀਂ ਹੁੰਦਾ ਪ੍ਰਦੀਪ ਬਾਈ ਹਨਾ ਬਿਲਕੁਲ ਬਹੁਤ ਪਿਆਰ ਮਿਲਿਆ ਲੋਕਾਂ ਦੀਆਂ ਨਜ਼ਰਾਂ 'ਚ ਆ ਕੇ ਦੁਆਰੋਂ ਫੇਰ ਲੋਕ ਜਾਣਨ ਲੱਗ ਗਏ ਆਪਾਂ ਨੂੰ ਯਾਰ ਹੈ ਕਿੱਡੀ ਵੱਡੀ ਗੱਲ ਹੈ ਬਿਲਕੁਲ ਹਾਂ ਆਈ ਬੇਸ਼ੱਕ ਅੰਦਰ ਹੀ ਲਾ ਲੈ ਕੋਈ ਗੱਲ ਨਹੀਂ ਆਓ ਭੁੱਖ ਲੱਗ ਤਾਂ ਵਧੀਆ ਬਣਿਆ ਹੋਇਆ ਸਿਸਟਮ ਉਹਦਾ ਬਾਈ ਨੇ ਬਣਾਇਆ ਹੈ। ਉਹ ਪਰਲੇ ਤੇ ਲੱਗਿਆ ਨਾ ਮਰੂਤਾ ਅੱਛਾ ਬਈ ਜਦੋਂ ਜਿਹੜਾ ਜਿਵੇਂ ਫਾਦਰ ਸਾਹਿਬ ਕੀ ਕਰਦੇ ਸੀ ਬਚਪਨ ਜਿਹੜਾ ਸੀ ਉਹ ਕਿਸ ਤਰ੍ਹਾਂ ਦਾ ਸੀਗਾ ਮਤਲਬ ਘਰ ਦੇ ਹਾਲਾਤ ਮੈਂ ਜਾਣਦਾ ਘਰ ਦੇ ਹਾਲਾਤ ਤਾਂ ਬਈ ਯਾਰ ਮੈਂ ਤੈਨੂੰ ਕੀ ਦੱਸਾਂ ਹਨਾ ਵੀ ਬਹੁਤ ਮਾੜੇ ਯਾਰ ਅੱਛਾ ਬਈ ਜਿਵੇਂ ਤੂੰ ਦੱਸਿਆ ਹੀ ਆ ਨਾ ਵੀ ਜ਼ਮੀਨ ਤਾਂ ਹੈ ਹੀ ਨਹੀਂ ਸੀ ਜ਼ਮੀਨ ਵੀ ਨਹੀਂ ਹੈਗੀ ਸੀ ਮਤਲਬ ਕਿ ਸਿਸਟਮ ਇਹ ਦੀ ਬਈ ਯਾਰ ਵੀ ਬਾਪੂ ਮੇਰੇ ਵੈਸੇ ਤਾਂ ਬਿਜਲੀ ਬੋਰਡ 'ਚ ਸੀ ਪਰ ਉਹਨਾਂ ਦੀ ਇੱਕ ਚੀਜ਼ ਮਾੜੀ ਸੀ ਯਾਰ ਸ਼ਰਾਬ ਬਹੁਤ ਪੀਂਦੇ ਸੀ ਉਹ ਦੇਖੋ ਇਹ ਨਹੀਂ ਹੈਗਾ ਇਹ ਮਤਲਬ ਕਿ ਬਿਜਲੀ ਬੋਰਡ 'ਚ ਰਿਹਾ ਪਰ ਕੋਈ ਉਂਗਲ ਨਹੀਂ ਕਰ ਸਕਦਾ ਉਹਨਾਂ ਦਾ ਵੀ ਕਿਸੇ ਤੋਂ ਪੈਸਾ ਲਿਆ ਉਹਨਾਂ ਨੇ ਆਪਦੀ ਤਨਖਾਹ ਜਿੰਨੀ ਆਣੀ ਉਹਨਾਂ ਨੇ 10 ਦਿਨ ਜਦੋਂ ਪਹਿਲਾਂ ਰਹਿ ਜਾਂਦੇ ਆ ਉਦੋਂ ਕਿਉਂਕਿ ਲੋਕ ਪੈਸੇ ਦੇਣ ਲੱਗ ਜਾਂਦੇ ਵੀ ਹਾਂ ਇਹ ਦੇ ਜੂਗਾ ਬਾਅਦ 'ਚ 10 ਦਿਨ ਪਹਿਲਾਂ ਤੇ 10 ਦਿਨ ਬਾਅਦ 'ਚ ਲਗਾਤਾਰ ਹੀ ਦਾਰੂ ਪੀ ਜਾਣੀ ਅੱਖ ਨਹੀਂ ਖੋਲਣੀ ਫਿਰ ਬਸ ਜਦੋਂ ਪੈਸੇ ਮੁੱਕ ਜਾਂਦੇ ਫਿਰ ਉਹ ਫਿਰ ਸੌਖੀ ਰਹਿੰਦੀ ਉਹਨੇ ਦਿਨ ਫਿਰ ਜਦੋਂ ਨਹੀਂ ਹੈ ਕਿਤੇ ਹਾਂ ਮਤਲਬ ਕਿ ਫਿਰ ਘਰ ਦੇ ਹਾਲਾਤ ਇਹ ਹੈ ਨਾ ਮਤਲਬ ਕਿ ਜਦੋਂ ਕਿਤੇ ਜਿਵੇਂ ਹੁਣ ਬਾਰਿਸ਼ਾਂ ਪਈਆਂ ਜਦੋਂ ਬਾਰਿਸ਼ਾਂ ਪੈਣ ਲੱਗਦੇ ਭਾਂਡੇ ਮੁੱਕ ਜਾਂਦੇ ਸੀ ਕਦੇ ਇੱਥੋਂ ਚੂ ਗਿਆ ਕਦੇ ਉੱਥੋਂ ਚੂ ਗਿਆ ਕਿਤੇ ਕਦੇ ਕੁਛ ਰੱਖ ਕਦੇ ਕਿਤੇ ਕੁਛ ਰੱਖ ਮਤਲਬ ਉਹ ਹਾਲਾਤ ਚੋਂ ਨਿਕਲ ਕੇ ਆਏ ਹੋਏ ਇੱਥੇ ਚਲੋ ਹੁਣ ਮਾਲਕ ਦੇ ਰੰਗ ਲੱਗੇ ਹੋਏ ਆ ਵਧੀਆ ਦੇਖੋ ਵੀ ਜਿਹੀ ਜੀ ਰੁੱਖੀ ਸੁੱਖੀ ਮਿਲਦੀ ਹੈ ਵਧੀਆ ਖਾਣੇ ਆ ਯਾਰ ਪਰ ਇਹ ਹੈ ਵੀ ਜ਼ਿੰਦਗੀ 'ਚ ਮਾੜਾ ਨਹੀਂ ਕਿਸੇ ਦਾ ਕਰਿਆ ਇਹ ਮੈਨੂੰ ਲੱਗਦਾ ਬਈ ਜਿਹੜੀਆਂ ਇਹ ਅਚੀਵਮੈਂਟ ਹੁੰਦੀਆਂ ਆਪਣੀ ਜ਼ਿੰਦਗੀ ਦੀਆਂ ਇਹ ਵੀ ਇੱਕ ਰੀਜ਼ਨ ਹੁੰਦਾ ਨਾ ਜੇ ਤੁਸੀਂ ਇਮਾਨਦਾਰੀ ਨਾਲ ਚੱਲੇ ਹੋ ਨਹੀਂ ਤਾਂ ਤੁਹਾਡੇ ਤੇ ਬੋਝ ਪੈਣਾ ਸੀ ਉਸ ਚੀਜ਼ ਦਾ ਬੇਈਮਾਨੀ ਦਾ ਬੋਝ ਪੈਂਦਾ ਨਾ ਬੰਦੇ ਦੇ ਮਾਤੇ ਫਿਰ ਉਹ ਕਿਵੇਂ ਕਰੂਗਾ ਹਾਂ ਇਹ ਤਾਂ ਬਈ ਪਤਾ ਕੀ ਇਹ ਵੀ ਵੈਸੇ ਮੈਂ ਕਹਿੰਦਾ ਦੇਖੋ ਬੰਦਾ ਨਹੀਂ ਕੁਝ ਕਰ ਸਕਦਾ ਇਹ ਵੀ ਪਰਮਾਤਮਾ ਦੀ ਦੇਣ ਹੈ ਜਦ ਜਿਹੀ ਜੀ ਤੁਹਾਡੀ ਸੋਸਾਇਟੀ ਹੋਊਗੀ ਜਿਹੇ ਜਿਹੇ ਲੋਕਾਂ ਨਾਲ ਤੁਸੀਂ ਬੈਠੋਗੇ ਉਹੋ ਜਿਹੇ ਹਿਸਾਬ ਨਾਲ ਨਾ ਬੰਦਾ ਫਿਰ ਵਿਚਰਨ ਲੱਗ ਜਾਂਦਾ ਜੇ ਆਪਾਂ ਚੰਗੇ ਇਨਸਾਨ ਜਿਵੇਂ ਮੇਰਾ ਉਸਤਾਦ ਹੀ ਹੁਣ ਉਹ ਕੋਈ ਵੀ ਆ ਉਹਦੇ ਅੱਗੇ ਉਹਨੇ ਸੱਚ ਕਹਿ ਦੇਣਾ ਬਹੁਤ ਵੱਡੀ ਹਿੰਮਤ ਦੀ ਹਰੇਕ ਬੰਦਾ ਸੱਚ ਨਹੀਂ ਬੋਲ ਸਕਦਾ ਫਿਰ ਇਹ ਹੈ ਵੀ ਇਹ ਨਹੀਂ ਦੇਖਣਾ ਉਹਨੇ ਵੀ ਕੋਈ ਗਰੀਬ ਹੈ ਜਾਂ ਕੋਈ ਤਕੜਾ ਤੋਂ ਤਕੜਾ ਮੇਰੀ ਅਮੀਰ ਹੈ ਜਾਂ ਮਿਨਿਸਟਰ ਹੈ ਜਿਹੜਾ ਕਹਿਣਾ ਉਹਨੇ ਕਹਿ ਦੇਣਾ ਜੀ ਕਿਸੇ ਦੀ ਪਰਵਾਹ ਨਹੀਂ ਕਰਦਾ ਬਿਲਕੁਲ ਬਚਪਨ ਦੇ ਮਤਲਬ ਬੜਾ ਜ਼ਿਆਦਾ ਬੜੇ ਆਪਾਂ ਕਹਿ ਦਈਏ ਵੀ ਐ ਨਹੀਂ ਸੀ ਵੀ ਕੋਈ ਬਚਪਨ ਤਾਂ ਬਸ ਕੁਛ ਹੈ ਹੀ ਨਹੀਂ ਯਾਰ ਨਾ ਤਾਂ ਪੈਸਾ ਹੀ ਦੇਖ ਦੋ ਹਨਾ ਵੀ ਤਨਖਾਹ ਮਿਲਦੀ ਜਾਂ ਉਹ ਬਾਪੂ ਖਰਚ ਕਰਦਾ ਜੀ ਪਰ ਉਦੋਂ ਤੁਸੀਂ ਛੋਟੇ ਹੋਵੋਗੇ ਤੁਸੀਂ ਸਮਝਾਓ ਵੀ ਕਿਵੇਂ ਉਹਨਾਂ ਨੂੰ ਉਹ ਸਮਝਦੇ ਨਹੀਂ ਜੀ ਨਾ ਉਹਨੂੰ ਸਮਝਾਉਣਾ ਹੈ ਨਹੀਂ ਕੋਈ ਸਮਝੇ ਹੈ ਹੀ ਨਹੀਂ ਕਿਸੇ ਦੇ ਬਥੇਰੇ ਮਾਮੇ ਮੇਰੇ ਬਥੇਰੇ ਤਕੜੇ ਹੀ ਹਾਲੇ ਇੰਨਾ ਕਰ ਰਿਹਾ ਵੀ ਚਾਚਾ ਰੁਕ ਜਾ ਇੱਕ ਮਿੰਟ ਭਾਂਡੇ ਨਾਲ ਤੂੰ ਹਲੇ ਕੋਈ ਚੱਕਰ ਨਹੀਂ ਜਲਦੀ ਖੜਕਾ ਹੋ ਜਾਂਦਾ ਮੈਂ ਕਿਹਾ ਕੋਈ ਚੱਕਰ ਨਹੀਂ ਬਾਈ ਕਿਸੇ ਚੀਜ਼ ਦੀ ਕੋਈ ਪਰਵਾਹ ਨਾ ਕਰੋ ਯਾਰ ਆਪਾਂ ਚੱਕ ਦੇ ਫਟੇ ਫਿਰ ਅੱਛਾ ਜੀ ਮਤਲਬ ਕਿ ਇਹ ਸਿਸਟਮ ਸੀ ਬਈ ਯਾਰ ਵੀ
ਮਾਮੇ ਮੇਰੇ ਬਹੁਤ ਤਕੜੇ ਜੀ, ਹਾਂ। ਉਹਨਾਂ ਦੀ ਬਹੁਤ ਸਪੋਰਟ ਰਹੀ ਆ। ਮਤਲਬ ਕਿ ਜਦੋਂ ਕਹਾ ਕੀ ਇਹਦਾ ਨਾਮ ਆ, ਕਣਕ ਦੇ ਟਾਈਮ ਕਣਕ ਦੇ ਕੇ ਜਾਂਦੇ, ਜੀਰੀ ਦੇ ਕੇ ਜਾਂਦੇ, ਠੀਕ ਹੈ, ਕਈ ਵਾਰ ਤਾਂ ਲੱਕੜਾਂ ਵੀ ਸਿੱਟ ਕੇ ਜਾਂਦੇ, ਠੀਕ ਹੈ ਨਾ। ਮਤਲਬ ਸਾਰਾ ਉੱਥੋਂ ਆਉਂਦਾ ਰਿਹਾ, ਮੈਂ ਨਾਨਕੇ ਤੋਂ। ਮਤਲਬ ਬਾਪੂ ਨੇ ਤਾਂ ਬਾਂਦੇ ਪੁੱਤ ਨੇ ਕਲੇ ਚੱਕੀ ਰੱਖੇ ਫੱਟੇ, ਪਰ ਕਿਸੇ ਦਾ ਮਾੜਾ ਨਹੀਂ ਖਾਇਆ, ਜਿਹੜੀ ਗੱਲ ਕਿਸੇ ਦਾ ਖਾਦਾ ਨਹੀਂ। ਇਹ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ। ਤੇ ਲਾਸਟ ਚ ਆ ਕੇ ਛੱਡ ਵੀ ਗਏ ਬਿਲਕੁਲ ਦਾਰੂ, ਫਿਰ ਮੂਵੀ ਨਹੀਂ ਲਾਈ। ਅੱਛਾ ਜੀ। ਹਾਂ, ਫਿਰ ਚਲੋ ਉਹਨਾਂ ਦੀ ਉਦੋਂ ਬਾਅਦ ਥੋੜੇ ਸੇ ਸਾਲਾਂ ਬਾਅਦ ਉਹਨਾਂ ਨੂੰ ਸਾਹ ਦੀ ਬਿਮਾਰੀ ਹੋਈ, ਫਿਰ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਸੀ 2007 ਚ। 2007 ਚ ਉਦੋਂ ਤੁਸੀਂ ਕਬੱਡੀ ਖੇਡਣ ਲੱਗ ਗਏ ਸੀ ਮੇਰੇ ਖਿਆਲ ਭਾਈ ਮੈਂ ਪਹਿਲਾਂ ਲੱਗਿਆ ਤਾਂ 1992 ਚ ਲੱਗੇ ਖੇਡਣ ਦਾ। ਮੈਂ 92 ਚ ਕਰਤੀ 32 ਕਿਲੋ ਸਟਾਰਟ ਤਾਂ ਕਬੱਡੀ ਤਾਂ। ਪਰ ਉਦੋਂ ਮਤਲਬ ਕਿ ਉਦੋਂ ਤਾਂ ਲੋਕਾਂ ਨੂੰ ਹੁਣ ਸਕੂਟਰ ਕੀ, ਗੱਡੀਆਂ ਕੀ, ਮੋਟਰਸਾਈਕਲ, ਸਾਡੇ ਕੋਲ ਤਾਂ ਸਾਈਕਲ ਹੀ ਮਿਲਦਾ ਸੀ ਸਾਨੂੰ। ਬਈ ਫਿਰ ਤੁਹਾਡਾ ਤਾਂ ਵਜਨ ਵੀ ਘੱਟ ਹੀ ਰਿਹਾ ਨਾ, ਤੁਸੀਂ ਕੋਈ ਆਇਆ ਤਾਂ ਨਹੀਂ ਸੀ ਕਿ ਤੁਸੀਂ 1.5 ਕੁਇੰਟਲ ਵਾਲੇ ਰੇਡਰ ਹੋ। ਨਾ 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 ਨਾ, weight ਬਹੁਤ ਘੱਟ ਰਿਹਾ। ਜਦੋਂ ਮੈਂ ਓਪਨ 'ਚ ਖੇਡਦਾ ਰਿਹਾ ਉਦੋਂ ਵੀ weight ਮੇਰਾ ਮੈਨੂੰ ਲੱਗਦਾ ਜਦੋਂ ਸਟਾਰਟ ਕੀਤੀ ਉਦੋਂ ਤਾਂ ਮੇਰਾ 62-63 ਕਿਲੋ weight ਹੁੰਦਾ ਸੀ ਸਾਰਾ। ਹਾਂ, ਜਦੋਂ ਅਕੈਡਮੀਆਂ ਦੇ ਮੈਚ ਖੇਡੇ ਆ, ਕਿਉਂਕਿ ਹੁਣ ਤਾਂ ਅਕੈਡਮੀਆਂ ਬਣ ਗਈਆਂ ਬਹੁਤ। ਉਦੋਂ ਥੋੜੀਆਂ 6 ਅਕੈਡਮੀਆਂ ਹੁੰਦੀਆਂ ਸਾਰੀਆਂ, ਵੱਧ ਤੋਂ ਵੱਧ 8 ਬਸ। ਉਦੋਂ ਤਾਂ ਔਖਾ ਬਹੁਤ ਸੀ ਨਾ ਕੰਮ, ਤੇ ਮੇਰਾ weight ਬਸ 63-64 ਕਿਲੋ ਰਿਹਾ ਉਦੋਂ। ਪਰ ਰੇਡ ਵਧੀਆ ਪਈ ਗਈ। ਰੇਟ ਦਿਲ ਰੱਖ ਕੇ ਪਾਈ ਆ, ਜਦੋਂ ਪਾਈ ਆ ਕਦੇ ਡਰਿਆ ਨਹੀਂ। ਐ ਨਹੀਂ ਲੱਗਿਆ ਵੀ ਮੂਰੇ ਕਿਹੜਾ ਪਲੇਅਰ ਆ, ਵੱਡਾ ਹੈ, ਭਾਰਾ ਹੈ, ਛੋਟਾ ਹੈ। ਦੇਖੋ ਬਾਹਰ ਜਦੋਂ ਹੁੰਨੇ ਆ ਗਰਾਊਂਡ ਚੋਂ, ਮੈਂ ਆਪਣੀ ਦੱਸਦਾ, ਦੂਜਿਆਂ ਦਾ ਨਹੀਂ ਮੈਂ ਦੱਸ ਸਕਦਾ। ਜਦੋਂ ਬਾਹਰ ਹੁੰਦੇ ਉਹ ਤਾਂ ਡਰ ਲੱਗੀ ਜਾਂਦਾ ਜੀ, ਹਨਾ। ਜਦੋਂ ਗਰਾਊਂਡ 'ਚ ਵੜ ਗਏ ਬਸ ਪਤਾ ਨਹੀਂ ਕੀ ਇਹ ਜੀ ਗਰਾਊਂਡ ਦੀ ਬਖਸ਼ੀਸ਼ ਹੁੰਦੀ ਹੈ ਵੈਸੇ ਵੀ, ਉਹੀ ਸਰੀਰ ਨੂੰ ਇੰਨਾ ਪਾਵਰ ਬਣ ਜਾਂਦੀ ਹੈ, ਮਤਲਬ ਵੀ ਕੋਈ ਚੱਕਰ ਹੀ ਨਹੀਂ, ਜਿਹੜਾ ਮਰਜ਼ੀ ਆ ਜੇ। ਦੇਖੋ ਜੱਫੇ ਤਾਂ ਲੱਗਦੇ ਆਏ ਆ, ਖੇਡਾਂਗੇ ਤਾਂ ਜੱਫੇ ਲੱਗਣਗੇ। ਜੇ ਹੁਣ ਖੇਡਾਂਗੇ ਨਹੀਂ ਤਾਂ ਜੱਫੇ ਬਾਹਰ ਬੈਠੇ ਨੂੰ ਨਹੀਂ ਲੱਗਦੇ। ਹਾਂ ਬਿਲਕੁਲ ਸਹੀ, ਬਿਲਕੁਲ। ਉਹਦੀ ਕਦੇ ਪਰਵਾਹ ਨਹੀਂ ਕਰੀ। ਇਹ ਮੇਰਾ ਉਸਤਾਦ ਕਹਿੰਦਾ ਇਹ ਗੱਲ ਵੀ, ਕਹਿੰਦਾ ਜੇ ਖੇਡੇਗਾ ਨਾ ਫੇਰ ਹੀ ਜੱਫੇ ਪੈਣਗੇ, ਜੇ ਹੁਣ ਖੇਡੇਗਾ ਨਹੀਂ ਕਿਵੇਂ ਜੱਫੇ ਪੈਣਗੇ। ਤੈਨੂੰ ਆਪਦੀ ਕਮੀ ਦਾ ਪਤਾ ਲੱਗੂਗਾ, ਤਕੜਾ ਹੋਏਗਾ, ਮਿਹਨਤ ਵੱਧ ਕਰੇਗਾ। ਉਹ ਦੱਸ ਦਿੰਦਾ ਜੀ ਸਾਰੇ। ਜਿਵੇਂ ਤੁਸੀਂ ਦੱਸਦੇ ਹੋ ਬਈ ਆਹ ਸ਼ੁਰੂ ਕੀਤੀ ਤੁਸੀਂ ਵੀ 32 33 35 ਕਿਲੋ ਤੋਂ ਸ਼ੁਰੂ ਕੀਤੀ, ਤੇ ਅਕੈਡਮੀਆਂ ਦੇ ਮੈਚ ਤੁਸੀਂ ਕਦੋਂ ਆ ਕੇ ਖੇਡਣੇ, ਕਿਹੜੇ ਸਾਲ 'ਚ ਖੇਡੇ ਤੁਸੀਂ? ਇਹ ਮੈਂ ਜਦੋਂ ਆਇਆ ਇੱਥੇ 98 ਚ ਆਏ ਅਸੀਂ ਇੱਥੇ DAV ਕਾਲਜ ਬਠਿੰਡੇ। ਉਦੋਂ ਪਹਿਲਾਂ ਬਾੜ ਖੇਡਦੇ ਰਹੇ ਆ, ਵਧੀਆ ਟੀਮ ਸਾਡੀ, ਪੂਰੀ ਵਧੀਆ ਟੀਮ ਸੀ। ਮਤਲਬ ਕਿ ਬਾੜ ਦੇ ਤਾਂ ਅਸੀਂ ਕਿੰਨੇ ਦੇ ਮੈਚ ਤਕੜੇ ਖੇਡੇ ਆ। ਇੱਕ ਸਾਲ ਅਸੀਂ ਨਾ 69 ਮੈਚ ਖੇਡੇ। ਅੱਛਾ ਜੀ। ਸਿਰਫ ਇੱਕ ਟੂਰਨਾਮੈਂਟ ਹਾਰੇ ਸੀ, ਸਿਰਫ ਇੱਕ ਜਿੱਦਣ ਹਰੇ ਆ ਨਾ 62 ਕਿਲੋ ਦਾ, ਉਦੋਂ ਉੱਥੋਂ ਤੁਰਿਆ ਜੀ ਸ਼ੇਰੋਂ ਤੋਂ। ਸ਼ੇਰੋਂ ਤੁਰ ਕੇ ਅਸੀਂ ਇੱਥੇ ਜਲੂਰ ਪਿੰਡ ਹੈ, ਉੱਥੇ ਉੱਪਰ ਭਰਤੀ, ਉੱਥੇ ਓਪਨ ਸੈਕਿੰਡ ਲੈ ਕੇ ਉਦੋਂ। ਉਸ ਦਿਨ ਵੀ ਹਾਰ ਨਹੀਂ ਸੀ। ਉਦੋਂ ਫਿਰ ਅਸੀਂ ਇਹਨੂੰ ਫੰਤ ਹੋਰ ਨਾਲ ਮੈਚ ਸਾਡਾ, ਮਟੋੜੇ ਵਾਲਾ ਗੋਲੂ ਹੋ ਗਿਆ, ਪ੍ਰੀਤਮ ਪਹਿਲਵਾਨ ਹੋ ਗਿਆ, ਸੁਲਤਾਨ ਦਾ ਡੈਡੀ, ਉਹਨਾਂ ਨਾਲ ਮੈਚ ਸਾਡਾ ਫਾਈਨਲ। ਅੱਛਾ ਜੀ। ਹਾਂ ਓਕੇ। ਤੁਸੀਂ ਕਾਫੀ ਟਾਈਮ ਤੇ ਕਬੱਡੀ ਖੇਡ ਰਹੇ ਹੋ ਬਈ, ਹਨਾ? ਬਹੁਤ ਲੰਬਾ 1992 ਤੋਂ ਲੱਗੇ, 92-93 ਚ ਲੱਗੇ। ਲੰਬੀ ਕਬੱਡੀ ਦੀ ਹੋ ਰਹੀ ਹੈ ਤੁਹਾਡੀ ਜਰਨੀ, ਹੈ ਨਾ? ਅੱਛਾ ਵੀ ਜੇ ਮੈਂ ਇਹ ਪੁੱਛ ਲਾਂ ਤੁਹਾਨੂੰ ਵੀ ਜਿਹੜੀ ਸਫਲਤਾ ਵਾਲਾ ਇੱਕ ਉਹ ਹੁੰਦਾ ਨਾ ਵੀ ਇੱਥੇ ਜਾ ਕੇ ਤੁਹਾਨੂੰ ਸੰਤੁਸ਼ਟੀ ਹੋ ਗਈ ਵੀ ਯਾਰ ਹੁਣ ਆਹ ਪੁਆਇੰਟ ਸੀ ਉਹ ਜਿਹਨੇ ਕਬੱਡੀ ਨੇ ਜਦੋਂ ਮੈਨੂੰ ਓਨਾ ਕੁ ਦੇਤਾ ਵੀ ਹੁਣ ਸੰਤੁਸ਼ਟੀ ਜੀ ਫੀਲ ਹੋਣ ਲੱਗੀ, ਉਹ ਸਮਾਂ ਜਾਂ ਕਿਹੜਾ ਸੀ, ਕਿ ਜਾਂ ਵਰਲਡ ਕੱਪ? ਉਹ ਸਮਾਂ ਬਈ ਪਤਾ ਕੀ ਆ, ਉਹ ਸਮਾਂ ਤਾਂ ਜਦੋਂ ਮੈਂ ਨਾ ਬਾਹਰ ਚਲਿਆ ਗਿਆ ਸੀ। ਅਸਲ ਪੈਸਾ ਨਹੀਂ ਮੈਂ ਜ਼ਿਆਦਾ ਕਮਾਇਆ, ਦੇਖੋ ਕਬੱਡੀ ਚੋਂ ਹੀ ਕਹਿੰਦਾ ਮੈਂ ਤੈਨੂੰ, ਪੈਸਾ ਬਹੁਤ ਘੱਟ ਕਮਾਇਆ, ਕਿਉਂਕਿ ਗਿਆ ਬਹੁਤ ਲੇਟ ਆ ਮੈਂ। ਕਿਉਂਕਿ ਮੈਂ ਜਿਹੜੇ ਮੇਰੇ ਜੂਨੀਅਰ ਪਲੇਅਰ ਦੇ ਉਹ ਮੇਰੇ ਤੋਂ ਪਹਿਲਾਂ ਚਲੇ ਗਏ, ਮੈਂ ਬਾਅਦ ਚ ਗਿਆ। ਖਾਸ ਕਰਕੇ ਬਿੱਟੂ ਦੀ ਗੱਲ ਲਾ ਲਓ, ਬਿੱਟੂ ਨੂੰ ਮੈਂ ਲੈ ਕੇ ਆਇਆ ਸੀ ਪਿੰਡੋਂ, ਦੁਗਾਲ ਤੋਂ। ਠੀਕ ਹੈ, ਉਹ ਵਧੀਆ ਖੇਡੇ ਤੇ ਖੇਡਦਾ ਸੀ ਹੁਣ। ਉਹ ਤੇ ਲਾਖਾ ਹੀ ਵਧੀਆ ਖੇਡਦਾ, ਮੈਂ ਲਾਖੇ ਨੂੰ ਵੀ ਕਿਹਾ ਸੀ ਮੈਂ ਚੱਲ, ਉਹ ਕਹਿੰਦਾ ਨਹੀਂ, ਉਹਨਾਂ ਦੇ ਵੱਡੇ ਬ੍ਰਦਰ ਨੇ। ਹਾਂ, ਉਹ ਕਹਿੰਦਾ ਨਾ ਬਾਈ ਤੂੰ ਇਸ ਨੂੰ ਲੈ ਜਾ, ਕਹਿੰਦਾ ਮੇਰਾ ਘਰੇ ਨਹੀਂ ਸਰਨਾ ਮੁੜ ਕੇ। ਮੈਂ ਚੱਲ ਠੀਕ ਆ ਯਾਰ, ਹਨਾ। ਤੇ ਚਲੋ ਇਹਨੂੰ ਲੈ ਗਏ, ਹਨਾ। ਤੇ ਉਦੋਂ ਮੈਂ ਲਗਾਤਾਰ ਵਧੀਆ ਤਕੜਾ ਖੇਡਿਆ ਉਦੋਂ ਮੈਂ, ਪਰ ਵੀਜ਼ਾ ਨਹੀਂ ਮੇਰਾ ਲੱਗਿਆ। ਅੱਛਾ ਜੀ। ਮੇਰੇ 6 ਰਿਫਿਊਜ਼ ਦੀਆਂ ਮੋਹਰਾਂ ਆਈਆਂ। ਉਹ ਫਿਰ ਪਹਿਲਾ ਵੀਜ਼ਾ ਕਿੱਥੋਂ ਦਾ ਲੱਗਿਆ? ਨਿਊਜ਼ੀਲੈਂਡ ਦਾ। ਫਿਰ ਉਦੋਂ ਜਦੋਂ ਵੀਜ਼ਾ ਵੀ ਲੱਗਿਆ ਨਾ ਨਿਊਜ਼ੀਲੈਂਡ ਦਾ, ਮੈਨੂੰ ਭਾਜੀ ਹੋਰ ਦੱਸਦੇ ਸੈਦੇ ਵਾਲੇ ਭਾਜੀ, ਉਹ ਦੱਸਦੇ ਕਹਿੰਦੇ ਵੀ ਗਲਜਾਰੀ ਜਦੋਂ ਤੇਰਾ ਪਾਸਪੋਰਟ ਦਿਖਾਇਆ ਨਾ, ਕਹਿੰਦੇ ਵੀ ਇਹਨੂੰ ਵੀਜ਼ਾ ਕਿਵੇਂ ਦਈਏ ਅਸੀਂ। ਕਿ ਉਹਨਾਂ ਦੀ ਵੈਸੇ ਬਹੁਤ ਵਧੀਆ ਸੀ, ਪਰ ਵੀਜ਼ਾ ਲਵਾਇਆ ਵੀ ਨਾ ਜਦੋਂ ਐ, ਫਿਰ ਲੱਗਿਆ ਵੀ ਐ ਮਾਲਕ ਦੀ ਕਿਰਪਾ ਨਾਲ, ਵੀ ਯਕੀਨ ਨਹੀਂ ਹੋਇਆ ਯਾਰ। ਜਿਵੇਂ ਕ੍ਰਿਕਟ ਵਾਲੇ ਨਹੀਂ ਹੁੰਦੇ, ਕ੍ਰਿਕਟ ਵਾਲਾ ਕਹਿੰਦੇ ਵੀ ਵੀਜ਼ਾ ਲੱਗ ਜਾਂਦਾ, ਵੀ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ, ਉਹਦੇ ਪਾਸਪੋਰਟ ਜਾਂਦੇ ਆ। ਮੈਂ ਪਾਸਪੋਰਟ ਉੱਥੇ ਗੱਬਰ ਦੇ ਨਾ ਬ੍ਰਦਰ ਦਾ ਵਿਆਹ ਸੀ ਮੌਲੀ, ਤੇ ਮੈਂ ਚੰਨਾ ਤੇ ਗੱਬਰ ਤਿੰਨੇ ਉੱਥੇ ਵਿਆਹ 'ਚ ਤਾਂ ਹੈਗੀ ਸਾਰੀ DAV ਕਲੱਬ ਦੀ, ਹਨਾ।
ਉੱਥੇ ਅਸੀਂ ਵਿਆਹ ਦੇ ਉੱਥੋਂ ਫੋਨ ਆਇਆ ਹਨਾ ਵੀ ਉੱਥੇ ਪਾਸਪੋਰਟ ਲੈ ਕੇ ਆ ਜਿਓ ਵੀ ਅਸੀਂ ਇੱਥੇ ਸਰਹੰਦ ਉੱਥੇ ਮਿਲਾਂਗੇ ਤੁਹਾਨੂੰ ਪੰਪ ਤੇ ਉੱਥੇ ਸਾਨੂੰ ਪਾਸਪੋਰਟ ਫੜਾ ਦਿਓ ਤੇ ਜਿਹੜੀਆਂ ਫੋਟੋਆਂ ਬੜੀਆਂ ਮੋਟੀਆਂ ਉਹ ਅਸੀਂ ਫਾਈਲ ਬਣਾ ਕੇ ਉਹ ਇਨਫੋਰਮੇਸ਼ਨ ਜੀ ਜਿਹੜੀ ਹੁੰਦੀ ਆ ਵੀ ਆਪਣੇ ਹਾਂ ਕੋਲ, ਉੱਥੇ ਆਣਗੇ। ਚੱਲ ਉੱਥੇ ਜਦੋਂ ਸਾਨੂੰ ਕਿਹਾ ਉਹਨਾਂ ਨੇ ਫੋਨ ਆਇਆ ਕਹਿੰਦੇ ਵੀ ਲੈ ਕੇ ਜਾਓ ਪਾਸਪੋਰਟ ਦੇ ਕੇ ਜਾਓ, ਅਸੀਂ ਫੜਾਏ ਤੇ ਮੈਨੂੰ 2-3 ਦਿਨਾਂ ਬਾਅਦ ਹੀ ਮੈਨੂੰ ਲੱਗਦਾ 2-3 ਦਿਨਾਂ ਬਾਅਦ ਪਤਾ ਨਹੀਂ ਥੋੜੇ ਇੰਨੇ ਕੁ ਦਿਨਾਂ ਬਾਅਦ ਹੀ ਕਹਿੰਦੇ ਵੀ ਤੁਹਾਡਾ ਵੀਜ਼ਾ ਲੱਗ ਗਿਆ। ਅਸੀਂ ਨਾ ਵਿਆਹ 'ਚ ਨੱਚੀ ਜਾਂਦੇ ਮਤਲਬ ਕਿ ਘੋੜੀ ਸੀ ਇੱਕ ਦਿਨ ਮੁੰਡੇ ਦੇ ਉੱਥੇ ਪਿੰਡ, ਮੈਂ ਲਾਸ਼ੀ ਉਸਤਾਦ ਤੇ ਹੋਰ ਮੁੰਡੇ ਦੇ 2-3 ਤੇ ਜਦੋਂ ਮੈਨੂੰ ਐ ਪਤਾ ਲੱਗਿਆ ਵੀ ਕਹਿੰਦੇ ਤੇਰਾ ਵੀਜ਼ਾ ਲੱਗ ਗਿਆ ਮੇਰੇ ਤਾਂ ਪੈਰਾਂ ਥੱਲੇ ਫਿਰ ਹੋਰ ਨੱਚਣਾ ਨੱਚਣਾ ਨਹੀਂ ਮਤਲਬ ਬੰਦਲ ਗਿਆ। ਅੱਛਾ ਜੀ। ਮੈਂ ਉਸਤਾਦ ਨੂੰ ਕਿਹਾ ਮੈਂ ਉਸਤਾਦ ਹੋ ਰਿਹਾ, ਕਹਿੰਦਾ ਕੀ ਹੋ ਗਿਆ। ਮੈਂ ਉਹਨੂੰ ਲੈ ਕੇ ਨਾ ਪਰਲੇ ਪਾਸੇ ਪਹਿਲਾ ਵੀਜ਼ਾ ਸੀ ਨਾ ਇਸ ਕਰਕੇ ਉੱਥੇ ਰੌਲਾ ਬਹੁਤ ਪੈਂਦਾ ਸੀ, ਮੈਂ ਉਹਨੂੰ ਲੈ ਗਿਆ ਨਾਲ ਉਧਰ ਨੂੰ। ਮੈਂ ਕਿਹਾ ਵੀ ਚੱਲ ਉਧਰ ਨੂੰ ਚੱਲੀਏ ਆਪਾਂ ਤੇ ਉਹਨੂੰ ਮੈਂ ਕਮਰੇ 'ਚ ਲੈ ਜਾ ਕੇ ਨਾ ਮੈਂ ਉਸਤਾਦ ਕਹਿੰਦਾ ਹਾਂ ਮੈਂ ਕਿਹਾ ਕਹਿੰਦੇ ਵੀ ਤੇਰਾ ਵੀਜ਼ਾ ਲੱਗ ਗਿਆ। ਕਹਿੰਦਾ ਕੌਣ, ਕਹਿੰਦਾ ਉਹਨੇ ਪੁੱਛਿਆ ਮੈਂ ਦੱਸਤਾ ਸਾਰਾ ਵੀ ਐਂ ਕਰੂ ਤੂੰ ਕਹਿੰਦਾ ਰੌਲਾ ਨਾ ਪਾਈ ਕਿਸੇ ਨੂੰ ਹਲੇ, ਦੱਸੀ ਨਾ ਕਿਸੇ ਨੂੰ ਵੀ। ਸਾਨੂੰ ਕਿੱਥੇ ਵਿਆਹ ਚੰਗਾ ਲੱਗਦਾ ਸੀ ਫਿਰ ਅਸੀਂ ਕਿ ਮੈਂ ਇੱਕ ਮੁੰਡਾ ਦਰਸ਼ਨ ਸੀ ਸਾਡਾ ਇੱਕ ਲਾਸ਼ੀ ਉਸਤਾਦ, ਅਸੀਂ ਘਰੇ ਵਗ ਗਏ। ਘਰੇ ਗਏ ਤਾਂ ਘਰੇ ਅਸੀਂ ਇੱਕ ਬੈਠ ਕੇ ਸੀ ਹਨਾ ਮਾਤਾ ਸਾਡੀ ਕੋਲੇ ਆ ਕੇ ਬਹਿ ਜਾਂਦੀ ਫਿਰ ਤੇ ਉਧਰੋਂ ਫੋਨ ਆਈ ਜਾਣ ਸਾਡੇ ਜਿਹੜੇ ਉੱਥੇ ਡੀਏਵੀ ਕਾਲਜ ਦੇ ਉਹਨਾਂ ਨੇ ਹੁਣ ਪੈਗ ਪੁੱਗ ਲਾ ਲਿਆ ਉਹਨਾਂ ਨੇ ਜਿਹੜੇ ਦੂਜੇ ਮੁੰਡੇ ਉਹ ਕਹਿੰਦੇ ਮੈਨੂੰ ਵਿੱਚੇ ਗਾਲਾਂ ਕੱਢੀ ਜਾਣਾ ਵੀ ਅਸੀਂ ਤੇਰੇ ਉਹਦੀ ਵੀਜ਼ੇ ਦੀ ਖੁਸ਼ੀ ਮਨਾ ਰਹੇ ਹਾਂ, ਤੁਹਾਡੀ ਮਸਾਂ ਲੱਗਿਆ ਤੁਹਾਡਾ ਵੀਜ਼ਾ ਹਨਾ ਵੀ ਤੂੰ ਕਿੱਥੇ ਆਇਆ ਵਾ ਵਿੱਚ। ਮੈਨੂੰ ਮਾਤਾ ਕਹਿੰਦੀ ਵੀ ਕਹਿੰਦੀ ਇਹ ਗਾਲਾਂ ਕਾਹਤੋਂ ਕੱਢਦਾ। ਮੈਂ ਬੀਬੀ ਉੱਥੇ ਵਿਆਹ ਦੇਖਦੇ ਮੈਂ ਕਿਹਾ ਦਾਰੂ ਪੀ ਫਿਰਦੇ ਆ, ਮੈਂ ਕਿਹਾ ਕੱਢੀ ਜਾਂਦੇ ਆ। ਮਾਤਾ ਨੂੰ ਵੀ ਨਹੀਂ ਅਸੀਂ ਦੱਸਿਆ। ਅੱਛਾ ਜੀ। ਤੇ ਮੈਂ ਕਿਹਾ ਉਸਤਾਦ ਨੂੰ ਫਿਰ ਉੱਥੇ ਉਦੋਂ ਨਾ ਮਤਲਬ ਇਹਨਾਂ ਨੇ ਇਹ ਕਿਹਾ ਸੀ ਵੀ ਟਿਕਟ ਤੁਸੀਂ ਆਪਦੀ ਲਾਏ ਪਹਿਲਾਂ ਤੇ ਉਦੋਂ ਪੈਸਾ ਕਿਹੜਾ ਹੈਗਾ ਸੀ ਸਾਡੇ ਕੋਲੇ ਹਨਾ। ਚਲੋ ਮੈਂ ਕੁਛ ਉਸਤਾਦ ਨੂੰ ਕਿਹਾ ਕਿਸੇ ਹੋਰ ਬੰਦੇ ਨੂੰ ਕਿਹਾ ਮੈਂ ਪੈਸੇ ਚੱਲ ਅੱਛੀ ਚਲੋ ਪੈਸੇ ਲਿਜਾ ਕੇ ਅਸੀਂ ਮੈਂ ਇਕੱਠੇ ਕਰਕੇ ਟਿਕਟ ਬਸ ਹਾਂ ਮੈਂ ਵਗ ਗਿਆ। ਮੇਰਾ ਮੁੰਡਾ ਗੋਲਡੀ ਹੈ ਮਿੱਤਰ ਸਾਡਾ, ਅੱਜ ਵਿਚਾਰਾ ਉਹ ਵੀ ਨਹੀਂ ਇਸ ਦੁਨੀਆ 'ਚ ਰਿਹਾ। ਉਹ ਵੀ ਮੇਰਾ ਭਰਾ ਸੀ, ਮਤਲਬ ਕਿ ਪਰਿਵਾਰ ਨਾਲ ਮੇਰਾ ਅੱਜ ਵੀ ਬਹੁਤ ਪਿਆਰ ਉਹਨਾਂ ਨਾਲ। ਤੇ ਮੈਨੂੰ ਕਿਹਾ ਮਾਂ ਗੋਲਡੀ ਕੱਲ ਕੇ ਜਾ ਕੇ ਨਾ ਮੈਂ ਚੱਲ ਚੱਲੀਏ। ਕਹਿੰਦਾ ਚੱਲ, ਉਹਦੇ ਕੋਲ ਸਫਾਰੀ ਗੱਡੀ, ਅਸੀਂ ਦੋਨੇ ਚਲੇ ਗਏ। ਤੇ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਕਹਿੰਦੇ ਵੀ ਚਲੋ ਉਹ ਕਰਾਓ ਟਿਕਟ ਤੇ ਪੈਸੇ। ਮਾਂ ਜੀ ਮੈਨੂੰ ਐ ਕਰੋ, ਮੈਨੂੰ ਦਿਖਾਤਾ ਦਿਓ ਵੀਜ਼ਾ। ਠੀਕ ਲੱਗਿਆ ਹੋਇਆ ਕਿਤੇ ਮੇਰੇ ਟਿਕਟ ਵਾਲੇ ਵੀ ਜਾਣ। ਮੈਂ ਕਿਹਾ ਮੈਨੂੰ ਇਹ ਤਾਂ ਦਿਖਾਓ ਹਨਾ। ਕਹਿੰਦੇ ਕਿਉਂ ਕੀ ਗੱਲ ਆ। ਮੈਂ ਕਿਹਾ ਮੈਂ ਹਲੇ ਪਿੰਡ ਤੋਂ ਨਹੀਂ ਦੱਸਿਆ ਮੈਂ ਹਾਲੇ ਤੱਕ, ਮੈਨੂੰ ਮੈਂ ਕਿਹਾ ਉਹ ਦੋ ਪਹਿਲਾਂ। ਹਾਂ ਜੀ। ਕਹਿੰਦੇ ਵੀ ਆ ਲੈ ਭਾਈ ਬਈ ਨਾਲ ਹੀ ਖਾ ਲਈਏ। ਹੋਰ ਬਾਈ ਕੋਈ ਚੱਕਰ ਨਹੀਂ, ਆਪਾਂ ਨੂੰ ਕੀ ਕਰਨਾ। ਅੱਛਾ ਬਾਈ, ਮਤਲਬ ਕਿ ਉਹਨੂੰ ਕਿਹਾ ਮੈਂ ਹਨਾ ਵੀ ਯਾਰ ਉਹ ਵੀ ਦੇ ਦੇ ਨੈਪਕਿਨ ਜਿਹੇ ਹੈਗੇ ਨੇ। ਹਾਂ ਉੱਥੇ ਗੱਡੀ 'ਚ ਪਏ ਹੋਣਗੇ ਯਾਰ, ਟਿਸ਼ੂ ਪੇਪਰ ਚੱਕ ਲਿਓ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਧੰਨਵਾਦ। ਗੱਲ ਹੀ ਬਣ ਗਈ, ਜਿਹਨੂੰ ਕਹਿੰਦੇ ਗੱਲ ਹੀ ਬਣ ਗਈ, ਉਹ ਹੋ ਗਿਆ ਕੰਮ। ਤੇ ਬਈ ਮੈਂ ਉਹਨੂੰ ਕਿਹਾ ਮੈਂ ਯਾਰ ਮੈਨੂੰ ਦਿਖਾਓ ਪਾਸਪੋਰਟ ਪਹਿਲਾਂ। ਉਹ ਕਹਿੰਦੇ ਦਿਖਾ ਦਿੰਦੇ ਯਾਰ ਵੀ ਪਾਸਪੋਰਟ ਉੱਥੇ ਹੀ ਪੈਣਾ, ਉੱਥੇ ਮਿਲਣਗੇ। ਸਾਰਾ ਫੇਰ ਡਰ ਜਾ ਲੱਗਣ ਲੱਗ ਗਿਆ ਵੀ ਇਹਦਾ ਕਹਿੰਦੇ ਵੀ ਯਾਰ ਉੱਥੇ ਦਿਖਾਵੇਂ। ਮੈਂ ਜੀ ਨਾ ਮੇਰਾ ਫੋਟੋ ਕਾਪੀ ਦਿਖਾਓ। ਫਿਰ ਇਹਨਾਂ ਨੇ ਮੈਨੂੰ ਫੋਟੋ ਕਾਪੀ ਦਿਖਾਈ। ਫਿਰ ਮੈਂ ਪਿੰਡ ਫੋਨ ਕਰਿਆ ਵੀ ਭਾਈ ਲੱਗ ਚੁੱਕਿਆ, ਵੀ ਭਾਈ ਵੀਜ਼ਾ ਲੱਗ ਗਿਆ। ਫਿਰ ਉਹਨਾਂ ਨੇ ਸਾਰਿਆਂ ਨੂੰ ਦੱਸਤਾ। ਪਹਿਲਾਂ ਵਾਲੀਆਂ 6 ਰਿਜੈਕਸ਼ਨਾਂ ਇਹ ਕਹਿ ਰਹੀਆਂ ਹੋਣਗੀਆਂ ਨਾ ਵੀ ਕਿੱਥੋਂ ਲੱਗਣਾ ਹੈ। ਕੋਈ ਕਈ ਵਾਰੀ ਕਹਿੰਦੇ ਯਾਰ ਵੀ ਹਾਂ ਕਿ ਜਾਊਗਾ ਗਲਦਾਰੀ ਬਾਹਰ, ਹੈ ਕਿ ਜਾਊਗਾ ਬਾਹਰ। ਔਰ ਬਸ ਉਹੀ ਗੱਲ ਫਿਰ ਡਰ ਕਿਤੇ ਨਾ ਕਿਤੇ ਲੱਗਦਾ ਕਿਉਂਕਿ ਸੱਚਾ ਹੋਇਆ ਨਾ ਪਹਿਲਾਂ ਡਰ। ਉਹ ਬਿਲਕੁਲ। ਉਸ ਤੋਂ ਬਾਅਦ ਬਈ ਫਿਰ ਕਿਹੜੇ ਦੇਸ਼ਾਂ ਦਾ ਗੇੜਾ ਲੱਗਿਆ? ਫਿਰ ਤਾਂ ਬਈ ਪਰਮਾਤਮਾ ਨੇ ਇਹੀ ਜੀ ਮਾਂ ਫੜੀ ਨਾ, ਫਿਰ ਤਾਂ ਕੋਈ ਦੇਸ਼ ਹੀ ਨਹੀਂ ਛੱਡਿਆ। ਹਾਂ ਸਾਰਿਆਂ 'ਚ ਜਾਇਆ ਵਧੀਆ ਜਿਹੇ ਜਿਹੜੇ ਉਹਦੇ ਨਾਲ ਫਾਈਨੈਂਸ਼ੀਅਲੀ ਹਾਲਤ ਵੀ ਸੁਧਰਨੀ ਸ਼ੁਰੂ ਹੋ ਗਈ ਹੋਊਗੀ ਨਾ, ਥੋੜਾ ਬਹੁਤ ਤਾਂ ਹੈਲਪ ਹੁੰਦੀ ਹੋਈ ਹੈ। ਜਦੋਂ ਮੈਂ ਨਿਊਜ਼ੀਲੈਂਡ ਖੇਡ ਕੇ ਆਇਆ, ਮੈਂ ਬੈਸਟ ਲੀਡਰ ਦੀ ਉੱਥੇ, ਮੈਨੂੰ 5 ਕਿਲੋ ਬਦਾਮ ਤੇ ਇੱਕ ਟੀਨ ਘਿਓ ਦਾ ਦਿੱਤਾ ਉਹਨਾਂ ਨੇ ਉੱਥੇ। ਹਾਂ ਅੱਛਾ ਜੀ। ਤੇ ਘਿਓ ਤਾਂ ਮੈਂ ਉੱਥੇ ਦੇ ਆਇਆ ਇਹਨਾਂ ਨੂੰ, ਬਦਾਮ ਮੈਂ ਲਿਆਏ। ਹਾਂ ਪੈਸੇ ਬਹੁਤ ਬਣੇ, ਮੈਂ ਤਾਂ $2500 ਲਿਆਏ ਉਦੋਂ। ਅੱਛਾ ਜੀ। ਹਾਂ ਮਾਰੀ ਇੰਨਾ ਖੁਸ਼ੀ ਦਾ ਮਾਹੌਲ ਦੇਖਾ ਪਿੰਡ ਦੇ ਵਿੱਚ, ਪੂਰੇ ਪਿੰਡ 'ਚ। ਕਿਉਂਕਿ ਸੰਗਰੂਰ ਜ਼ਿਲ੍ਹੇ ਮੈਂ ਇਕੱਲਾ ਗਿਆ ਜਦੋਂ ਬਾਹਰ। ਮਤਲਬ ਕਿ ਇੰਨਾ ਕੁ ਮਾਹੌਲ ਵਧੀਆ ਹੋਇਆ ਜੀ ਵੀ ਲੋਕਾਂ ਨੇ ਨਾ ਟਰਾਲੀ ਲੱਡੂਆਂ ਦੀ ਭਰ ਲਈ
ਵੰਡਣ ਲਈ। ਅੱਛਾ ਜੀ। ਸਾਰਾ ਪਿੰਡ ਹੀ ਬਾਹਰ ਨਿਕਲਿਆ ਜੀ। ਹਾਂ। ਇੰਨੀ ਖੁਸ਼ੀ ਮਨਾਈ ਹੂੰ ਜਦੋਂ ਗਏ ਆ। ਸਹੀ ਹੈ, ਮਤਲਬ ਵੀਜ਼ਿਆਂ ਤੋਂ ਸ਼ੁਰੂ ਹੋ ਗਈ ਉਹ ਚੀਜ਼। ਹਾਂ, ਬਸ ਗਰੋਥ ਕਹਿ ਲਈਏ ਜਿਹਨੂੰ। ਵੀਜ਼ਿਆਂ ਤੋਂ ਸਟਾਰਟ ਹੋ ਗਈ ਫਿਰ ਉਹ। ਫਿਰ ਇਹ ਟਾਈਮ ਆਇਆ, ਫਿਰ ਤਾਂ ਜਿਹੜੀ ਐਮਬੈਸੀ 'ਚ ਲਾ ਦਿਆ ਕਰੀਏ ਉਸੇ 'ਚ ਵੀਜ਼ਾ। ਸਾਰੇ ਦੇਸ਼ ਘੁੰਮੇ ਹੋਏ ਹਾਂ। ਸਾਰੇ ਦੇਸ਼ ਘੁੰਮੇ। 5 ਦੇ ਨਾਲੇ ਫਿਰ ਮੈਂ ਉੱਥੇ ਨਿਊਜ਼ੀਲੈਂਡ ਗਿਆ, 5 ਚ ਇੰਗਲੈਂਡ ਗਿਆ ਫਿਰ। ਹੁਣ ਮੈਂ ਇਹ ਗੱਲ ਕਹੂੰਗਾ ਵੀ ਦੇ ਤੁਹਾਨੂੰ, ਕੌੜੀ ਲੱਗੂ ਸਾਡੇ ਪਲੇਅਰਾਂ ਨੂੰ, ਪਰ ਪਲੇਅਰਾਂ ਨੂੰ ਕਿਸੇ ਨੂੰ ਚੰਗੀ ਵੀ ਲੱਗੂਗੀ ਵੀ ਗੱਲ ਸੱਚੀ ਆ। ਵੀ ਜੇਕਰ ਆਪਾਂ 10,000 ਕਮਾਉਂਦੇ ਆ, ਜੇ ਇਹਦੇ ਚੋਂ 5,000 ਵੀ ਆਪਾਂ ਸੇਵ ਕਰ ਲਈਏ ਨਾ, ਤਾਂ ਵੀ ਬਹੁਤ ਵੱਡੀ ਗੱਲ ਹੈ। ਉਹ ਆਪਣੇ ਕੰਮ ਆਊਗਾ। ਸਾਨੂੰ ਕਿਸੇ ਤੋਂ ਮੰਗਣ ਦੀ ਲੋੜ ਨਾ ਪਵੇ ਯਾਰ। ਸਾਨੂੰ ਦੇਖ ਦੁੱਖ ਵੀ ਹੁੰਦਾ ਯਾਰ ਜਦੋਂ ਅਸੀਂ ਕਿਸੇ ਪਲੇਅਰ ਬਾਰੇ ਤੋਂ ਸੱਟ ਲੱਗਦੀ ਹੈ, ਫਿਰ ਉਹਨੂੰ ਕਹਿੰਦੇ ਅਸੀਂ ਵੀ ਇਹ ਗਰੀਬ ਹੈ ਯਾਰ, ਹਨਾ ਵੀ ਸਾਨੂੰ ਪੈਸਿਆਂ ਦੀ ਸਪੋਰਟ ਕਰੋ। ਮੈਂ ਕਹਿੰਦਾ ਦੇਖੋ ਸਪੋਰਟ ਕਰਨੀ ਚਾਹੀਦੀ ਹੈ, ਪਰ ਸਾਡੇ ਕੋਲ ਵੀ ਇੰਨਾ ਕੁ ਹੋਣਾ ਚਾਹੀਦਾ। ਆਪ ਦੀ ਸਪੋਰਟ ਆਪ ਕਰਨ ਜੋਗੇ ਵੀ ਤਾਂ ਹੋਈਏ। ਕਿਉਂਕਿ ਲੋਕ ਸਾਨੂੰ ਕਹਿਣ ਵੀ ਨਹੀਂ ਯਾਰ ਤੁਹਾਡੀ ਸਪੋਰਟ ਕਰਦੇ ਆ ਅਸੀਂ। ਹਾਂ, ਆਪਾਂ ਨੂੰ ਲੋੜ ਨਾ ਪਵੇ ਕਹਿਣ ਦੀ। ਹਾਂ ਵੀ ਜੇ ਕਿਸੇ ਨੂੰ ਜਮੀ ਐ ਹੋ ਗਿਆ ਵੀ ਹਾਂ ਇਹਦੇ ਕੋਲ ਹੈ ਹੀ ਨਹੀਂ ਕੋਈ, ਪਹਿਲਾਂ ਹੀ ਇਹਦੇ ਸੱਟ ਲੱਗੀ, ਖੇਡਣ ਤੋਂ ਪਹਿਲਾਂ ਹੀ ਸੱਟ ਲੱਗੀ, ਉਹਦੀ ਹੈਲਪ ਕਰੋ, ਦੱਬ ਕੇ ਕਰਨੀ ਚਾਹੀਦੀ ਹੈ। ਉਹਦਾ ਕੋਈ ਕਸੂਰ ਨਹੀਂ। ਪਰ ਕਈ ਸਾਡੇ ਪਲੇਅਰ, ਮੈਂ ਦੇਖ ਨਾਂ ਨਹੀਂ ਲਊਂਗਾ, ਵੈਸੇ ਜੀ ਤਾਂ ਮੇਰਾ ਕਰਦਾ ਵੀ ਨਾ ਵੀ ਲਵਾਂ। ਕਈ ਪਲੇਅਰ ਉਹ ਪੂਰੇ ਲੈਵਲ ਤੇ ਪਹੁੰਚ ਕੇ ਬਹੁਤ ਪੈਸਾ ਕਮਾਇਆ, ਵਰਲਡ ਕੱਪ ਵੀ ਖੇਡੇ, ਬਾਅਦ ਤੋਂ ਉਹ ਨਸ਼ੇ 'ਚ ਪੈ ਗਏ ਹਨਾ। ਫਿਰ ਉਹ ਕਹਿਣ ਲੱਗੇ, ਫਿਰ ਮੀਡੀਆ ਮੂਹਰੇ ਆ ਗਏ ਯਾਰ ਉਹ ਵੀ ਸਾਡੀ ਹੈਲਪ ਕਰੋ ਜਾਂ ਐਂ ਕਰੋ। ਮੈਂ ਨਹੀਂ ਇਹਦੇ ਹੱਕ 'ਚ। ਜਿਹਨੂੰ ਤਾਂ ਮੌਕਾ ਹੀ ਨਹੀਂ ਮਿਲਿਆ ਉਹਦੀ ਕਰੋ। ਜਿਹਨੂੰ ਮੌਕਾ ਮਿਲ ਚੁੱਕਿਆ, ਉਹਨੇ ਸਾਰਾ ਕੁਝ ਕਮਾ ਕੇ ਉਹਨੇ ਗਵਾਤਾ, ਉਹ ਯਾਰ ਉਹਦਾ ਹੀ ਕੀ ਹੈਲਪ ਕਰਨ ਬਣਦਾ ਕੋਈ ਹੱਕ ਬਣਦਾ ਕੋਈ। ਫਿਰ ਇਹ 'ਚ ਸਾਡੀ ਬੇਇੱਜ਼ਤੀ ਆ ਕਬੱਡੀ ਵਾਲਿਆਂ ਦੀ। ਸਾਨੂੰ ਸ਼ਰਮ ਮਹਿਸੂਸ ਹੁੰਦੀ ਵੀ ਨਹੀਂ ਯਾਰ ਇਹ ਕੀ ਕਰਨ ਲੱਗ ਰਹੇ ਯਾਰ। ਬਿਲਕੁਲ ਸਹੀ ਗੱਲ। ਬਈ ਜਿਹੜਾ ਜਿਵੇਂ ਬਾਈ ਬਿੱਟੂ ਦਗਾਲ ਦੀ ਮੈਂ ਥੋੜੀ ਸੁਣਨਾ ਗਾ, ਕਿਉਂਕਿ ਤੁਹਾਡੇ ਤਾਂ ਪਹਿਲਾਂ ਤਾਂ ਤੁਸੀਂ ਬਹੁਤ ਨੇੜੇ ਦੇ ਬੰਦੇ ਰਹੇ ਹੋ। ਉਹ ਕਿਵੇਂ ਕਬੱਡੀ 'ਚ ਤੁਹਾਡੇ ਨਾਲ ਵਿਚਰੇ, ਜਾਂ ਉਹ ਤੁਹਾਨੂੰ ਉਸਤਾਦ ਦੀ ਤਰ੍ਹਾਂ ਮਤਲਬ ਫੀਲ ਕਰਦੇ ਸੀ, ਜਾਂ ਮਤਲਬ ਦੋਸਤ ਦੀ ਤਰ੍ਹਾਂ? ਬਿੱਟੂ ਦਗਾਲ ਉਹ ਮੈਨੂੰ ਆਪਦਾ ਦੋਸਤ ਵੀ ਮੰਨਦਾ ਸੀ, ਉਸਤਾਦ ਵੀ ਮੰਨਦਾ ਸੀ, ਮੈਨੂੰ ਪਿਓ ਤੱਕ ਮੰਨਦਾ ਸੀ ਯਾਰ ਉਹ ਬੰਦਾ। ਅੱਜ ਚਲਿਆ ਗਿਆ, ਨਹੀਂ ਰਿਹਾ ਇਸ ਦੁਨੀਆ 'ਚ, ਪਰ ਉਹ ਬੰਦੇ ਨੇ ਮੇਰੀ ਗੱਲ ਨਹੀਂ ਕਦੇ ਮੋੜੀ। ਮਤਲਬ ਦੁੱਖ ਵੀ ਬਹੁਤ ਆ ਉਸ ਬੰਦੇ ਦਾ ਸਾਨੂੰ, ਕਿਉਂਕਿ ਮੇਰੇ ਤੋਂ ਗਾਲ ਹੀ ਨਿਕਲਦੇ ਜਦੋਂ ਹੁਣ ਕਦੇ ਉਹ ਫੋਟੋ, ਕਿਉਂਕਿ ਹਰ ਟਾਈਮ ਉਹ ਅੱਖਾਂ ਮੁਰੇ ਰਹਿੰਦਾ, ਫਿਰ ਮੀਡੀਆ 'ਚ ਹਰ ਟਾਈਮ ਰਹਿੰਦਾ, ਉਦੋਂ ਮਨ 'ਚੋਂ ਨਿਕਲਦੇ ਵੀ ਯਾਰ ਬਹੁਤ ਛੇਤੀ ਚਲੇ ਗਿਆ, ਧੋਖਾ ਕਰ ਗਿਆ ਯਾਰ, ਵੀ ਤੇਰਾ ਚਾਹਣ ਦਾ ਟਾਈਮ ਨਹੀਂ ਸੀ। ਕਿਉਂਕਿ ਮੈਨੂੰ ਵੀ ਬਹੁਤ ਉਹਦਾ ਮਤਲਬ ਉਹ ਮਿਲਦਾ ਸੀ, ਬਲ ਮਿਲਦਾ ਸੀ। ਹਾਂ, ਸਹਾਰਾ ਸੀ ਇੱਕ ਤਰ੍ਹਾਂ ਨਾਲ, ਹੈਲਪ ਇੱਕ ਬਾਹ ਹੁੰਦੀ ਹੈ ਜਿਵੇਂ। ਹਾਂ, ਮੈਂ ਜੇ ਕਿਸੇ ਅਫਸਰ ਕੋਲ ਖੜਾ ਨਾ, ਜੇ ਕੋਈ ਜਿਵੇਂ ਕਹਿੰਦੇ ਜਿਹਨੂੰ ਕਹਿੰਦੇ ਵੀ ਹਾਂ ਕੋਈ ਵਗ ਜਾਂਦਾ ਬਰਾਨ ਨਹੀਂ ਆਉਂਦਾ ਜੀ, ਜਦੋਂ ਮੈਂ ਮਾੜਾ ਵਗ ਜਾਂਦਾ ਉਹਨੂੰ ਦੇਖਦਾ ਨਹੀਂ ਆ ਗਿਆ, ਅਫਸਰ ਨੂੰ ਵੀ ਕਹਿੰਦਾ ਵੀ ਨਹੀਂ ਹੁਣ ਇਹਦੇ ਉੱਪਰ ਕੋਈ ਨਹੀਂ, ਮੈਂ ਚੱਲਿਆ ਜੀ ਬਸ। ਚਾਹੇ ਕੋਈ ਡੀਸੀ ਹੈ, ਚਾਹੇ ਕੋਈ ਐਸਡੀਐਮ ਹੈ, ਜਾਂ ਕੁਛ ਮਰਜ਼ੀ, ਛੱਡ ਕੇ ਆ ਜਾਂਦਾ ਵੀ ਨਾ ਉਹ ਆ ਗਿਆ ਹੁਣ ਗਾਲਾਂ ਕੱਢੂਗਾ। ਇੰਨਾ ਡਰ ਮੰਨਦਾ ਸੀ ਮੈਨੂੰ, ਐਡਾ ਤਕੜਾ ਪਲੇਅਰ ਹੋ ਕੇ। ਤੇ ਜਦੋਂ ਨਾ ਅਸੀਂ ਮੈਨੂੰ ਲੈ ਕੇ ਗਿਆ ਸਰ ਬੱਲਰੇ ਪਿੰਡ ਟੂਰਨਾਮੈਂਟ ਸੀ ਬਈ ਆਪਣੇ, ਮੈਂ ਬਠਿੰਡੇ ਤੋਂ ਸਿੱਧਾ। ਜਦੋਂ ਤੁਸੀਂ ਪਹਿਲੀ ਵਾਰ ਉਹਨੂੰ ਮਤਲਬ ਇਹ ਕਹਿ ਲਓ ਵੀ ਇਹ ਕਹਿੰਦਾ ਵੀ ਬਿੱਟੂ ਦੀ ਚੋਣ ਕਰੀ ਵੀ ਇਹਨੂੰ ਖੜਾਈਏ ਕਿਤੇ ਜਾਂ ਕੁਝ ਹੋਰ, ਇਸ ਤਰ੍ਹਾਂ ਹੀ ਨਾ? ਅੱਛਾ ਬਈ। ਉਹਨੂੰ ਮੇਰੇ 3-4 ਜੱਫੇ ਲਾਏ ਇਕੱਠੇ, 12 ਕਿਲੋ 'ਚ, ਤੇ ਮੈਨੂੰ ਲੱਗਿਆ ਮਾਹਿਰ ਮੁੰਡਾ ਬਣਨ ਵਾਲਾ। ਤੇ ਉੱਥੋਂ ਮੈਂ ਚੱਕਿਆ ਵੀ ਚੱਲ ਭਾਈ ਲੈ ਕੇ ਚੱਲੀਏ। ਉਹ ਵੀ ਕਿਸਮਤ ਇਹੀ ਨਿਕਲੀ, ਪਹਿਲੇ ਸਾਲੀ ਬਾਅਦ ਭੱਜ ਗਈ। ਅੱਛਾ ਜੀ। ਦੇਖੋ ਹੋਰ ਸਾਡੇ ਪਲੇਅਰ ਬਹੁਤ ਸੀ, ਪਰ ਮੈਂ ਜਦੋਂ ਪਹਿਲੀ ਵਾਰ ਰਿਹਾ ਨਾ, ਸ਼ਾਇਦ ਮੇਰਾ ਵੀਜ਼ਾ ਲੱਗ ਜਾਂਦਾ ਉਦੋਂ, ਪਹਿਲਾਂ 99 ਚ, ਪਤਾ ਨਹੀਂ 2000 ਚ, ਪਰ ਮੇਰੇ ਕੋਲ ਪਾਸਪੋਰਟ ਨਹੀਂ ਸੀ। ਅੱਛਾ ਜੀ। ਉਹ ਵੀ ਬਾਹਰ ਬਣਾਇਆ। ਜਦੋਂ ਬਿੱਟੂ ਤਗੜਾ ਖੇਡਿਆ, ਲੱਗੇ ਲੋਕਾਂ ਨਾਲ ਕਰਨ, ਹੁਣ ਪਤਾ ਹੀ ਸਾਨੂੰ। ਮੈਂ ਬਿੱਟੂ ਨੂੰ ਕਿਹਾ, ਮੈਂ ਜਾ ਪਿੰਡ ਪਹਿਲਾਂ ਪਾਸਪੋਰਟ ਅਪਲਾਈ ਕਰ। ਮੈਂ ਹੀ ਰਹਿ ਗਿਆ ਜੀ। ਪਹਿਲੇ ਨੂੰ ਤਾਂ ਬਣ ਗਿਆ ਸੀ ਉਹਨਾਂ ਦਾ, ਪਹਿਲੇ ਖੇਡਣ ਤੋਂ। ਫਿਰ ਉਹਨੂੰ ਬਣਵਾਇਆ, ਪਾਸਪੋਰਟ ਬਣਵਾਇਆ ਕਹਿ ਕੇ ਜੀ ਬਣਾ ਲਾ, ਤੇਰਾ ਬਣੂਗਾ ਕੋਈ ਨਾ ਕੋਈ। ਚਲੋ ਉਹਦਾ ਕਿਸਮਤ ਪਹਿਲੇ ਸਾਰੀ ਵਾਰ ਹੋ ਗਿਆ। ਤੁਸੀਂ ਬਈ ਜਿਹੜਾ ਵਰਲਡ ਕੱਪ 'ਚ ਤੁਸੀਂ ਖੇਡੇ, ਉਦੋਂ ਨਾਲ ਬਿੱਟੂ ਦਗਾਲ ਵੀ ਤੁਹਾਡੇ ਨਾਲ ਹੀ ਸੀ ਨਾ? ਹਾਂ, ਬਿੱਟੂ ਟੀਮ 'ਚ ਇਕੱਠੀ, ਮੈਂ ਬਿੱਟੂ ਦੋਨੇ ਇੱਕ ਰੂਮ 'ਚ ਹੀ ਰਹੇ ਸੀ। ਮੈਂ ਤੇ ਬਿੱਟੂ ਤਕਰੀਬਨ ਜਿੱਥੇ ਅਸੀਂ ਜਾਂਦੇ ਇੱਕ ਰੂਮ 'ਚ ਹੀ ਰਹਿੰਦੇ ਮਰ ਗਏ। ਮਰੀ ਸਾਡੇ ਮੇਰੀ ਹਰੇਕ ਗੱਲ ਉਹ ਮੰਨਦਾ ਸੀ, ਹਰੇਕ ਗੱਲ ਮੇਰੇ ਨਾਲ ਸ਼ੇਅਰ ਕਰਦਾ ਸੀ।
ਬਈ ਕੋਈ ਜਿਵੇਂ ਬਾਈ ਬਿੱਟੂ ਦੇ ਜਾਣ ਦਾ ਜਿਹੜਾ ਕਾਰਨ ਹੈ ਉਹ ਚ ਕੋਈ ਉਹਨਾਂ ਦਾ ਬੋਝ ਵੀ ਸੀ, ਕੋਈ ਕਿਸੇ ਕਿਸਮ ਦਾ ਉਹਨਾਂ ਤੇ ਕੋਈ ਕਿਸੇ ਗੱਲ ਨੂੰ ਲੈ ਕੇ ਵੀ ਬਿੱਟੂ ਇਹ ਸੋਚਦਾ ਹੋਵੇ ਵੀ ਕੋਈ ਜਿਵੇਂ ਕਹਿੰਦੇ ਆਪਾਂ ਪ੍ਰੈਸ਼ਰ ਨਹੀਂ ਲੈ ਜਾਂਦੇ ਕਿਸੇ ਚੀਜ਼ ਦਾ, ਇਸ ਤਰ੍ਹਾਂ ਕੋਈ ਗੱਲ ਸੀ? ਕਿਉਂਕਿ ਨਹੀਂ ਦੇਖੋ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ। ਬਾਕੀ ਮੇਰੀ ਗੱਲ ਸੁਣੋ, ਲੋਕ ਬਥੇਰੇ ਕਹਿੰਦੇ ਵੀ ਉਹ ਕੁਛ ਇਹ ਕਰਦਾ ਸੀ, ਉਹ ਕੋਈ ਕਰਦਾ ਸੀ। ਦੇਖੋ ਇਹ ਜਿਹੜਾ ਬ੍ਰੇਨ ਹੈਮਰੇਜ ਹੋਇਆ ਉਹਨਾਂ ਨੂੰ ਨਾ, ਇਹ ਕਿਸੇ ਨੂੰ ਵੀ ਹੋ ਸਕਦਾ, ਕਿਉਂਕਿ ਉਹਦਾ ਸਿਰ ਪਹਿਲਾਂ ਵੀ ਬਹੁਤ ਦੁਖਦਾ ਹੁੰਦਾ ਸੀ। ਮੈਨੂੰ ਬਾਈ ਕਹਿੰਦਾ ਬਾਈ ਯਾਰ ਸਿਰ ਮੇਰਾ ਦੁਖਦਾ ਹੈ, ਉਹਨੇ ਚੱਕ ਕੇ ਪਰਨਾ ਜਾ ਐ ਕਰਕੇ ਐ ਲਵੇਟ ਲੈਣਾ, ਘੁੱਟ ਕੇ ਬੰਨ ਲੈਣਾ। ਸਾਨੂੰ ਐ ਮਾਂ ਯਾਰ ਉਹੀ ਕਈ ਤੱਕ ਕਰਦਾ ਰਹਿੰਦਾ, ਮਾੜਾ ਚਲ ਮੋੜਾ ਮੋਟਾ ਦੁਖਦਾ ਹੋਣਾ। ਬਹੁਤ ਵਾਰੀ ਗਿਆ ਪਹਿਲੇ, ਕਿਉਂਕਿ ਉਹਨੂੰ ਨਾ ਤਾਂ ਇੰਨਾ ਪਤਾ ਹੀ ਯਾਰ ਵੀ ਹਾਂ, ਇਹ ਤਾਂ ਬਾਅਦ ਚ ਪਤਾ ਲੱਗਿਆ ਵੀ ਹਾਂ ਬੀਪੀ ਵੱਧਦਾ ਹੁੰਦਾ। ਉਦੋਂ ਬੀਪੀ ਚੈੱਕ ਕਰਾਉਣ ਲੱਗੇ, ਨਹੀਂ ਪਹਿਲਾਂ ਕਿਹੜਾ ਪਤਾ ਹੁੰਦਾ ਸੀ, ਪਤਾ ਹੀ ਨਹੀਂ ਲੱਗਦਾ ਪਹਿਲਾਂ। ਮਤਲਬ ਉਹ ਸੀਗਾ ਮਤਲਬ ਇੱਕ ਪਹਿਲਾਂ ਤੋਂ ਹੀ ਸੀ ਕਾਫੀ ਟਾਈਮ ਤੋਂ ਹਨਾ? ਖਾ ਪੀ ਟਾਈਮ ਤੋਂ ਹੈਗਾ ਸੀ ਪਹਿਲਾਂ ਦਾ। ਅੱਛਾ ਬਈ, ਜਿਹੜਾ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਹੁਣ ਪੁੱਛ ਰਿਹਾ, ਹੁਣ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਬਹੁਤ ਸਾਰੇ ਹੋਰ ਇੱਕ ਜੇ ਮੈਂ ਬਾਈ ਗੁਰਲਾਲ ਦੀ ਗੱਲ ਕਰਨੀ ਚਾਹੂੰਗਾ, ਉਹ ਵੀ ਹੁਣ ਤੁਹਾਡੇ ਵਾਲੀ ਫੀਲਡ 'ਚ ਹੀ ਨੇ। ਉਹਨਾਂ ਦੀ ਪਾਰਟੀ ਕੋਈ ਹੋਰ ਹੈ, ਤੁਹਾਡੀ ਕੋਈ ਹੋਰ ਹੈ। ਫਿਰ ਇਸ ਸਮੇਂ 'ਚ ਕੀ ਸੋਚਦੇ ਹੋ ਵੀ ਤੁਹਾਨੂੰ ਤੁਸੀਂ ਇਹ ਕਹੋਗੇ ਕਿ ਵੀ ਉੱਥੇ ਉਹਨਾਂ ਨੂੰ ਵੋਟ ਪਵੇ? ਨਹੀਂ, ਦੇਖੋ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਪ੍ਰਦੀਪ, ਕਿਉਂਕਿ ਦੇਖੋ ਜਦੋਂ ਪਾਰਟੀ ਦਾ ਮਸਲਾ ਆਉਂਦਾ ਨਾ ਫਿਰ ਬਹੁਤ ਔਖਾ ਹੋ ਜਾਂਦਾ ਹੈ ਨਾ, ਕਿਉਂਕਿ ਇਹ ਜ਼ਰੂਰੀ ਹੈ। ਦੇਖੋ ਜਿਸ ਦਾ ਖਾਈਏ ਉਦੋਂ ਉਸ ਦੇ ਹੀ ਗੁਣ ਗਾਈਏ, ਹੈ ਨਾ। ਇਹ ਜਿਹੜਾ ਟਿਕਟ ਮਿਲਣ ਵਾਲਾ ਸਿਸਟਮ ਹੈ, ਇਹ ਕਿਵੇਂ ਹਾਂ ਤੁਹਾਨੂੰ ਕਿਵੇਂ ਮਤਲਬ ਗੱਲ ਹੋਈ, ਕਿਵੇਂ ਮਤਲਬ ਪਾਰਟੀ ਨੇ ਚੂਜ਼ ਕਿਵੇਂ ਕੀਤਾ ਤੁਹਾਨੂੰ, ਕਿਸ ਆਧਾਰ ਤੇ, ਕਿਵੇਂ ਕੀ ਗੱਲਬਾਤ? ਇਹ ਨਾ ਜਦੋਂ ਗੱਲ ਚੱਲੀ ਕਹਿੰਦੇ ਵੀ ਕਬੱਡੀ ਵਾਲਿਆਂ ਨੂੰ ਟਿਕਟ ਦੇਣੀ ਹੈ ਨਾ, ਤੇ ਕਬੱਡੀ 'ਚ ਮੈਨੂੰ ਲੱਗਦਾ ਮੇਰੇ ਜਿੰਨਾ ਨਾਂ, ਜਿਹੜਾ ਮੇਰੇ ਤੋਂ ਵੱਡੇ ਪਲੇਅਰ ਬਹੁਤ ਹੋਇਆ, ਪਰ ਜਿਹੜਾ ਵਰਲਡ ਕੱਪ 'ਚ ਮੇਰਾ ਨਾਂ ਬਣਿਆ ਨਾ, ਮੇਰਾ ਤੇ ਮੰਗੀ ਦਾ, ਉਹ ਕਿਸੇ ਦਾ ਨਾਂ ਨਹੀਂ ਬਣਿਆ ਪਹਿਲੇ ਵਰਲਡ ਕੱਪ 'ਚ ਖਾਸ ਕਰਕੇ। ਦੇਖੋ ਬਾਦਲ ਸਾਹਿਬ ਨੇ, ਵੱਡੇ ਬਾਦਲ ਸਾਹਿਬ ਨੇ ਆਪ ਮੈਨੂੰ ਬੁਲਾਇਆ, ਕਿਉਂਕਿ ਉੱਥੇ ਬੋਲਿਆ ਸੀ ਵੀ ਇਹ ਗਊਸ਼ਾਲਾ 'ਚ ਸੇਵਾ ਕਰਦਾ ਹੈ, ਉੱਥੇ ਰਹਿੰਦਾ ਹੈ, ਰਹਿੰਦੇ ਵੀ ਰਹੇ ਆ, ਕੋਈ ਸ਼ੱਕ ਨਹੀਂ। ਬਾਦਲ ਸਾਹਿਬ ਨੇ ਸਪੈਸ਼ਲ ਸਾਡਾ ਨਾ ਲੰਚ ਕੀਤਾ, ਸਪੈਸ਼ਲ ਬੁਲਾਇਆ। ਉਹ ਕਹਿੰਦੇ ਵੀ ਉਹ ਕਿੱਥੇ ਆ ਮੁੰਡਾ ਗੁਲਜ਼ਾਰੀ, ਕਿੱਥੇ ਜਿਹੜਾ ਗਊਸ਼ਾਲਾ 'ਚ ਰਹਿੰਦਾ ਹੁੰਦਾ। ਫਿਰ ਸਾਡੇ ਨਾਲ ਲੰਚ ਕੀਤਾ ਉਹਨਾਂ ਨੇ, ਸਾਡੇ ਨਾਲ ਬਹਿ ਕੇ ਮੈਨੂੰ ਬੁਲਾਇਆ ਸਪੈਸ਼ਲ, ਕਹਿੰਦੇ ਵੀ ਗੁਲਜ਼ਾਰੀ ਕਿੱਥੇ ਰਹਿਣਾ? ਮੈਂ ਕਰਕੇ ਮੋਨ ਕਹੀ ਸਾਡੇ ਗਊਸ਼ਾਲਾ, ਮੈਂ ਉੱਥੇ ਬਹੁਤ ਰਹਿੰਦਾ ਰਿਹਾ। ਮੈਂ ਜਦੋਂ ਇੱਕ ਦਿਨ ਤਾਂ ਜੀ ਮੈਂ ਅਮਰੀਕਾ ਤੋਂ ਆਇਆ, ਮੈਂ ਵੀ ਉੱਥੇ ਰਿਹਾ, ਮੈਂ ਆ ਕੇ ਮੈਂ ਘਰੇ ਨਹੀਂ ਗਿਆ ਉਦੋਂ, 5-7 ਦਿਨ ਲਾ ਕੇ ਆਏ ਅਮਰੀਕਾ, ਤੇ ਮੈਂ ਕਿਹਾ ਵੀ ਉੱਥੇ ਹੀ ਰਹਿ ਗਿਆ ਸੀ ਮੈਂ, ਮਤਲਬ ਇੰਨਾ ਜ਼ਿਆਦਾ ਰਹਿੰਦੇ ਸੀ ਉੱਥੇ। ਤੇ ਘਰੇ ਤਾਂ ਉਦੋਂ ਮੈਂ ਆਉਂਦਾ ਸੀ ਵੀ ਚੱਲ ਕੱਪੜੇ ਕੁਪੜੇ ਧਵਾ ਕੇ ਲੈਣੇ, ਚੱਲ ਠੀਕ ਹੈ, ਨਹੀਂ ਤਾਂ ਜਾ ਕੇ ਬਾਹਰ ਜਾਣਾ, ਕੱਪੜੇ ਘਰੋਂ ਪਾਣੇ, ਜੀਨ ਜੂਨ ਜਾਂ ਕੋਈ ਹੋਰ, ਤਾਂ ਜਾਂਦਾ, ਨਹੀਂ ਤਾਂ ਮੈਂ ਜਾਂਦਾ ਹੀ ਨਹੀਂ ਘਰ ਸ਼ੀਸ਼ੇ ਦੀ। ਅੱਛਾ ਜੀ, ਉੱਥੇ ਹੀ ਫਿਰਦੇ ਰਹਿੰਦੇ, ਉੱਥੇ ਨਜ਼ਾਰਾ ਆਈ ਜਾਂਦਾ, ਚਲੋ ਜੀ ਸੇਵਾ ਕਰਦੇ ਰਹਿੰਦੇ। ਅੱਛਾ ਜੀ, ਫਿਰ ਉਹਨਾਂ ਨੇ ਚੋਣ ਕੀਤੀ ਤੁਹਾਡੀ ਵੀ ਤੁਹਾਨੂੰ ਟਿਕਟ ਦੇਣੀ ਹੈ ਪਿਛਲੀਆਂ ਚੋਣਾਂ? ਹਾਂ, ਉਦੋਂ ਚੋਣ ਵੇਲੇ, ਉਦੋਂ ਉਹਨਾਂ ਦੇ ਕੋਲ ਨਾਮ ਹੈਗਾ ਸੀ ਸਾਡਾ, ਫਿਰ ਉਹਨਾਂ ਨੇ ਦੇਖਿਆ ਵੀ ਕਬੱਡੀ ਨੂੰ ਬਹੁਤ ਦੇਖੋ ਉੱਚੇ ਚੱਕਿਆ ਉਹਨਾਂ ਨੇ, ਵਰਲਡ ਕੱਪ ਕਰਾਇਆ, ਠੀਕ ਹੈ, ਨੌਕਰੀਆਂ ਵੀ ਮਿਲੀਆਂ ਸਾਨੂੰ, ਤੇ ਉਸ ਤੋਂ ਬਾਅਦ ਏਸ਼ੀਆ ਵੀ ਹੋਈ ਹੈ ਜਿਹਦਾ ਮੈਂ ਕੈਪਟਨ ਵੀ ਰਿਹਾ ਇੰਡੀਆ ਟੀਮ ਦਾ, ਹੈ ਨਾ, ਉਹਦੀ ਗ੍ਰੈਡੇਸ਼ਨ ਵੀ ਹੋਈ ਹੈ। ਪਰ ਜਦੋਂ ਸਰਕਾਰ ਚੇਂਜ ਹੋ ਗਈ ਉਦੋਂ ਬਹੁਤ ਫਰਕ ਪਿਆ ਫਿਰ, ਜਾਂ ਕੁਛ ਇਹ ਲਾ ਲਓ ਜਿਹੜੇ ਸਾਡੇ ਨਾਲ ਹੁੰਦੇ ਕਈ ਵਾਰੀ ਆਗੂ ਹੁੰਦੇ ਆ, ਉਹਨਾਂ ਨੇ ਪੂਰੀ ਕੋਸ਼ਿਸ਼ ਨਹੀਂ ਕੀਤੀ ਵੀ ਕਬੱਡੀ ਨੂੰ ਹੋਰ ਲੈ ਕੇ ਜਾਈਏ। ਕਿਉਂਕਿ ਹੁਣ ਮੇਰੀ ਗੱਲ ਸੁਣੋ ਪ੍ਰਦੀਪ ਬਾਈ, ਅਸੀਂ ਬਹੁਤ ਸਾਲਾਂ ਤੋਂ ਖੇਡਦੇ ਆ ਰਹੇ ਹਾਂ, ਇੰਗਲੈਂਡ ਕੈਨੇਡਾ ਹੋਰ ਵੀ ਪਲੇਅਰ ਬਹੁਤ ਜਾਂਦੇ ਰਹੇ ਆ, ਕਿਸੇ ਨੇ ਕਬੱਡੀ ਦਾ ਨਹੀਂ ਸੋਚਿਆ, ਕਿਸੇ ਦਾ ਨਹੀਂ। ਹਰੇਕ ਕਹਿਦਾ ਜਾਂਦਾ, ਦੇਖੋ ਅੱਜ ਮੈਂ ਪਾਰਟੀ ਕਰਕੇ ਨਹੀਂ ਕਹਿੰਦਾ, ਪਾਰਟੀ ਵਾਲੇ ਤੋਂ ਉੱਪਰ ਉੱਠ ਕੇ ਕਹਿਣਾ, ਜਿਹਨੇ ਕੀਤਾ ਉਹਨੂੰ ਕਹਾਂਗੇ, ਠੀਕ ਹੈ ਨਾ। ਹਾਂ, ਇੱਕ ਵਾਰੀ ਕੈਪਟਨ ਸਾਹਿਬ ਨੇ ਪਹਿਲਾਂ ਕਰਾਇਆ ਜੀ ਇੰਡੋ ਪਾਕ, ਪਰ ਉਹਦਾ ਫਾਇਦਾ ਨਹੀਂ ਹੋਇਆ, ਨਾ ਤਾਂ ਨੌਕਰੀ ਮਿਲੀ, ਨਾ ਕੋਈ ਪੈਸਾ ਮਿਲਿਆ ਉਹ 'ਚ, ਇਕੱਲਾ ਬੈਗ ਤੇ ਕਿੱਟ ਦਾ ਸੀ, ਥੋੜੀ ਕਰਨਾ ਸੀ ਕੁਛ ਯਾਰ, ਹੈ ਨਾ। ਉੱਥੇ ਜਦ ਤਾਂ ਨੌਕਰੀ ਮਿਲਦੀ ਜਾਂ ਪੈਸਾ ਮਿਲਦਾ ਫਿਰ ਤਾਂ ਮੰਨਦੇ ਵੀ ਹਾਂ ਉਹਨਾਂ ਨੇ ਛੇੜਿਆ ਕੰਮ, ਪਰ ਜਿਹੜਾ ਕੰਮ ਇਹਨਾਂ ਨੇ ਕਬੱਡੀ ਲਈ ਕੀਤਾ ਨਾ, ਕੱਲਾ ਕਬੱਡੀ ਨਾਲ ਇੱਕ ਵੱਡੀ ਹਾਈਪ ਕ੍ਰੀਏਟ ਹੋਈ ਨਾ, ਕਬੱਡੀ ਇੱਕ ਮਤਲਬ ਮੈਂ ਇਹ ਦੇਖਿਆ ਵੀ ਉਸ ਤੋਂ ਬਾਅਦ ਬਈ ਅਸੀਂ ਉਦੋਂ ਕਬੱਡੀ 365 ਬਣਾਈ ਹਾਂ, ਉਸ ਵਰਲਡ ਕੱਪ ਤੋਂ ਕਹਿ ਲਓ 6 ਮਹੀਨੇ ਪਹਿਲਾਂ ਲਾ ਲਓ, ਸਾਲ ਪਹਿਲਾਂ, ਥੋੜਾ ਚਿਰ ਪਹਿਲਾਂ ਹੀ ਲਾ ਲਓ, ਹਾਂ ਉਹ ਮਤਲਬ, ਪਰ ਇੱਕ ਅਚਾਨਕ ਜਿਹੜਾ ਬੂਮ ਸੀ, ਤੁਸੀਂ ਇਹ ਦੇਖੋ ਵੀ ਜਿਵੇਂ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਵੀ ਕਬੱਡੀ ਪਹਿਲਾਂ ਪਿੰਡਾਂ ਵਾਲੇ ਤਾਂ ਬਹੁਤ ਦੇਖਦੇ ਸੀ, ਸ਼ਹਿਰਾਂ ਵਾਲੇ ਤਾਂ ਘੱਟ ਰੀਚ ਸੀ ਉਹਦੀ, ਉਦੋਂ ਉਹਦੀ ਰੀਚ ਵਧੀ ਹੈ, ਉਦੋਂ ਬਹੁਤ ਮਤਲਬ ਉਦੋਂ ਲੋਕਾਂ 'ਚ ਪਤਾ ਲੱਗਿਆ ਵੀ ਕਬੱਡੀ ਵੀ ਕੋਈ ਚੀਜ਼ ਹੈ। ਹਾਂ ਦੇਖੋ ਉਦੋਂ ਬਾਅਦ ਦੇਖੋ ਕੀਨੀਆ ਵਾਲੇ ਖੇਡਣ ਲੱਗੇ, ਈਰਾਨ ਵਾਲੇ ਦੇਖੋ ਕਿੱਡੀ ਵਧੀਆ ਟੀਮ ਹੋ ਗਈ, ਈਰਾਨ ਵਾਲੇ ਲੱਗੇ, ਸ਼੍ਰੀਲੰਕਾ ਵਾਲੇ ਲੱਗੇ, ਤੇ ਸਿਆਰਾ ਲਾਉਣ ਵਾਲੇ ਲੱਗੇ, ਮਤਲਬ ਬਹੁਤ ਦੇਸ਼ਾਂ ਦੇ ਵਿੱਚ ਕਬੱਡੀ ਖੇਡੀ ਗਈ, ਉਦੋਂ ਬਾਅਦ ਪ੍ਰਮੋਟ ਹੋਈ ਹੈ ਕਬੱਡੀ। ਦੇਖੋ ਜੇ ਕਬੱਡੀ ਸਾਰੇ ਦੇਸ਼ਾਂ 'ਚ ਖੇਡੀ ਜਾਊਗੀ ਤਾਂ ਉਹਨੂੰ ਮਾਨਤਾ ਪ੍ਰਾਪਤ ਮਿਲੂਗੀ, ਫਿਰ ਉਹ ਪਹਿਲਾਂ ਏਸ਼ੀਆ ਚੈਂਪੀਅਨਸ਼ਿਪ ਤੱਕ ਜਾਊਗੀ, ਫਿਰ ਏਸ਼ੀਅਨ ਗੇਮਸ ਤੱਕ ਜਾਊਗੀ, ਫਿਰ ਉਹ 올림픽 ਤੱਕ ਜਾਊਗੀ। ਤੁਸੀਂ ਭਾਈ ਆਪਣੀ ਪਾਰਟੀ ਨਾਲ ਇਹ ਗੱਲ ਕੀਤੀ ਹੈ ਵੀ ਜੇ
ਮਤਲਬ ਜੇ ਸਰਕਾਰ ਆਉਂਦੀ ਹੈ ਹਨਾ ਤਾਂ ਫਿਰ ਉਸ ਤੋਂ ਬਾਅਦ ਕਬੱਡੀ ਨੂੰ ਲੈ ਕੇ ਕੁਝ ਪਲਾਨਿੰਗ ਹੈ ਵੀ ਕੀ ਹਾਂ ਕਰਨਾ ਕਬੱਡੀ ਦਾ ਹੈਗਾ, ਕੀ- ਦੇਖੋ ਇਹ ਸੋਚਿਆ ਹੋਇਆ ਹੈ ਕਬੱਡੀ ਨੂੰ ਵੀ ਕਬੱਡੀ ਦਾ ਮਿਆਰ ਹੋਰ ਉੱਚਾ ਚੱਕਿਆ ਜਾਵੇ। ਵੈਸੇ ਤਾਂ ਹਰੇਕ ਮੈਂ ਕਹਿੰਦਾ ਵੀ ਹਰੇਕ ਗੇਮ ਦਾ ਮਿਆਰ ਉੱਚਾ ਹੋਣਾ ਚਾਹੀਦਾ ਯਾਰ, ਹਰੇਕ ਦੀ ਜਿਹੜੀ ਸਾਡੀ ਖਾਸ ਕਰਕੇ ਜਿਵੇਂ ਸਾਡੀ ਹਾਕੀ ਹੈ, ਫੁੱਟਬਾਲ ਹੈ, ਅੱਜ ਕੱਲ ਕੋਸਕੋ ਦੇ ਟੂਰਨਾਮੈਂਟ ਚੱਲਦੇ ਕ੍ਰਿਕਟ ਦੇ ਹਨਾ, ਇਹ ਚੀਜ਼ਾਂ ਜਿਹੜੀਆਂ ਸਾਡੀਆਂ ਪਿੰਡੂ ਖੇਡਾਂ ਨੇ ਜਿਨ੍ਹਾਂ ਦੇ ਖਰਚਾ ਘੱਟ ਹੁੰਦਾ ਹੈ, ਉਹ ਖੇਡਾਂ ਨੂੰ ਉੱਪਰ ਲੈ ਕੇ ਜਾਵਾਂਗੇ ਪ੍ਰਮਾਤਮਾ ਸੁੱਖ ਰੱਖੇ। ਦੇਖੋ ਹੰਕਾਰ ਨੇ ਇਸ ਚੀਜ਼ ਦਾ ਕਰਦੇ ਬਈ ਯਾਰ ਹਨਾ, ਵੀ ਕਰਾਂਗੇ ਯਾਰ ਜਿੰਨਾ ਕੁ ਹੋਊਗਾ ਨਾ ਕਰਾਂਗੇ, ਮਤਲਬ ਕਿ ਜਿਹੜਾ ਖੋਰਾ ਲੱਗਿਆ ਹੈ ਨਾ ਇਹ ਸਾਫ਼ ਕਰਾਂਗੇ ਪਹਿਲਾਂ ਤਾਂ ਇੱਕ ਵਾਰੀ, ਕਿਉਂਕਿ ਜਿਹੜੇ ਪਲੇਅਰ ਨੂੰ ਨਾ ਹੁਣ ਦਿਲ ਦੁਖੀ, ਫਿਰ ਮੈਂ ਉਹੀ ਗੱਲ ਕਹਿਣਾ ਵੀ ਦਿਲ ਦੁਖਦਾ ਜਦੋਂ ਕੋਈ ਪਲੇਅਰ ਦੇ ਕੋਈ ਦੇਖਦੇ ਆ ਵੀ ਯਾਰ ਇਹ ਬੰਦਾ ਬਹੁਤ ਤਕੜਾ ਪਲੇਅਰ ਹੈ ਪਰ ਉਹ ਅੱਜ ਕਦੇ ਕੋਈ ਹਾਕਰ ਬਣਿਆ ਹੋਇਆ ਹੈ, ਬੱਸਾਂ ਦਾ ਆਵਾਜ਼ਾਂ ਮਾਰਦੀ ਵੀ ਇਹ ਫਲਾਣੀ ਜਗ੍ਹਾ ਜਾਊਗੀ ਹਨਾ, ਜਿਵੇਂ ਨਾਥ ਸਿੰਘਾਂ ਦਾ ਉਹਦਾ ਕਿੱਡਾ ਤਕੜਾ ਰਿਹਾ ਯਾਰ ਹਨਾ, ਉਹ ਬਹੁਤ ਤਕੜਾ ਪਲੇਅਰ ਰਿਹਾ ਆਪਦੇ ਸਮੇਂ ਦਾ। ਮੈਂ ਛੋਟੇ ਜਿਹਾ ਹੁੰਦਾ ਜਦੋਂ ਅਸੀਂ ਦੇਖਦੇ ਰਹੇ ਉਹਨੂੰ ਤੇ ਉਹਨੇ ਵੀ ਹੈਲਪ ਸਾਡੀ ਵਧੀਆ ਕੀਤੀ ਹੈ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਜਿਹੜਾ ਸਪੋਰਟਸ ਵਾਲੇ ਆਸੇ ਪਾਸੇ ਆ ਗਿਆ ਉਹਨੂੰ ਫਿਰ ਮਿਲਣਾ ਚਾਹੀਦਾ, ਉਹਦਾ ਰੁਤਬਾ ਤਾਂ ਮਿਲਣਾ ਚਾਹੀਦਾ ਉਹਨੂੰ, ਉਹਦੀ ਮਤਲਬ ਕਿ ਜ਼ਿੰਦਗੀ ਇਹ ਹੋਵੇ ਉਹਨੂੰ ਕਿਸੇ ਦੇ ਮੁਹਤਾਜ ਨਾ ਹੋਣਾ ਪਵੇ, ਜਾਂ ਉਹਨੂੰ ਪੈਨਸ਼ਨ ਲੱਗੇ ਜਾਂ ਉਹਨੂੰ ਨੌਕਰੀ ਮਿਲੇ ਪੱਕਾ। ਜਿਵੇਂ ਹੁਣ ਏਸ਼ੀਆ ਦੇ ਵਿੱਚ ਚੈਂਪੀਅਨਸ਼ਿਪ ਖੇਡਦੇ ਆ, ਏਸ਼ੀਅਨ ਗੇਮਸ ਦੇ ਵਿੱਚ ਖੇਡਦੇ ਆ, ਉਹਨਾਂ ਨੂੰ ਪੈਨਸ਼ਨ ਲੱਗਦੀ ਹੈ। ਇਸ ਤਰ੍ਹਾਂ ਬਣਾਵਾਂਗੇ ਕੋਈ ਕੁਛ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਵੀ ਆ ਇਸ ਆਪਣੀ ਸਰਕਲ ਸਟਾਈਲ ਕਬੱਡੀ ਨੂੰ ਕੁਛ ਰੈਕੋਗਨਾਈਜੇਸ਼ਨ ਕੋਈ ਰਜਿਸਟਰ ਹੋ ਜੇ, ਇਹ ਕਿਸੇ ਕੁਛ ਨੰਬਰਸ ਦੇ ਵਿੱਚ ਆਉਣੀ ਸ਼ੁਰੂ ਹੋ ਜੇ, ਕੁਛ ਇਸ ਤਰ੍ਹਾਂ ਦਾ ਕਰਨ ਦਾ? ਇਹਨੂੰ ਕਰਨ ਵਾਲੇ ਚਾਹੀਦੇ ਆ ਬਈ ਯਾਰ, ਸਾਰਾ ਕੁਝ ਕਰਨ ਤੋਂ ਪਹਿਲਾਂ ਸਾਡੇ ਕੋਲ ਪਾਵਰ ਚਾਹੀਦੀ ਹੱਥ 'ਚ, ਜੇ ਪਾਵਰ ਹੋਊਗੀ ਤਾਂ ਅਸੀਂ ਕੁਝ ਕਰ ਸਕਦੇ ਹਾਂ, ਨਹੀਂ ਤਾਂ ਹੁਣ ਸਾਡੇ ਦੇਖ ਲਓ ਕਿੰਨੀਆਂ ਫਾਊਂਡੇਸ਼ਨਾਂ ਬਣੀਆਂ ਫਿਰਦੀਆਂ, ਅਸੀਂ ਕੀ ਕਰ ਸਕਦੇ ਹਾਂ ਉਹ 'ਚ। ਹੁਣ ਜਿਵੇਂ ਉਦੋਂ ਪਿਛਲੀ ਵਾਰ ਬਹੁਤ ਵਧੀਆ ਟੂਰਨਾਮੈਂਟ ਹੋਇਆ ਕੈਨੇਡਾ ਦੇ ਵਿੱਚ, ਡੌਪ ਟੈਸਟ ਹੋਇਆ ਜਦੋਂ ਪਹਿਲੀ ਵਾਰ, ਮੈਨੂੰ ਲੱਗਦਾ 8 ਚ ਹੋਇਆ 9 ਚ ਹੋਇਆ ਸ਼ਾਇਦ, 8 ਤੋਂ 9 ਚ ਹੋਇਆ ਸ਼ਾਇਦ ਉਦੋਂ ਕਈ ਪਲੇਅਰ ਇਹੋ ਜਿਹੇ ਵਿੱਚ ਆ ਗਏ ਜਿਹੜੇ ਦੂਜਿਆਂ ਨੇ ਕਰਾ ਕੇ ਉਹ ਕਹਿੰਦੇ ਵੀ ਹਾਂ ਸਹੀ ਨੇ, ਫਾਊਂਡੇਸ਼ਨਾਂ 2 ਬਣ ਗਿਆ, ਇੱਥੇ ਹੀ ਬਣ ਗਿਆ, ਕੈਨੇਡਾ ਵੀ 2 ਬਣ ਗਿਆ, ਥਾਂ ਤੇ 2 3 4 ਮੰਡੀ ਪਰ ਇਹ ਚੀਜ਼ ਨਾਲ ਸਾਡਾ ਨੁਕਸਾਨ ਹੈ ਯਾਰ, ਸਾਡੀ ਚੌਧਰ ਹੈ ਨਾ ਜਿਹੜੀ ਇਹ ਸਾਡਾ ਨੁਕਸਾਨ ਕਰ ਰਹੀ ਹੈ ਕਬੱਡੀ ਦਾ। ਦੇਖੋ ਨੋ ਡਾਊਟ ਹੈ ਵੀ ਬਾਹਰਲੇ ਬਹੁਤ ਸਪੋਰਟ ਕਰਦੇ ਆ ਕਬੱਡੀ ਦਾ, ਪਰ ਖਰਾਬ ਵੀ ਉਹ ਕਰਦੇ ਆ। ਪ੍ਰਦੀਪ ਤੂੰ ਦੇਖ ਕੇ ਆ ਬਈ ਖਰਾਬ ਕਿਉਂ ਕਰਦੇ ਆ, ਮੈਂ ਤੈਨੂੰ ਦੱਸਦਾ ਇਹ ਗੱਲ ਵੀ ਦੇਖੋ ਉੱਥੇ ਸਾਨੂੰ ਕੁਝ ਮਿਲਦਾ ਨਹੀਂ ਹੈਗਾ, ਸਿਰ ਦਰਦ ਦੀ ਗੋਲੀ ਨਹੀਂ ਮਿਲਦੀ ਹਨਾ, ਕੱਲੀ ਐਡਵਲ ਚੱਲਦੀ ਆ ਉੱਥੇ, ਤੇ ਸਮਾਨ ਕੌਣ ਲੈ ਕੇ ਦਿੰਦਾ ਹੈ? ਬਿਲਕੁਲ, ਜਿਹੜੀ ਗੱਲ ਉਹ ਆਪਾਂ ਕਿੱਥੋਂ ਲੈ ਲਾਂਗੇ, ਇੱਥੋਂ ਜਾ ਕੇ ਉੱਥੇ ਤੱਕ ਖਰੀਦਣਾ ਔਖਾ ਹੈ ਹਨਾ, ਇੱਥੋਂ ਜਾ ਕੇ ਉਹ ਚੀਜ਼ਾਂ ਦੀ ਗੱਲ ਤੇ ਅਗਲਾ ਕਹਿੰਦਾ ਯਾਰ ਸਾਨੂੰ ਕੱਪ 'ਚ ਤਾਂ ਤੂੰ ਜੋ ਮਰਜ਼ੀ ਖਾ, ਦੱਸ ਕੀ ਲੈ ਕੇ ਆਈਏ। ਇਹ ਚੀਜ਼ਾਂ ਵੀ ਸਾਨੂੰ ਰੋਕਣੀਆਂ ਪੈਣਗੀਆਂ, ਸਾਨੂੰ ਆਪਦਾ ਸਵਾਰਥ ਛੱਡਣਾ ਪਊਗਾ ਜੇ ਅਸੀਂ ਸੱਚੀ ਕਹਿੰਦੇ ਵੀ ਅਸੀਂ ਕਬੱਡੀ ਨੂੰ ਸੁਧਾਰਨਾ ਹੈ। ਦੇਖੋ ਕਬੱਡੀ ਇੱਕ ਮਾਂ ਖੇਡ ਕਬੱਡੀ ਹੈ, ਬਦਨਾਮ ਬਹੁਤ ਜ਼ਿਆਦਾ ਹੈ, ਕੁਛ ਤਾਂ ਦੇਖੋ ਜਿਹੜੀ ਚੀਜ਼ ਚੱਲਦੀ ਹੈ ਉਹਨੂੰ ਬਦਨਾਮ ਜ਼ਿਆਦਾ ਕੀਤਾ ਜਾਂਦਾ ਹੁੰਦਾ, ਠੀਕ ਹੈ, ਕੁਛ ਹੋ ਵੀ ਜਾਂਦਾ ਇਹੋ ਜਿਹੇ ਹੋ ਵੀ ਜਾਂਦੇ, ਬਿਲਕੁਲ ਇਹ ਚੀਜ਼ਾਂ ਨੂੰ ਵੀ ਨੱਥ ਪਾਣੀ ਪਊਗੀ ਸਾਨੂੰ। ਪਰ ਇਹ ਹੈਗਾ ਦਿਮਾਗ 'ਚ ਹੈਗਾ ਨਾ, ਮੈਂ ਬੇਸਿਕਲੀ ਤਾਂ ਬਈ ਹੁਣ ਦੇਖੋ ਮੇਨ ਚੀਜ਼ ਇਹ ਹੈ ਨਾ ਵੀ ਹੁਣ ਤੁਸੀਂ ਚੋਣਾਂ ਲੜ ਰਹੇ ਹੋ, ਪਰਮਾਤਮਾ ਕਰੇ ਵੀ ਤੁਸੀਂ ਜਿੱਤੋ ਵੀ, ਪਰ ਜਿੱਤਣ ਤੋਂ ਬਾਅਦ ਗੱਲ ਇਹ ਹੈ ਵੀ ਅਸੀਂ ਤਾਂ ਤੁਹਾਡੇ ਤੋਂ ਚਾਹਾਂਗੇ ਨਾ ਕਿ ਕਬੱਡੀ ਵਾਸਤੇ ਹਰੇਕ ਚਾਹੂਗਾ ਬੰਦਾ, ਤੁਸੀਂ ਇਕੱਲੇ ਨਹੀਂ, ਹਰੇਕ ਚਾਹੂਗਾ ਬੰਦਾ, ਪਲੇਅਰ ਵੀ ਇਹ ਚਾਹੂਗਾ ਵੀ ਯਾਰ ਹਾਂ ਵੀ ਅਸੀਂ ਯਾਰ ਕੋਈ ਕਰੀਏ ਹਨਾ, ਵੀ ਗੁਲਜ਼ਾਰੀ ਬਣਿਆ ਕੁਛ ਇਹ ਤੋਂ ਅਸੀਂ ਕੋਈ ਚੀਜ਼ ਵਧੀਆ ਕਰਾਈਏ, ਇਹ ਚੀਜ਼ਾਂ ਕਰਾਂਗੇ ਯਾਰ ਹਨਾ। ਚਾਹੀਦਾ ਫਿਰ ਉਹੀ ਗੱਲ ਆ ਵੀ ਜੇ ਇਹ ਨਾ ਕਰ ਸਕੇ ਫਿਰ ਸਾਡੀ ਜ਼ਿੰਦਗੀ ਨਰਕ ਹੈ, ਕਿਉਂਕਿ ਕਬੱਡੀ 'ਚੋਂ ਮਿਲਿਆ ਨਾ ਸਾਰਾ ਕੁਝ, ਜੇ ਕਬੱਡੀ ਨੂੰ ਨਹੀਂ ਸੁਧਾਰ ਸਕੇ ਫਿਰ ਫਾਇਦਾ ਹੀ ਨਹੀਂ ਕੋਈ ਸੀਗਾ, ਫਿਰ ਕੋਈ ਫਾਇਦਾ ਨਹੀਂ। ਬਿਲਕੁਲ। ਤੇ ਹੁਣ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਫਿਰ ਜਦੋਂ ਪਿੰਡਾਂ 'ਚ ਜਾਂਦੇ ਹੋ, ਕੀ ਗੱਲਾਂ ਕਰਦੇ ਆ ਲੋਕ ਤੁਹਾਡੇ ਨਾਲ, ਕੀ ਕਹਿੰਦੇ ਆ ਤੁਹਾਨੂੰ? ਇੱਕ ਤਾਂ ਪ੍ਰਦੀਪ ਬਾਈ ਮੈਂ ਤੈਨੂੰ ਦੱਸਾਂ, ਮੈਂ ਨਾ ਹਾਲੇ ਤੱਕ ਝੂਠ ਨਹੀਂ ਮਾਰਿਆ ਯਾਰ ਸਟੇਜ ਤੇ, ਮੈਂ ਸਿੱਧੀ ਜੀ ਗੱਲ ਕਹਿਣਾ ਨਾ ਵੀ ਭਾਈ ਦੇਖੋ ਮੈਂ ਕਹਿਣਾ ਵੀ ਗੁਲਜ਼ਾਰ ਤੋਂ ਗੁਲਜ਼ਾਰੀ ਬਣਿਆ ਨਾ ਤਾਂ ਤੁਹਾਡੀ ਬਦੌਲਤ, ਖਾਸ ਕਰਕੇ ਦਿੜਬਿਆਂ ਦੀ, ਕਿਉਂਕਿ ਦਿੜਬੇ ਬਹੁਤ ਸਾਲਾਂ ਤੋਂ ਛੋਟੇ ਹੁੰਦੇ ਜਦੋਂ ਖੇਡਦੇ ਰਹੇ ਇੱਥੇ, ਇੱਥੇ ਵੱਡਾ ਕੱਪ ਹੁੰਦਾ ਹੈ ਹਨਾ, ਉਹ ਅਕੈਡਮੀ ਵੀ ਰਹੀ ਹੈ ਇੱਥੇ ਹਨਾ, ਉਹਦੇ ਵਿੱਚ ਖੇਡਣ ਦਾ ਮੌਕਾ ਮਿਲਿਆ। ਉੱਥੇ ਤੁਹਾਨੂੰ ਪਤਾ ਜਿਹੜਾ ਵੱਡਾ ਕੱਪ ਹੁੰਦਾ ਉੱਥੇ ਵੈਸੀ ਬੰਦੇ ਦਾ ਨਾਂ ਹੋ ਜਾਂਦਾ, ਖੇਡਦੇ ਵਧੀਆ ਸੀ ਉਦੋਂ। ਉੱਥੋਂ ਗੁਲਜ਼ਾਰ ਤੋਂ ਗੁਲਜ਼ਾਰੀ ਮੋਨਕ ਬਣ ਗਿਆ, ਗੁਲਜ਼ਾਰ ਸਿੰਘ ਮੈਨੂੰ ਕੋਈ ਨਹੀਂ ਜਾਣਦਾ, ਗੁਲਜ਼ਾਰੀ ਮੋਨਕ ਕਹਿੰਦਾ ਤਾਂ ਦੁਨੀਆ ਜਾਣਦੀ ਹੈ। ਹਾਂ ਬਿਲਕੁਲ ਜਾਣਦੀ ਹੈ ਨਾ, ਮਤਲਬ ਕਿ ਇਹ ਗੱਲਾਂ ਕਹਿੰਦੇ ਵੀ ਦੇਖੋ ਅਸੀਂ ਤੁਹਾਡੀ ਬਦੌਲਤ ਹਾਂ, ਠੀਕ ਹੈ। ਫਿਰ ਮੈਂ ਉਹਨਾਂ ਨੂੰ ਇਹ ਵੀ ਗੱਲ ਦੱਸਦਾ ਵੀ ਭਾਈ ਮੈਂ ਉਹ ਇਨਸਾਨ ਆ ਵੀ ਮੇਰੇ ਕੋਲ ਬੱਸ ਦਾ ਕਿਰਾਇਆ ਨਹੀਂ ਸੀ ਹੁੰਦਾ ਜਦੋਂ ਮੈਂ ਖੇਡਣ ਲੱਗਿਆ, ਉਹ ਕਿਰਾਇਆ ਤੁਸੀਂ ਦਿੱਤਾ ਮੈਨੂੰ। ਹਾਂ ਉਹ ਤੁਸੀਂ ਉਦੋਂ ਬਈ ਕਿਸੇ ਨੇ 2 ਰੁਪਏ ਦਿੱਤੇ, ਕਿਸੇ ਨੇ 5 ਦਿੱਤੇ, ਕਿਸੇ ਨੇ 10 ਤਾਂ ਕੋਈ ਦਿੰਦਾ ਹੁੰਦਾ ਸੀ, 2 5 10 ਬਸ
ਉਹ ਪੈਸੇ ਦਾ ਦੇਖੋ, ਉਹ ਪੈਸੇ ਦੇ ਨਾਲ ਖੁਰਾਕ ਲਈ ਘਿਓ, ਕਿਸੇ ਨੇ ਘਿਓ ਦਿੱਤਾ ਉਦੋਂ ਘਿਓ ਬਹੁਤ ਦਿੰਦੇ ਹੁੰਦੇ ਸੀ। ਮਤਲਬ ਕਿ ਘਿਓ ਇੱਕ ਵਾਰ ਤਾਂ ਮੈਨੂੰ, ਜਦੋਂ ਮੈਂ ਨਿਊਜ਼ੀਲੈਂਡ ਤੋਂ ਆਇਆ ਨਾ, ਉਦੋਂ ਮੈਨੂੰ 50-60 ਕਿਲੋ ਘਿਓ ਬਣ ਗਿਆ ਜੀ। ਮਤਲਬ ਹੈਲਪ ਕੀਤੀ ਉਹਨਾਂ ਨੇ। ਤੇ ਹੁਣ ਉਹ ਉਹਨਾਂ ਪੈਸਿਆਂ, ਉਹ ਇਹ ਬੋਲਦਾ ਮੈਂ ਵੀ ਉਹ ਪੈਸਿਆਂ ਦੇ ਨਾਲ ਮੈਂ ਖੁਰਾਕ ਖਾਧੀ। ਜਿਹੜੇ ਬੰਦੇ ਕੋਲ ਬੱਸ ਦਾ ਕਿਰਾਇਆ ਨਹੀਂ ਸੀ, ਉਹਨੇ ਜਹਾਜ਼ਾਂ ਦੀ ਸੈਰ ਕੀਤੀ। ਉਹ ਕੀਤੀ ਕਿਹਨਾਂ ਦੀ ਬਦੌਲਤ? ਤੁਹਾਡੀ ਬਦੌਲਤ। ਜੇ ਟਿਕਟ ਮਿਲੀ ਹੈ ਤਾਂ ਅੱਜ ਤੜਪੇ ਹਲਕੇ ਤੋਂ ਮਿਲੀ ਹੈ, ਜਿੱਥੋਂ ਮੇਰਾ ਨਾਂ ਬਣਿਆ ਗੁਲਜ਼ਾਰੀ ਮੋਨਕ। ਹੁਣ ਕਈ ਵਾਰ ਕਹਿੰਦੇ ਯਾਰ ਹੁਣ ਤੂੰ ਗੁਲਜ਼ਾਰੀ ਮੋਨਕ ਨਾ ਬੋਲਿਆ ਕਰ, ਵੋਟਾਂ ਟੁੱਟ ਜਾਣੀਆਂ। ਮੈਂ ਕਿਹਾ ਯਾਰ ਇਹ ਗੱਲ ਗਲਤ ਹੈ। ਮੈਂ ਕਿਹਾ ਮੈਨੂੰ ਜਾਣਦੀ ਗੁਲਜ਼ਾਰੀ ਮੋਨਕ ਦੇ ਨਾਂ ਨਾਲ ਹੈ, ਉਹ ਤਾਂ ਮੇਰਾ ਨਾਮ ਹੈ ਇੱਕ, ਉਹ ਤਾਂ ਨਾਮ ਹੈ। ਮੈਂ ਨਾਂ ਬਣਾਉਣ ਵਾਸਤੇ ਲੋਕ ਕਰੋੜਾਂ ਰੁਪਏ ਲਾਈ ਜਾਂਦੇ, ਉਹਨਾਂ ਨੂੰ ਨਾਂ ਨਹੀਂ ਬਣਦਾ। ਤੁਸੀਂ ਮੇਰਾ ਪਤੰਦਰੋਂ ਨਾਮ ਢੇਈ ਜਾਂਦੇ ਹੋ ਵੀ ਇਹ ਗੁਲਜ਼ਾਰੀ ਮੋਨਕ ਦਾ ਪਹਿਚਾਣ ਹੈ, ਕਿਤੇ ਐਂ ਚੱਲੂਗਾ ਯਾਰ। ਭਾਵੇਂ ਮੈਂ ਗੁਲਜ਼ਾਰੀ ਮੋਨਕ ਹੈ, ਪਰ ਇਹ ਕਿੱਥੇ ਲਿਖਿਆ ਵੀ ਗੁਲਜ਼ਾਰੀ ਮੋਨਕ ਦਿੜਬੇ ਵਾਸਤੇ ਕੁਝ ਨਹੀਂ ਕਰ ਸਕਦਾ? ਹਾਂ ਨਹੀਂ, ਫਿਰ ਇਹੀ ਗੱਲ। ਉਹ ਤਾਂ ਚਲੋ ਵਿਰੋਧੀ ਕਰਦੇ ਹੁੰਦੇ, ਉਹਦੀ ਕੋਈ ਪਰਵਾਹ ਨਹੀਂ ਮੰਨਦੇ ਆਪਾਂ। ਫਿਰ ਦੂਜੀ ਕਈ ਗੱਲ ਕਹਿੰਦੇ ਹੁੰਦੇ ਆ ਵੀ ਯਾਰ ਦੇਖੋ ਵੀ ਜਿਵੇਂ ਕਬੱਡੀ ਤੁਹਾਡਾ ਨਾਂ ਰੋਸ਼ਨ ਕਰਿਆ ਹਨਾ, ਵੀ ਇਸੇ ਤਰ੍ਹਾਂ ਰਾਜਨੀਤੀ ਤੁਹਾਡਾ ਨਾਂ ਰੋਸ਼ਨ ਕਰਾਂਗੇ। ਤੁਹਾਡੀ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗੇ, ਸੱਚ ਬੋਲਾਂਗੇ, ਜੋ ਕਹਾਂਗੇ ਉਹ ਕਰਾਂਗੇ। ਚਾਹੇ ਵਾਦਾ ਨਹੀਂ ਫੁੱਕਾ ਕਰਦੇ, ਕੋਈ ਲਾਰਾ ਨਹੀਂ ਕਿਸੇ ਨੂੰ ਲਾਉਂਦੇ। ਦੇਖੋ ਪ੍ਰਦੀਪ, ਜਦੋਂ ਦਾ ਪ੍ਰਮਾਤਮਾ ਨੇ ਨਾਂ ਬਣਾਇਆ ਕਬੱਡੀ ਕਰਕੇ ਹਨਾ, ਬਹੁਤ ਜਾਣਨ ਲੱਗੇ, ਪੁਲਿਸ ਮੁਲਾਜ਼ਮ ਵੀ ਜਾਣਦੇ ਆ, ਸਾਰੇ ਜਾਣਦੇ ਹੁੰਦੇ ਹਨਾ। ਜਿੰਨੇ ਹੁਣ ਤਾਂ ਮੈਂ ਰਾਜਨੀਤੀ 'ਚ ਆ ਗਿਆ 5 ਸਾਲ ਤੋਂ, ਉਦੋਂ ਪਹਿਲਾਂ ਵੀ ਇੱਕ ਪੰਜੀ ਨਹੀਂ ਕਿਸੇ ਤੋਂ ਦਵਾਈ ਆਪਾਂ ਵੀ ਹਾਂ ਭਾਈ ਇਹਨੂੰ ਪੈਸੇ ਦੇ ਦੇ ਤੂੰ ਆਪਦਾ ਕੰਮ ਕਰਾ। ਨਾ ਪੈਸਾ ਖਾਦਾ ਨਾ ਖਾਣ ਦਿੱਤਾ ਕਿਸੇ ਨੂੰ, ਜਿਹਦਾ ਕੰਮ ਕਰਾਇਆ ਫ੍ਰੀ ਕਰਾਇਆ ਬਸ, ਕਦੇ ਐਲਾ ਰੂਰਾ ਨਹੀਂ ਲਾਇਆ ਹੈਗਾ। ਫਿਰ ਕਹਿ ਕੇ ਤੁਰਦੇ ਆ ਪਰਮਾਤਮਾ ਨੂੰ ਵੀ ਪਰਮਾਤਮਾ ਸਾਨੂੰ ਤਾਂ ਜਿਤਾਈ ਜੇ ਸਾਡੇ ਤੋਂ ਸੇਵਾ ਕਰਾਏਗਾ। ਜੇ ਸਾਡੇ ਤੋਂ ਸੇਵਾ ਨਹੀਂ ਨਾ ਕਰਾਣੀ ਤਾਂ ਸਾਨੂੰ ਜਿੱਤ ਦੀ ਲੋੜ ਨਹੀਂ। ਓਏ ਹੋਏ ਹੋਏ, ਕਿਉਂਕਿ ਤੇਰਾ ਦਿੱਤਾ ਹੈ ਨਾਂ ਬਹੁਤ ਹੈ ਜ਼ਿੰਦਗੀ ਦੇ ਵਿੱਚ, ਕੁਛ ਨਹੀਂ। ਪੈਸੇ ਵਾਲਾ ਦਾ ਨਾਂ ਨਹੀਂ ਹੈਗਾ ਨਾ, ਜਿੰਨਾ ਗੁਲਜ਼ਾਰੀ ਮੋਨਕ ਨੂੰ ਜਿੱਥੇ ਮਰਜ਼ੀ ਕਹਿ ਦੀ, ਉੱਥੇ ਤੈਨੂੰ ਪਤਾ ਲੱਗੂਗਾ ਵੀ ਹਾਂ ਗੁਲਜ਼ਾਰੀ ਹੈਗਾ ਯਾਰ। ਹੋਰ ਕੀ ਚਾਹੀਦਾ ਯਾਰ? ਫਿਰ ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਪ੍ਰਦੀਪ, ਅਸੀਂ 3 ਭਰਾ ਆ, ਤਿੰਨੇ ਇਕੱਠੇ ਆ, ਇੱਕ ਚੁੱਲ੍ਹੇ ਤੇ ਰੋਟੀ ਬਣਦੀ ਸਾਡੇ। ਬਹੁਤ ਸਹੀ ਗੱਲ ਹੈ ਹਨਾ। ਨਾਲੇ ਬਾਈ ਵੱਡੇ ਦਾ ਵਿਆਹ ਤਾਂ ਹੋਇਆ ਮੈਨੂੰ ਲੱਗਦਾ 22-23 ਸਾਲ ਹੋ ਗਏ ਵਿਆਹ ਹੋਏ ਨੂੰ। 12 ਸਾਲ ਮੇਰੇ ਵਿਆਹ ਨੂੰ ਹੋ ਗਏ, ਛੋਟੇ ਦੇ ਵਿਆਹ ਨੂੰ ਹੋ ਗਏ। ਛੋਟਾ ਚੱਲ ਆਸਟ੍ਰੇਲੀਆ ਰਹਿੰਦਾ ਹੈ ਹਨਾ, ਪਰ ਸਾਡਾ ਮੈਂ ਕਹਿੰਦਾ ਪਰਮਾਤਮਾ ਸਾਡੀ ਮਾਂ ਹੈ, ਸਾਡਾ ਰੱਬ ਹੈ ਯਾਰ। ਜਿਹੜਾ ਨਾ ਹੁਕਮ ਕਰਤਾ ਤਾਂ ਉਹ ਸਾਨੂੰ ਸਿਰ ਮੱਥੇ ਹੈ ਹਨਾ, ਕਿਉਂਕਿ ਸਾਨੂੰ ਪਤਾ ਸਾਡੀ ਮਾਂ ਨੇ ਕਿੰਨੀ ਮਿਹਨਤ ਕੀਤੀ ਹੈ। ਅੱਜ ਮੈਂ ਆ ਖੇਤ ਹੈ ਨਾ ਭਾਈ, ਆ ਖੇਤਾਂ ਚੋਂ ਕੱਖ ਵੱਢ ਕੇ ਮੇਰੀ ਮਾਂ ਨੇ ਸਾਨੂੰ ਪਾਲਿਆ। ਅਸੀਂ ਨਾਲ ਜਾਂਦੇ ਰਹੇ ਉਹਨਾਂ ਦੇ ਯਾਰ, ਸਾਡਾ ਫਿਰ ਨਾਮ ਬਣਿਆ ਨਾ। ਹੁਣ ਉਹ ਸਾਨੂੰ ਕਿਤੇ ਮਰਜੀ ਮਾਂ ਤਾਂ ਮੈਂ ਕਹਿੰਦਾ ਸਾਰਿਆਂ ਦੀ ਮਾਵਾਂ ਹੀ ਹੁੰਦੀਆਂ, ਪਰ ਮੈਂ ਕਹਿੰਦਾ ਮੇਰੀ ਮਾਂ ਜਿਹੜੀ ਉਹ ਵੱਖਰੀ, ਮੈਂ ਕਹਿੰਦਾ ਇੱਕ ਨਾ ਰੱਬ ਦਾ ਰੂਪ ਹੀ ਹੈ ਯਾਰ। ਹਰੇਕ ਮਾਂ ਰੱਬ ਦਾ ਰੂਪ ਹੈ, ਪਰ ਮੈਂ ਕਹਿੰਦਾ ਮੇਰੀ ਮਾਂ ਨੇ ਸਾਨੂੰ ਜਿਹੜੇ ਹਿਸਾਬ ਨਾਲ ਪਾਲਿਆ। ਦੇਖ ਮੇਰੀ ਮਾਂ ਨੇ ਮੇਰੇ ਨਾਨਕੇ ਰਹੀ ਜਦੋਂ, ਖੇਤ ਜਾ ਕੇ ਨਹੀਂ ਦੇਖਿਆ ਕਦੇ। ਉਹਨੂੰ ਐ ਨਹੀਂ ਪਤਾ ਸੀ ਵੀ ਟਿੰਡੇ ਕੀ ਚੀਜ਼ ਹੁੰਦੇ ਆ। ਮਤਲਬ ਇੰਨੀ 4 ਮਾਮਿਆਂ ਦੀ ਇਕੱਲੀ ਭੈਣ ਸੀ, ਪਿਆਰੀ ਭੈਣ ਸੀ, ਜਿਹਨੂੰ ਉਹ ਜਿਵੇਂ ਕਹਿੰਦੇ ਪੰਪ ਨਹੀਂ ਸੀ ਲੱਗਣ ਦਿੰਦੇ। ਔਰ ਉਹ ਮਾਂ ਨੇ ਦੇਖ ਸਾਨੂੰ ਆ ਕੇ, ਜਿਹੜੀ ਨੇ ਕਦੇ ਖੇਤ 'ਚ ਨਹੀਂ ਰੱਖਿਆ, ਉਹ ਲੋਕਾਂ ਦੀਆਂ ਵੱਟਾਂ ਤੇ ਤੁਰ ਕੇ ਨੀਰਾ ਵੱਢ ਕੇ ਕੱਲਾ ਕਰਕੇ ਉਹਨੇ ਸਾਨੂੰ ਪਾਲਿਆ ਹਨਾ। ਉਹ ਸਾਨੂੰ ਪਾਲ ਕੇ ਇੱਥੇ ਤੱਕ ਪਹੁੰਚਾਦਾ। ਦੱਸ ਫਿਰ ਹੋਰ ਪਰਮਾਤਮਾ ਤੋਂ ਕੀ ਚਾਹੀਦਾ ਹੈ? ਤੇ ਮਾਂ ਸਾਡੀ ਇੱਕ ਹੀ ਗੱਲ ਕਹਿੰਦੀ ਆ ਵੀ ਬੇਟਾ ਸਭ ਦਾ ਭਲਾ ਮੰਗੋ ਬਸ। ਹਰੇਕ ਮਾਂ ਤਾਂ ਜਦੋਂ ਮਰਜ਼ੀ ਤੁਸੀਂ ਮਿਲੋਗੇ ਨਾ, ਜੇ ਅੱਜ ਹੋਈ ਤਾਂ ਮੈਂ ਤੁਹਾਨੂੰ ਮਿਲਾਉਂਗਾ ਵੀ, ਉਹ ਇਹੀ ਕਹਿਣਗੇ ਬੇਟਾ। ਮਤਲਬ ਤੁਸੀਂ ਬਈ ਐਂ ਕਹੋਗੇ ਵੀ ਯਾਰ ਐਂ ਲੱਗਦਾ ਪਤਾ ਕਿੰਨੇ ਸਾਲ ਹੋ ਗਏ ਤੁਹਾਨੂੰ ਜਾਣਦਿਆਂ ਨੂੰ। DAV ਵਾਲਾ ਕੋਈ ਪਲੇਅਰ ਨਹੀਂ ਹੋਊਗਾ ਅਸਲ ਤਾਂ, ਮੈਂ ਕਹਿੰਦਾ ਜਿਹੜਾ ਮੇਰੇ ਨਾਲ ਵਰਤਿਆ ਕੋਈ ਪਲੇਅਰ ਹੈ ਨਹੀਂ ਹੋਊਗਾ ਜਿਹੜਾ ਆਪਣੇ ਘਰੇ ਨਹੀਂ ਆਇਆ। ਸਾਰੇ ਆਪਣੇ ਘਰੇ ਆ ਕੇ ਗਏ, A to Z ਜਿੰਨੇ DAV 'ਚ ਲਾ ਲਓ ਜਾਂ ਕੋਈ ਹੋਰ ਮੇਰੇ ਮਿੱਤਰ ਸੱਜਣ, ਸਾਰੇ ਘਰੇ ਆ ਕੇ ਜਾਂਦੇ। ਕਦੇ ਐਂ ਨਹੀਂ ਕਿਹਾ ਵੀ ਨਾ ਮਾਤਾ ਨੇ ਵੀ ਮੱਥੇ ਤੇੜੀ ਪਾ ਲਈ ਨਾ। ਖੁਸ਼ ਚਾਅ ਚੜ ਜਾਂਦਾ ਉਹਨਾਂ ਨੂੰ ਜੇ ਕੋਈ ਆਂਦਾ ਘਰੇ। ਸਹੀ ਹਾਂ। ਉਹਨਾਂ ਦੀਆਂ ਗੱਲਾਂ ਮਤਲਬ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰ ਰਹੀਆਂ ਹੋਣਗੀਆਂ, ਉਹਨਾਂ ਦੀਆਂ ਸਿੱਖਿਆਵਾਂ ਉਹਨਾਂ ਦੀ। ਹਾਂ ਬਾਈ ਕਰ ਰਹੀਆਂ। ਹੁਣ ਵੀ ਸਾਨੂੰ ਮਾਤਾ ਦਾ ਤਾਂ ਬਹੁਤ ਹੋਇਆ ਆਸ਼ੀਰਵਾਦ ਆ। ਦੇਖੋ ਮਾਤਾ ਜਦੋਂ ਵੀ ਗੱਲ ਕੋਈ ਸਮਝਾਉਂਦੇ ਆ, ਵਧੀਆ ਸਮਝਾਉਂਦੇ ਆ ਤੇ ਪਿਆਰ ਨਾਲ। ਕਿਉਂਕਿ ਉਹਨਾਂ ਦੀ ਮਿਹਨਤ ਨਹੀਂ ਅਸੀਂ ਉਹ ਕਰਨ ਦੇ ਵੀ ਉਹਨਾਂ ਦੀ ਚੁੰਨੀ ਨੂੰ ਦਾਗ ਨਹੀਂ ਲੱਗਣ ਦਿੰਦੇ, ਕਿਉਂਕਿ ਉਹਨਾਂ ਨੇ ਇੱਜ਼ਤ ਕਮਾਈ ਹੈ। ਉਸੇ ਤਰ੍ਹਾਂ ਕਹਿੰਦੇ ਪਰਮਾਤਮਾ ਨੇ ਸਾਨੂੰ। ਹੁਣ ਤਾਂ ਯਾਰ ਇੰਨੇ ਖੁਸ਼ ਆ ਨਾ ਬਾਈ ਪ੍ਰਦੀਪ ਯਾਰ, ਦੱਸ ਨਹੀਂ ਸਕਦੇ। ਕਿਉਂਕਿ ਯਾਰ ਜਿਹੜਾ ਬੰਦਾ ਇੰਨਾ ਗਰੀਬੀ 'ਚ ਆਇਆ ਹੋਵੇ ਤੇ ਇੰਨੀ ਟੌਰ ਬਣ ਜਾਵੇ ਯਾਰ, ਹੋਰ ਕੀ ਚਾਹੀਦਾ? ਹੁਣ ਤਾਂ ਇੱਕ ਇਹ ਵੀ ਕਹਿਣਾ ਨਾ ਮੈਂ ਤਾਂ ਯਾਰ ਵੀ, ਜੇ ਮੈਂ ਕਹਿੰਦਾ ਨਾ ਮੈਂ ਇੰਨਾ ਖੁਸ਼ ਹਾਂ ਯਾਰ ਪਰਮਾਤਮਾ ਦੇ ਦੇਣ ਤੋਂ
ਵੀ ਯਾਰ ਜੇ 2 ਟਾਈਮ ਦੀ ਰੋਟੀ ਮਿਲਦੀ ਰਹੇ ਬਸ ਕੱਲੀ ਉਹ ਵੀ ਬਹੁਤ ਹੈ ਯਾਰ, ਖਰਚਾ ਪਾਣੀ ਚੱਲਦਾ ਰਹੇ ਬਸ ਬਹੁਤ ਹੈ। ਪਰ ਇੱਜ਼ਤ ਆਈ ਰਹੇ ਲਾਲਚ ਨਹੀਂ ਹੈ ਕਿਸੇ ਨਾ ਕਦੇ ਨਹੀਂ ਯਾਰ। ਮੈਂ ਤੁਹਾਨੂੰ ਦੱਸਾਂ ਬਾਈ ਯਾਰ, ਜਿੰਨੇ ਮਰਜ਼ੀ ਮੁੰਡਿਆਂ ਨੂੰ ਪੁੱਛ ਨਹੀਂ, ਆਪਣੇ ਬੰਦੇ ਜਿੰਨੇ ਵੀ ਹੈਗੇ, ਜਿੰਨੇ ਮੇਰੇ ਨਾਲ ਵਰਤੇ ਆ, ਉਹਨਾਂ ਨੂੰ ਪੁੱਛਣੇ ਵੀ ਗੁਲਜ਼ਾਰੀ ਨੇ ਕਦੇ ਤੁਹਾਡੇ ਤੋਂ ਪੈਸਾ ਲੁਕੋ ਕੇ ਰੱਖਿਆ? ਮੈਂ ਕਦੇ ਪੈਸਾ ਨਹੀਂ ਲੱਗਣ ਦਿੱਤਾ ਕਿਸੇ ਦਾ। ਮੇਰੀ ਜੇਬ 'ਚ ਹੋਣਗੇ ਤਾਂ ਮੈਂ ਨਾ ਕਦੇ ਪਰਵਾਹ ਨਹੀਂ ਕੀਤੀ ਹੈਗੀ ਵੀ ਚੱਕੋ ਕੋਈ ਗੱਲ ਨਹੀਂ ਯਾਰ, ਸਾਰਾ ਸੈੱਟ ਹੈ, ਕਿਰਪਾ ਮਾਲਕ ਦੀ। ਸਹੀ ਹੈਗਾ। ਚਲੋ ਗੱਲ ਇਹ ਹੈ ਬਈ, ਇਹ ਜਿਹੜੀ ਸੋਚ ਆ ਜਾਏ, ਜਿਹੜੀ ਗੱਲਾਂ ਬਾਤਾਂ ਹੈਗੀਆਂ ਨਾ ਤੁਹਾਡੀਆਂ, ਇਹ ਉਹ ਚੀਜ਼ ਹੈ ਜਿਹੜੀ ਮੈਨੂੰ ਲੱਗਦਾ ਹਰ ਇਨਸਾਨ 'ਚ ਹੋਣੀ ਜ਼ਰੂਰੀ ਹੁੰਦੀ ਹੈ ਨਾ, ਵੀ ਇਹਦੇ ਨਾਲ ਆਪਣਾ ਚੰਗਾ ਸਮਾਜ ਫੇਰ ਹੀ ਸਿਰਜਿਆ ਜਾ ਸਕਦਾ ਜੇ ਇਸ ਤਰ੍ਹਾਂ ਦੀ ਸੋਚ ਹੋਊਗੀ। ਤੇ ਜੇ ਇਹੋ ਜੀ ਸੋਚ ਵਾਲੇ ਅੱਗੇ ਲੱਗਣਗੇ ਮੈਨੂੰ ਲੱਗਦਾ, ਤੇ ਫਿਰ ਉਹ ਮੈਨੂੰ ਨਾ ਮਾਸਟਰ ਜੀ ਨੇ ਕਿਹਾ ਸੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਵੀ ਬੇਟਾ ਜੇ ਚੰਗੇ ਬੰਦੇ ਨਹੀਂ ਨਾ ਆਣਗੇ ਤਾਂ ਫਿਰ ਕਿਵੇਂ ਸੁਧਾਰਾਂਗੇ ਆਪਾਂ? ਕਿਸੇ ਨੂੰ ਤਾਂ ਤੁਹਾਡੇ ਵਰਗੇ ਨੂੰ ਤਾਂ ਕਿਸੇ ਨੂੰ ਤਾਂ ਪਹਿਲ ਕਰਨੀ ਪਊਗੀ। ਕਰੋ ਬੇਟਾ, ਕਹਿੰਦੇ ਕੋਈ ਗੱਲ ਨਹੀਂ। ਇੱਕ ਮੇਰਾ ਉਸਤਾਦ, ਉਹਨੇ ਨਹੀਂ ਅੱਜ ਤੱਕ ਪੁਲਿਸ 'ਚ ਰਹਿ ਕੇ, ਮੈਂ ਸਿਰਫ 2 ਵਾਰੀ ਵਰਦੀ ਦੇਖੀ ਉਹਦੇ ਭਾਈ, ਸਿਰਫ 2 ਵਾਰੀ, ਕਦੇ ਵਰਦੀ ਨਹੀਂ ਉਹਨੇ ਦੇਖੀ। ਮੈਂ ਜਦੋਂ ਮੈਂ ਨਹੀਂ ਦੇਖਿਆ ਇਹਨਾਂ ਨਾਲ ਰਹਿਣ ਵਾਲੇ, ਹੋਰ ਤਾਂ ਦੇਖਣੀ ਕਿਨੇ ਉਹਨੇ ਯਾਰ ਭਾਈ। ਰੱਬ ਰੂਪੀ ਬੰਦਾ ਹੀ ਭਾਈ ਯਾਰ, ਉਹ ਛੱਡ ਕੇ ਚਲਾ ਗਿਆ। ਜ਼ਿੰਦਗੀ 'ਚ ਘਾਟਾ ਨਹੀਂ ਕਦੇ ਵੀ। ਜਿਨ੍ਹਾਂ ਨੂੰ ਬਈ ਆਪਾਂ ਪਿਆਰ ਕਰਦੇ ਹੁੰਦੇ ਆ, ਜਦੋਂ ਆਪਾਂ ਤੋਂ ਦੂਰ ਹੁੰਦੇ ਆ, ਉਹ ਹੁੰਦਾ ਸੌਰੀ ਬਈ, ਮੈਂ ਤੁਹਾਨੂੰ ਇਸ ਗੱਲ ਵਾਸਤੇ ਮੈਂ ਤੁਹਾਨੂੰ ਯਾਦ ਕਰਾਇਆ, ਜਾਂ ਮੈਂ ਇਹੋ ਜਿਹੇ ਮੌਕੇ ਜਦੋਂ ਤੁਹਾਡੇ ਦਿਮਾਗ ਨੂੰ ਬਹੁਤ ਰਿਲੈਕਸ ਰਹਿਣ ਦੀ ਜ਼ਰੂਰਤ ਹੈ ਨਾ, ਤਾਂ ਉਦੋਂ ਕੁਛ ਇਹੋ ਜਿਹੀ ਚੀਜ਼ ਤੁਹਾਨੂੰ ਯਾਦ ਕਰਨੀ। ਯਾਰ ਉਹ ਬੰਦਾ ਨਾ ਮਤਲਬ ਕਿ ਜ਼ਿੰਦਗੀ 'ਚ ਮੈਂ ਜੇ ਕਮਾਂ ਨਾ ਸਾਰਿਆਂ ਨਾਲ ਵੱਡਾ ਘਾਟਾ ਮੈਨੂੰ ਆ ਯਾਰ। ਮੈਂ ਜੋ ਮਰਜ਼ੀ ਬਣ ਜਾ, ਪਰ ਉਹਦੇ ਬਿਨਾਂ ਅਧੂਰਾ ਰਹੂੰਗਾ ਸਾਰੀ ਜ਼ਿੰਦਗੀ। ਮਤਲਬ ਕਿ ਮੈਂ ਇਹ ਕਹਿਣਾ ਨਾਲ ਰਹਿਣੀ ਹੈ ਨਾ ਬਈ, ਉਹਨਾਂ ਦੀਆਂ ਗੱਲਾਂ ਤਾਂ ਫਿਰ ਰਹਿਣੀਆਂ ਹੀ ਆ ਤੁਹਾਡੇ ਕੋਲ। ਹਾਂ ਬਈ, ਸਾਰੀ ਜ਼ਿੰਦਗੀ ਰਹਿਣੀ ਉਹਦੇ। ਹਾਂ, ਮਤਲਬ ਕਿ ਉਹ ਬੰਦਾ ਤਾਂ ਯਾਰ ਮੈਂ ਬਿਆਨ ਹੀ ਨਹੀਂ ਕਰ ਸਕਦਾ ਯਾਰ, ਵੀ ਕੀ ਦੱਸਾਂ ਤੁਹਾਨੂੰ। ਤੁਸੀਂ ਦੱਸ ਦਿਓ ਬਈ, ਹਰ ਚੀਜ਼ ਦੇ ਵਿੱਚ ਜਦੋਂ ਸਾਥ ਹੀ ਤੁਹਾਨੂੰ ਰਿਹਾ ਨਾ, ਤਾਂ ਫਿਰ ਮਤਲਬ ਕਿ ਉਹਨੇ ਯਾਰ ਹਰੇਕ ਬੰਦੇ ਦਾ ਭਲਾ ਸੋਚਿਆ, ਹਰੇਕ ਬੰਦੇ ਦਾ ਯਾਰ। ਪਤਾ ਨਹੀਂ ਮੈਨੂੰ ਕਿਉਂ, ਹੁਣ ਤੂੰ ਇਹ ਦੇਖ ਬਾਈ, ਜਦੋਂ ਉਹਦੀ ਡੈਥ ਹੋਈ ਆ ਨਾ, ਮੈਂ ਸਵੇਰੇ ਗਊਸ਼ਾਲਾ ਹੀ ਜਾਂਦਾ ਹਰੇਕ, ਜਦੋਂ ਵੀ ਜਾਂਦਾ, ਜਾਂ ਮੈਂ ਮੱਥਾ ਟੇਕ ਕੇ ਆ ਜਾ ਬਸ। ਮੈਨੂੰ ਮਿਲਦਾ, ਚਲੋ ਠੀਕ ਹੈ, ਖੁਸ਼ ਮਿਲਦਾ। ਕਦੇ ਮਤਲਬ ਐ ਸਪੈਸ਼ਲ ਜੀ ਗੱਲ ਨਹੀਂ ਕੋਈ ਕਰਦੇ ਸੀ, ਜੇ ਮਿਲਦਾ ਸਵੇਰੇ ਕੋਈ ਐ ਨਹੀਂ ਵੀ ਉਸਤਾਦ ਚਲਾ ਵੀ ਪੈਰੇ ਹੱਥ ਲਾਉਣਾ ਆਇਆ, ਜੇ ਵੀ ਕੋਈ ਨਹੀਂ ਯਾਰ। ਸਾਡੀ ਫੋਟੋ ਤੱਕ ਨਹੀਂ ਹੈਗੀ ਯਾਰ ਕੋਈ। ਮੈਂ ਫੋਟੋ ਪਿੱਛੇ ਨਾ ਉਹ ਉਸਤਾਦ ਦੀ ਭਾਣਜੀ ਦਾ ਵਿਆਹ ਸੀ, ਮੈਨੂੰ ਕਹਿੰਦਾ ਵੀ ਆਪਾਂ ਚੱਲਾਂਗੇ। ਮੈਂ ਕਿਹਾ ਠੀਕ ਹੈ ਉਸਤਾਦ, ਹਨਾ। ਤੇ ਅਸੀਂ ਗਏ ਵਿਆਹ 'ਚ, ਹਨਾ। ਮੈਂ ਕੋਟ ਪੈਂਟ ਨੂੰ ਮੇਰੇ ਵਿਆਹ ਵੇਲੇ ਦਿੱਤਾ ਹੋਇਆ ਸੀ, ਇੱਕ ਗੁਰਪਾਲ ਲੈ ਕੇ ਆਏ ਸੀ ਬਾਹਰੋਂ। ਮੈਂ ਕਿਹਾ ਉਸਤਾਦ ਅੱਜ ਆ ਪਾ ਕੋਟ ਪੈਂਟ ਪਾ ਯਾਰ, ਆਪਾਂ ਭਾਣਜੀ ਦਾ ਵਿਆਹ ਹੈ। ਮੈਂ ਕਿਹਾ ਹਰਿਆਣੇ 'ਚ ਜਮਾਲਪੁਰ ਪਿੰਡ ਹੈ। ਮੈਂ ਕਿਹਾ ਨਾ ਪਾ। ਕਹਿੰਦਾ ਨਾ ਮੈਂ ਨਹੀਂ ਪਾਉਂਦਾ। ਮੈਂ ਕਿਹਾ ਉਸਤਾਦ ਮੈਂ ਵੀ ਪਾਉਂਗਾ, ਤੂੰ ਵੀ ਪਾ। ਉਦੋਂ ਅਸੀਂ ਫੋਟੋਆਂ ਖਿਚਾਈਆਂ। ਉਹੀ ਨਹੀਂ, ਸਾਡੀ ਕਦੇ ਫੋਟੋ ਹੀ ਨਹੀਂ ਇਕੱਠਿਆਂ ਦੀ। ਉਹ ਤਾਂ ਹੋਊਗੀ ਕਿਤੇ ਗਰੁੱਪ 'ਚ ਤਾਂ, ਪਰ ਸਾਡੀ ਇਕੱਠਿਆਂ ਦੀ ਸਪੈਸ਼ਲ ਇਕੱਲਿਆਂ ਦੀ ਕੋਈ ਫੋਟੋ ਨਹੀਂ ਹੈਗੀ ਬਾਈ ਯਾਰ, ਕੋਈ ਵੀ। ਤੇ ਉਹ ਫੋਟੋ ਵੀ ਬਹੁਤ ਸੋਹਣੀ ਆਈ ਹੋਈ ਹੈ ਕੋਟ, ਯਾਦ ਹੈ ਉਹ। ਹਾਂ, ਉਹ ਮਤਲਬ ਕਿ ਯਾਦਗਾਰ ਹੀ ਰਹਿ ਗਈ ਬਣ ਕੇ। ਥੋੜੇ ਦੇਖ ਲਾ, ਉਹ ਬੰਦਾ ਯਾਰ GRP 'ਚ ਸੀ, ਹਨਾ। ਹੈ ਤਾਂ ਪੰਜਾਬ ਪੁਲਿਸ ਦਾ ਮਹਿਕਮਾ ਹੀ ਹੈ। ਹੁਣ GRP 'ਚ ਉਹਨੇ ਟ੍ਰੇਨ ਤੇ ਡਿਊਟੀ ਲਵਾ ਕੇ ਜਾ ਕੇ ਉਹਨੇ ਆਉਣ ਸਾਰ ਕੀ ਕਰਨਾ, ਕੱਲੀ ਨਿੱਕਰ ਤੇ ਟੀ-ਸ਼ਰਟ ਪਾਣੀ, ਗਊਸ਼ਾਲਾ ਸਾਰਾ ਦਿਨ ਸੇਵਾ ਕਰੀ ਜਾਣਾ, ਸਾਰਾ ਦਿਨ ਇੰਨੀ ਸੇਵਾ ਕਰਦਾ ਯਾਰ। ਉਹ ਸੀਵਰੇਜ ਦਾ ਪਾਣੀ ਵੀ ਕੱਢੀ ਜਾਂਦਾ ਹੁੰਦਾ ਜੀ, ਦੇਖ ਲੈ। ਜਦੋਂ ਮੀਂਹ ਪੈਂਦਾ, ਬਸ ਨਾਲ ਹੀ ਘਰ ਸੀ ਥੋੜਾ ਜਿਹਾ, ਮਤਲਬ ਕਿ 500-600 ਮੀਟਰ ਤੇ। ਉੱਥੋਂ ਆਣਾ, ਉਹਨੂੰ ਪਤਾ ਲੱਗਿਆ ਵੀ ਬੁਰਾ ਹਾਲ ਵੀ, ਪਾਣੀ ਭਰ ਜਾਂਦੀ ਗਊਸ਼ਾਲਾ। ਆਣਾ ਉਹਨੇ ਸਮਰਸੀਬਲ ਚੱਕਣੀ, ਪਾਣੀ ਕੱਢੀ ਜਾਣਾ, ਹਨਾ। ਬਹੁਤ ਸੇਵਾ ਕੀਤੀ ਯਾਰ, ਬਹੁਤ ਗਊਸ਼ਾਲਾ ਦਾ ਫਾਇਦਾ ਕੀਤਾ। ਸਾਡਾ ਖਰਚਾ ਹੁੰਦਾ ਸੀ ਗਊਸ਼ਾਲਾ ਦਾ ਸੀਜ਼ਨ ਦਾ, ਜਦੋਂ ਤੂੜੀ ਵਾਲਾ ਸੀਜ਼ਨ ਆਉਂਦਾ, 17-18 ਲੱਖ ਰੁਪਇਆ। ਉਹ ਬੰਦੇ ਨੇ ਮੈਨੂੰ ਲੱਗਦਾ 5 ਲੱਖ ਰੁਪਏ ਤੱਕ ਚ ਨਿਬੇੜਦਾ ਉਹਨਾਂ ਖਰਚਾ। ਇੰਨਾ ਸਾਡਾ ਮਤਲਬ 12-13 ਲੱਖ ਤਾਂ ਉਹ ਬਚਾਤਾ ਸੀ ਉਹਨੇ। ਫਿਰ ਜਿੱਦਣ ਡੈਥ ਹੋਈ ਹੈ, ਦੇਖ ਤੂੰ ਇਹ ਦੇਖ, ਕੰਮ ਕਰਕੇ ਹਟਿਆ, ਬਾਹਰ ਨਾ ਗੇਟ ਦੇ ਕੁਰਸੀਆਂ ਲੱਗੀਆਂ ਨੇ, ਉੱਥੇ ਬੈਠੇ ਆ ਸਾਰੇ। ਹਿੰਮਤ ਦੀ ਗੱਲ ਆ ਨਾ। ਅੰਦਰੋਂ ਨਾ ਇੱਕ ਗਊਸ਼ਾਲਾ 'ਚ ਬੱਚਾ ਆਇਆ, ਹਨਾ। ਬੱਚਾ ਆ ਗਿਆ ਤੇ ਉਹ ਕਹਿੰਦਾ ਇਹ ਮਰਵਾਊਗਾ ਯਾਰ ਕਿਸੇ ਨੂੰ, ਹਨਾ। ਵਿਚਾਲੇ ਖੜ ਗਿਆ ਸੜਕ ਤੇ ਜਾ ਕੇ, ਉਹ ਕਿਉਂਕਿ ਮੇਨ ਰੋਡ ਉੱਥੇ, ਹਨਾ। ਵਿਚਾਲੇ ਖੜ ਗਿਆ, ਕਹਿੰਦਾ ਇਹ ਮਰਵਾਊਗਾ ਕਿਸੇ ਨੂੰ। ਉਹਨੇ ਪਹਿਲਾਂ ਇਸ਼ਾਰੇ ਕਰੇ, ਹਨਾ, ਵੀ ਵਗ ਜੂਗਾ, ਪਰ ਗਿਆ ਨਹੀਂ। ਸਾਧਨ ਲੰਘੇ, ਜਦੋਂ ਸਾਧਨ ਲੰਘ ਕੇ ਹਟੇ, ਉਹਨੇ ਉਹਦੇ ਹੱਥ ਤਰ੍ਹਾਂ ਭੱਜ ਕੇ ਹੱਥ ਰੱਖਿਆ ਤੇ
ਪਰਾਂ ਕ੍ਰਾਸ ਕਰਾਤਾ ਉਹ ਬੱਚਾ ਐ ਵਗ ਗਿਆ ਤੇ ਆਪ ਐ ਹੋ ਕੇ ਨਾ ਨਾਲ ਹੀ ਖੰਬੇ ਜਿਹਾ ਉਹ ਖੰਬੇ ਤੋਂ ਅਗਲੇ ਪਾਸੇ ਖੜ ਗਿਆ ਪਤਾ ਹੈ ਵੀ ਉਹਨੂੰ ਸਾਧਨ ਆ ਰਿਹਾ ਇੱਧਰੋਂ ਇੱਕ ਇਹੀ ਜਿਹੀ ਆਲਟੋ ਕਾਰ ਆਈ ਮੈਂ ਉਹਨੇ ਵਿੱਚ ਮਾਰਿਆ ਬਈ ਯਾਰ ਉਹਦੀ ਉੱਤੇ ਇੰਨਾ ਉੱਚਾ ਭੜਕਾ ਕੇ ਮਾਰਿਆ ਮੈਂ ਦੇਖਿਆ ਨਹੀਂ ਮੈਂ ਨਹੀਂ ਹੈਗਾ ਜੀ ਉਸ ਟਾਈਮ ਮੈਂ ਘਰੇ ਸੀ ਭੜਕਾ ਕੇ ਮਾਰਿਆ ਤਾਂ ਇੱਥੋਂ ਆ ਚੀਜ਼ ਲੱਗਿਆ ਕੋਈ ਜ਼ਖਮ ਨਹੀਂ ਹੋਇਆ ਕੋਈ ਵੀ ਕੋਈ ਥੱਲੇ ਜ਼ਖਮ ਨਹੀਂ ਪਈ ਯਾਰ ਬਸ ਮੈਨੂੰ ਜਦੋਂ ਫੋਨ ਆਇਆ ਮੈਂ ਬਸ ਐਂ ਮੈਂ ਲੋਅਰ ਪਤਾ ਨਹੀਂ ਨਿੱਕਰ ਪਾਈ ਐਂ ਮੈਂ ਉੱਠ ਕੇ ਗੱਡੀ ਵੀ ਤਾਂ ਮੈਨੂੰ ਪਤਾ ਉਹ ਭਾਣਜੇ ਨੂੰ ਕਿਹਾ ਸੀ ਹਾਂ ਗੱਡੀ ਪਲਾਟ 'ਚ ਖੜੀ ਮੇਰੇ ਕੋਲੇ ਮੈਂ ਭਾਣਜੇ ਨੂੰ ਕਿਹਾ ਮੈਂ ਛੇਤੀ ਚੱਲਣੀ ਕਹਿੰਦਾ ਕੀ ਹੋ ਗਿਆ ਕਹਿੰਦਾ ਮਹੱਲਾ ਕਹਿੰਦਾ ਲਾਸ਼ੀ ਦਾ ਐਕਸੀਡੈਂਟ ਹੋ ਗਿਆ ਕਹਿੰਦਾ ਨਾ ਮਾਮਾ ਉਹ ਤਾਂ ਵੀ ਉੱਥੇ ਦੁਪਹਿਰੇ ਹੋਏ ਮੈਨੂੰ ਸ਼ਾਂਤੀ ਮਿਲ ਗਈ ਮਾੜੀ ਜੀ ਮਹਾ ਸ਼ੁਕਰ ਹੈ ਤੁਹਾਨੂੰ ਹਾਂ ਉਹ ਹੋਇਆ ਉਹ ਕੋਈ ਹੋਰ ਸੀ ਅੱਛਾ ਤੇ ਜਦੋਂ ਮੈਂ ਉੱਥੇ ਪਹੁੰਚ ਗਿਆ ਗਊਸ਼ਾਲਾ ਕੋਲ ਪਹੁੰਚਿਆ ਉੱਥੇ ਕੋਈ ਵੀ ਨਾ ਮੈਂ ਫੋਨ ਮਾਰਿਆ ਮੈਂ ਗਿਆ ਕਹਿੰਦਾ ਗੁਲਜ਼ਾਰ ਛੇਤੀ ਆ ਗੱਡੀ ਲੈ ਕੇ ਆ ਜਾ ਕਹਿੰਦਾ ਮੈਂ ਕੀ ਹੋ ਕਹਿੰਦਾ ਰਸਤਾ ਦੇ ਜਿਆਦਾ ਛੱਟ ਹੈ ਮੈਂ ਮਾੜੀ 1.5 ਮਿੰਟ ਚ ਉੱਥੋਂ ਪਲਾਟ ਚੋਂ ਗੱਡੀ ਚੱਕ ਕੇ ਉੱਥੇ ਆ ਗਿਆ ਤੇ ਮੈਂ ਗੱਡੀ ਮੈਨੂੰ ਐਂ ਲੱਗਦਾ ਮੈਂ ਗੱਡੀ ਇਹੋ ਜਿਹੇ ਹਿਸਾਬ ਨਾਲ ਗਈ ਆ ਨਾ ਮੈਨੂੰ ਨਹੀਂ ਪਤਾ ਕਿਵੇਂ ਗਈ ਉਹ ਪਰਮਾਤਮਾ ਹੀ ਲੈ ਕੇ ਗਿਆ ਮਤਲਬ ਕਿ ਅਸੀਂ 7-8 ਮਿੰਟਾਂ ਦੇ ਵਿੱਚ ਯਾਰ ਉੱਥੇ ਟੋਹਾਣੇ ਲਾਤੀ ਗੱਡੀ ਟੋਹਾਣੇ ਸਾਡੇ ਹਸਪੀਟਲ ਤੇ ਮੈਨੂੰ 1% ਵੀ ਨਹੀਂ ਉਮੀਦ ਮੈਂ ਇਹਨੂੰ ਕੁਝ ਨਹੀਂ ਹੁੰਦਾ ਉਸਤਾਦ ਨੂੰ ਕਿਉਂਕਿ ਝੂਟਾ ਬੰਦਾ ਹੀ ਯਾਰ ਬਸ ਫੇਰ ਕੀ ਯਾਰ ਉੱਥੇ ਜਵਾਬ ਦੇ ਗਏ ਉਹਨੂੰ ਡਾਕਟਰ ਨੇ ਬਹੁਤ ਜ਼ੋਰ ਲਾਇਆ ਵਿਚਾਰੇ ਫਿਰ ਹਿਸਾਰ ਲੈ ਕੇ ਰਾਤ ਨੂੰ ਬਥੇਰੀਆਂ ਦੁਆਵਾਂ ਕੀਤੀਆਂ ਪਰ ਮੈਂ ਬਈ ਇਹ ਮੰਨਦਾ ਵੀ ਇੱਕ ਤਾਂ ਉਸਤਾਦ ਵਾਲੀ ਦੂਸਰਾ ਮੈਂ ਤੁਹਾਨੂੰ ਉਦੋਂ ਵੀ ਨੋਟ ਕੀਤਾ ਜਦੋਂ ਬਿੱਟੂ ਦਗਾਲ ਗਿਆ ਹੈ ਨਾ ਆਪਣੇ ਕਿਸੇ ਉਸਤਾਦ ਦੀ ਆਪਦੇ ਆਪ ਨੂੰ ਸਿਖਾਉਣ ਵਾਲਿਆਂ ਦੀ ਇੱਜ਼ਤ ਕਰਨ ਵਾਲਿਆਂ ਦੇ ਜਿਹੜੇ ਹੁੰਦੇ ਆ ਬਈ ਮੈਂ ਬਹੁਤ ਘੱਟ ਦੇਖਿਆ ਹਨਾ ਇਸ ਤਰ੍ਹਾਂ ਦੀ ਸੋਚ ਰੱਖਣੀ ਹੈ ਜਿਹੜੀ ਨਾ ਇਹਨੂੰ ਵੀ ਤੁਸੀਂ ਸਮਝੋ ਕਿ ਇਹ ਇੱਕ ਵੱਡੀ ਚੀਜ਼ ਹੈ ਤੇ ਮੈਨੂੰ ਲੱਗਦਾ ਇਹ ਸੋਚ ਸ਼ਾਇਦ ਤੁਹਾਨੂੰ ਪਤਾ ਨਹੀਂ ਕਿੱਥੋਂ ਤੱਕ ਲੈ ਕੇ ਜਾਵੇ ਤੇ ਇਹ ਜਿੱਥੋਂ ਤੱਕ ਉਹਨਾਂ ਦੀ ਸੋਚ ਦੀ ਭਰਪਾਈ ਕਰਦੇ ਤੁਸੀਂ ਵੀ ਤਾਂ ਉਹਨਾਂ ਤੋਂ ਸਿੱਖੇ ਹੋਏ ਹੋ ਬਹੁਤ ਸਾਰੀਆਂ ਚੀਜ਼ਾਂ ਜਿਹਨਾਂ ਨੂੰ ਅੱਗੇ ਫੈਲਾਓਗੇ ਅੱਗੇ ਲੈ ਕੇ ਜਾਓਗੇ ਨਹੀਂ ਮੈਂ ਤਾਂ ਕਹਿਣਾ ਯਾਰ ਵੀ ਤੁਸੀਂ ਨਾ ਯਕੀਨ ਰੱਖੋ ਯਾਰ ਕਿਸੇ ਚੀਜ਼ ਤੇ ਕਿਉਂਕਿ ਜੇ ਕੋਈ ਦੇਖ ਸਾਡੇ ਲਈ ਹੁਣ ਮੇਰਾ ਉਸਤਾਦ ਮੈਨੂੰ ਗਾਲਾਂ ਬਹੁਤ ਕੱਢਦਾ ਰਿਹਾ ਠੀਕ ਹੈ ਮੈਨੂੰ ਕਹਿੰਦਾ ਇੱਕ ਵਾਰੀ ਬਾਹਰ ਵਗ ਜਾ ਬਸ ਠੀਕ ਹੈ ਤੇਰੀ ਜ਼ਿੰਦਗੀ ਸਫਲ ਹੈ ਮੈਂ ਕੋਈ ਦੇਸ਼ ਨਹੀਂ ਛੱਡਿਆ ਦੇ ਪਰ ਮੈਨੂੰ ਉਹਨੇ ਨਹੀਂ ਕਿਹਾ ਤੂੰ ਤਕੜਾ ਹੋਏਗਾ ਯਾਰ ਪਰ ਮੈਨੂੰ ਪਤਾ ਵੀ ਹਾਂ ਉਸਤਾਦ ਨਹੀਂ ਕਹਿੰਦਾ ਕਦੇ ਵੀ ਫਿਰ ਉਹਨੇ ਵਰਲਡ ਕੱਪ ਇੱਕ ਖੇਡ ਲਿਆ 2 ਖੇਡ ਲਿਆ ਮੈਂ ਹੁਣ ਉਸਤਾਦ ਬਹੁਤ ਮੈਂ ਛੱਡਦਾ ਹਾਂ ਕਹਿੰਦਾ ਨਾ ਤੈਨੂੰ ਕੀ ਹੋ ਰਿਹਾ ਕਰਨਾ ਤਾਂ ਦੱਸ ਦੇ ਕੀ ਹੈ ਹੋਰ ਕਰੇਗਾ ਕੀ ਇਦੋਂ ਸਭ ਕੰਮ ਸੌਖਾ ਹੈ ਇਨਕਰੇਜਮੈਂਟ ਐ ਮਗਰੋਂ ਮਤਲਬ ਜਿਵੇਂ ਸਪੋਰਟ ਤੋਂ ਲੱਗ ਰਹੀ ਹਾਂ ਤੇ ਇਹ ਗੱਲਾਂ ਮੈਨੂੰ ਬਿੱਟੂ ਦਗਾਲ ਤੇ ਗੋਗੋ ਵੀ ਕਹਿੰਦੇ ਰਹੇ ਆ ਕਿਉਂਕਿ ਜਦੋਂ ਕੋਈ ਵਾਰ ਆਇਆ ਹੁੰਦਾ ਮਾੜਾ ਕਿ ਯਾਰ ਚਲ ਬਹੁਤ ਹੋ ਗਿਆ ਯਾਰ ਬਸ ਕਰ ਨਾ ਉਸਤਾਦ ਤੂੰ ਕਾਇਮ ਹੈ ਆਈ ਲਾਸ਼ੀ ਉਸਤਾਦ ਨਹੀਂ ਤੂੰ ਕਾਇਮ ਹੈ ਤੈਨੂੰ ਹੋਇਆ ਕੀ ਹੈ ਪ੍ਰੈਕਟਿਸ ਕਰ ਮੈਨੂੰ ਪਤਾ ਤੇ ਕਿਸੇ ਨੂੰ ਨਹੀਂ ਆਣ ਦਿੰਦਾ ਪਰ ਕਰ ਪ੍ਰੈਕਟਿਸ ਕਰਾ ਕੇ ਬਸ ਐਂ ਕਹੀ ਜਾਣਾ ਮੈਂ ਇੱਕ ਦਿਨ ਫਿਰ ਰੱਖ ਕੇ ਗਿਆ ਮੈਂ ਕਿਹਾ ਉਸਤਾਦ ਮੈਨੂੰ ਐਂ ਤਾਂ ਦੱਸ ਦੇ ਹੁਣ ਮੈਂ ਕਿੱਥੇ ਜਾਵਾਂ ਹੋਰ ਤੂੰ ਮੈਨੂੰ ਕਿਹਾ ਬਾਹਰ ਵੀ ਜਾਏ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ 4 ਵਰਲਡ ਕੱਪ ਖੇਡ ਲਏ ਇੰਡੀਆ ਟੀਮ ਦਾ ਕੈਪਟਨ ਵੀ ਬਣ ਗਿਆ ਵੀ ਹੁਣ ਤਾਂ ਬਹੁਤ ਆਇਆ ਉਹਨੇ ਨਹੀਂ ਪਰ ਕਦੇ ਕਿਹਾ ਵੀ ਤੂੰ ਛੱਡ ਦੇ ਨਾ ਖੇਡ ਕੋਈ ਗੱਲ ਇਹਦਾ ਮਤਲਬ ਉਹਨਾਂ ਦੀ ਇੱਛਾ ਇਹ ਹੈ ਨਾ ਵੀ ਅੱਗੇ ਵਧਣ ਵਾਲੀ ਹੋਣੀ ਚਾਹੀਦੀ ਹੈ ਪਰ ਇਹ ਪੂਰੀ ਕਰ ਰਹੇ ਹੋ ਤੁਸੀਂ ਫਿਰ ਪੂਰੀ ਕਰ ਰਹੇ ਮੈਂ ਇਲੈਕਸ਼ਨ ਤੋਂ ਬਾਅਦ ਵੀ ਦੇਖ ਖੇਡ ਕੇ ਆਇਆ ਇੰਗਲੈਂਡ ਕੈਨੇਡਾ ਇੰਗਲੈਂਡ ਅਮਰੀਕਾ ਤੇ ਆਸਟ੍ਰੇਲੀਆ ਇਲੈਕਸ਼ਨ ਲੜਨ ਵਾਸਤੇ ਵੀ ਤਾਂ ਉਹਨਾਂ ਦੀ ਯੈਸ ਹੋਊਗੀ ਨਾ ਵੀ ਹਾਂ ਲੜਨੇ ਨਹੀਂ ਦੇਖੋ ਉਹ ਜੇ ਯੈਸ ਨਾ ਕਰਦੇ ਮੈਂ ਨਹੀਂ ਉਹ ਕਰਦਾ ਜੀ ਫਿਰ ਮੈਂ ਨਹੀਂ ਕਰਦਾ ਇਹ ਨਾ ਉਹਨਾਂ ਤੋਂ ਬਿਨਾ ਮੈਂ ਕੋਈ ਕਦਮ ਚੁੱਕਿਆ ਜਿਹੜਾ ਕੋਈ ਇਹੋ ਜਿਹਾ ਡਿਸੀਜਨ ਹੈ ਜਿਹੜਾ ਮਤਲਬ ਕਿ ਮੈਂ ਉਹ ਤੋਂ ਬਿਨਾ ਉਹ ਕਰਿਆ ਹੋਵੇ ਤੇ ਸਾਡਾ ਦੇਖ ਅੱਜ ਤੱਕ ਕਦੇ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਕੋਈ ਵੀ ਕੋਈ ਪੈਸੇ ਨਾਲ ਕੋਈ ਪਿਆਰ ਨਹੀਂ ਸਾਡਾ ਜਿਹਨੂੰ ਕਹਿ ਦੇਣਾ ਵੀ ਹਾਂ ਪੈਸੇ ਚਾਹੀਦੇ ਉਸਤਾਦ ਨੇ ਲਿਆ ਕੇ ਦੇ ਆਪੇ ਲਿਆਉਂਦਾ ਇੱਕ ਉਹ ਇੱਕ ਬੌਬੀ ਹੈ ਮੁੰਡਾ ਇੱਕ ਮੁੰਡਾ ਮੁਰਲੀ ਹੈ ਸਾਡਾ ਜਿਹੜਾ ਜ਼ਿੰਦਗੀ ਦੇ ਯਾਰ ਹੈ ਸਾਡੇ ਲਾਡੀ ਵਾਜਬਾ ਹੋ ਗਿਆ ਕਾਲਾ ਮਾਈਆ ਹੋ ਗਿਆ ਪੰਮਾ ਬੱਚੀ ਹੋ ਗਿਆ ਸੱਤਾ ਹੋ ਗਿਆ ਇਹ ਬਾਅਦ ਚ ਆਏ ਹੈ ਇਹ ਮਤਲਬ ਸਾਡਾ ਗਰੁੱਪ ਇੱਕ ਗੁਰਮੀਤ ਸਿੱਧੂ ਹੈ ਇੱਕ ਸਾਡਾ ਹਰਜੀਤ ਹੈ ਐਕਸ਼ਨ ਸਾਹਿਬ ਹੈ ਸਾਡੇ ਮਤਲਬ ਸਾਡਾ ਗਰੁੱਪ ਨੂੰ ਜੋੜ ਕੇ ਰੱਖਦਾ ਹੈ ਵੀ ਲੜਨੇ ਜੇ ਕਿਸੇ ਨਾਲ ਗੱਲਬਾਤ ਹੋ ਗਈ ਆਪੇ ਮਨਾਮ ਨੂੰ ਕੇ ਲਿਆ ਦੇ ਇੱਕ ਸਾਡਾ ਛੋਟਾ ਭਾਈ ਹੈ ਬੱਬੂ ਹੈ ਮਤਲਬ ਬਹੁਤ ਹੈ ਜਿਹੜੇ ਜਿਨ੍ਹਾਂ ਨੂੰ ਉਹ ਸਾਨੂੰ ਇੰਨਾ ਕੁ ਸਿਖਾ ਗਿਆ ਵੀ ਨਹੀਂ ਯਾਰ ਸਾਡੇ ਗਰੁੱਪ ਨੂੰ ਐ ਕਾਇਮ ਥੋੜੇ ਜਿਹੇ ਬੰਦੇ ਅਸੀਂ ਜ਼ਿਆਦਾ ਨਹੀਂ ਉਹ ਗਰੁੱਪ 'ਚ ਉਦੋਂ ਬਾਅਦ ਤਾਂ ਹੁਣ ਬਾਈ ਬਹੁਤ ਮਿਲ ਗਏ ਹੁਣ ਬਾਈ ਕਰਨੇ ਹੋਰ ਮਿਲ ਗਏ ਗਰਮੇਲ ਪ੍ਰਧਾਨ ਹੋਰ ਮਿਲ ਗਏ ਮਤਲਬ ਬਹੁਤ ਕੁਛ ਮਿਲ ਗਿਆ ਹੁਣ ਤਾਂ ਪਰ ਉਹ ਨਹੀਂ ਮਿਲਣਾ ਕੱਲਾ ਉਹਦੀ ਕਮੀ ਹੈ ਬਿਲਕੁਲ ਹਾਂ ਉਹ ਸਾਰੀ ਜ਼ਿੰਦਗੀ ਤੁਸੀਂ ਆਪਣੇ ਦਿਲ 'ਚ ਜ਼ਰੂਰ ਰੱਖੋਗੇ ਹੁਣ ਬਾਈ
ਜਿਹੜੇ ਹੁਣ ਦੇ ਰੁਝੇਵੇਂ ਹੈਗੇ, ਜਿਹੜੇ ਹੁਣ ਆਹ ਦਿਨ ਚੱਲ ਰਹੇ ਆ ਨਾ, ਤੁਹਾਨੂੰ ਇਹ 'ਚ ਬਿਜ਼ੀ ਦਿਨ ਕਿਹਾ ਜਾ ਸਕਦਾ। ਤੁਹਾਡੇ ਕੋਲ ਇੱਕ ਮਿੰਟ ਸਹੀ ਹੈ ਨਾ, ਇੰਨੇ ਮੈਨੂੰ ਮੇਰੇ ਨਾਲ ਐ ਪਹਿਲਾਂ ਤਾਂ ਗੱਲਾਂ ਕਰ ਲਈ ਬਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਾ ਯਾਰ ਇਹ ਤਾਂ ਕੋਈ ਗੱਲ ਨਹੀਂ, ਪ੍ਰਦੀਪ ਤੂੰ ਭਰਾ ਹੈ ਸਾਡਾ ਯਾਰ, ਹੈ ਬਹੁਤ ਬਹੁਤ ਸ਼ੁਕਰੀਆ ਬਈ ਯਾਰ। ਆਪਦੀਆਂ ਫੀਲਿੰਗਸ ਮੇਰੇ ਨਾਲ ਤੁਸੀਂ ਸਾਂਝੀਆਂ ਕੀਤੀਆਂ ਨੇ ਨਾ, ਉਹ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਨਾ। ਮੈਂ ਆਪਦੇ ਆਪ ਨੂੰ ਲੱਕੀ ਸਮਝਦਾ ਕਿ ਤੁਸੀਂ ਮੇਰੇ ਨਾਲ ਐ ਗੱਲ ਕਰ ਸਕੇ ਹੋ ਜਾਂ ਆਪਦੀ ਗੱਲ ਦੱਸ ਰਹੇ ਹੋ ਮੇਰੇ ਸਾਹਮਣੇ ਬੈਠ ਕੇ, ਹੈ ਨਾ। ਉਮੀਦ ਇਹ ਹੈ ਬਈ ਤੁਹਾਡੇ ਤੋਂ ਹੁਣ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਹਾਡਾ ਖਾਸ ਕਰਕੇ ਰਾਜਨੀਤੀ ਵਾਲਾ ਜੀਵਨ ਜਿਹੜਾ ਚੱਲ ਰਿਹਾ ਹੈ ਨਾ, ਇਹਦੇ 'ਚ ਪਲੀਜ਼ ਬਈ ਇਹ ਇੱਕ ਇਹੋ ਜਿਹੀ ਦਲਦਲ ਹੈ ਜਿਹਦੇ 'ਚ ਜਦੋਂ ਹੀ ਬੰਦਾ ਜਾਂਦਾ ਹੈ ਕਿਹਾ ਜਾਂਦਾ ਹੈ, ਮੈਨੂੰ ਵੀ ਨਹੀਂ ਪੱਕਾ ਪਤਾ ਕਿ ਨਹੀਂ, ਸਹੀ ਗੱਲ ਹੈ, ਸਹੀ ਗੱਲ। ਜਦੋਂ ਇਹਦੇ 'ਚ ਜਾਂਦਾ ਹੈ ਤਾਂ ਉਹ ਸ਼ਾਇਦ ਉਹਦੇ ਆਸੇ-ਪਾਸੇ ਦਾ ਮਾਹੌਲ ਖਰਾਬ ਕਰ ਦਿੰਦਾ ਹੈ ਜਾਂ ਉਹ ਕੁਛ ਹੈ, ਪਤਾ ਨਹੀਂ ਕੀ ਹੈ ਉੱਥੇ। ਬਚਿਓ ਬਈ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਤੋਂ। ਮੈਂ ਦੱਸਦਾ ਪ੍ਰਦੀਪ, ਛੋਟੇ ਵੀਰ ਦਾ ਇਹੀ ਗੱਲ ਆ, ਇਹ ਹੈਗੀ ਦਲਦਲ ਹੈ, ਪਰ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਲਾਲਚ ਹੈ। ਜਿਨ੍ਹਾਂ ਨੂੰ ਲਾਲਚ ਹੈ ਨਾ, ਪੈਸੇ ਦਾ ਲਾਲਚ ਹੈ, ਉਹਨਾਂ ਵਾਸਤੇ ਦਲਦਲ ਹੈ। ਪਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ, ਹੰਕਾਰ ਨਹੀਂ ਕਰਦਾ ਵੀ ਪ੍ਰਮਾਤਮਾ ਮੈਨੂੰ ਉਹ ਨਹੀਂ ਚਾਹੀਦਾ, ਵੀ ਮੈਨੂੰ ਆਪਦਾ ਇਹੀ ਗੁਲਜ਼ਾਰੀ ਬਣਾ ਕੇ ਰੱਖੀ ਜਿਹੜਾ ਸੇਵਕਾਂ ਤੇਰਾ, ਵੀ ਮੈਂ ਲੋਕਾਂ ਦੀ ਸੇਵਾ ਕਰ ਸਕਾਂ, ਕਿਉਂਕਿ ਲੋਕਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਯਾਰ। ਆ ਕੈਮਰੇ 'ਚ ਬੈਠਾ ਤੁਹਾਡੇ ਮੂਹਰੇ ਤਾਂ ਬੈਠਿਆ, ਜੇ ਲੋਕਾਂ ਨੇ ਉਹ 5-5 ਰੁਪਏ 2-2 ਰੁਪਏ ਦਿੱਤੇ ਆ, ਮੈਂ ਉਹਨਾਂ ਦੀ ਸੇਵਾ ਕਰਨੀ ਚਾਹੁੰਦਾ। ਫਿਰ ਪਹਿਲਾਂ ਕਹੀਏ ਜੇ ਸੇਵਾ ਨਹੀਂ ਕਰਾਉਣੀ ਤਾਂ ਮੈਨੂੰ ਹਾਰ ਮਨਜ਼ੂਰ ਆ ਬਈ ਯਾਰ। ਤੇ ਇਹ ਵੀ ਵਾਦਾ ਤੁਹਾਡੇ ਚੈਨਲ ਰਹੀ ਹੈ kabaddi365.com, ਇਹ ਵੀ ਕਹਿਣਾ ਵੀ ਜੇਕਰ ਮੇਰੇ ਤੋਂ ਸੇਵਾ ਨਾ ਹੋਈ ਤਾਂ ਅਗਲੀ ਵਾਰ ਚੋਣ ਨਹੀਂ ਬਈ ਲੜਦਾ, ਕਰੂੰਗਾ ਸੇਵਾ। ਹਾਂ, ਸੱਚ ਬੋਲੂੰਗਾ, ਝੂਠ ਨਹੀਂ ਮਾਰੂੰਗਾ। ਦਲਦਲ 'ਚ ਨਹੀਂ ਆਪਾਂ ਘੁਸਦੇ। ਦਲਦਲ 'ਚ ਤਾਂ ਘੁਸਾਂਗੇ ਜੇ ਆਪਾਂ ਲਾਰੇ ਲਾਵਾਂਗੇ ਲੋਕਾਂ ਨੂੰ, ਕਿਉਂਕਿ ਇੱਕ ਝੂਠ ਮਾਰਨ ਵਾਸਤੇ ਪਤਾ ਨਹੀਂ ਕਿੰਨੇ ਝੂਠ ਮਾਰਨਾ ਪੈਂਦੇ ਆ। ਪਰ ਮੈਂ ਅਗਲੇ ਨੂੰ ਕਹਿ ਦਿੰਦਾ, ਉਹ ਇੱਥੇ ਵੀ ਕਹਿਣਾ ਵੀ ਭਾਈ ਹੁਣ ਮੈਨੂੰ ਕਹਿੰਦੇ ਵੀ ਤੂੰ ਆਹ ਕਹਿ ਦੇ ਯਾਰ, ਕਰਾ ਦੇ। ਮੈਂ ਯਾਰ ਮੈਂ ਨਹੀਂ ਕਹਿੰਦਾ, ਝੂਠ ਨਹੀਂ ਮੈਂ ਮਾਰਦਾ। ਕਈ ਵਾਰ ਹੁਣ ਲੀਡਰਾਂ ਨੂੰ ਇਹੋ ਜਿਹੀ ਟਾਈਮ ਹੈ ਨਾ ਵੀ ਕਹਿਣਗੇ ਵੀ ਹਾਂ ਅਸੀਂ ਜੋ ਕਿਹਾ ਵੀ ਕਰ ਦਿਆਂਗੇ, ਆ ਵੀ ਕਰ ਦਿਆਂਗੇ। ਮੈਂ ਅਗਲੇ ਨੂੰ ਸਾਫ਼ ਕਹਿਣਾ ਵੀ ਦੇਖ, ਜੇ ਐਮਐਲਏ ਦੇ ਕੰਮ ਕਰਨ ਦਾ ਹੋਇਆ ਨਾ, ਮੈਨੂੰ ਐਮਐਲਏ ਬਣਾਓ। ਜੇ ਐਮਐਲਏ ਦੀ ਪਹੁੰਚ ਹੋਈ ਕਰਨ ਦੀ, ਫਿਰ ਤਾਂ ਹੋ ਜਾਊਗਾ। ਜੇ ਤੁਸੀਂ ਐ ਕਹਿੰਦੇ ਹੋ ਵੀ ਹਾਂ ਹੁਣ ਮੈਂ ਵੋਟਾਂ ਵਾਸਤੇ ਤੁਹਾਨੂੰ ਵਾਅਦਾ ਕਰਦਾ, ਮੈਂ ਕਿਹਾ ਮੈਂ ਵੋਟਾਂ ਵਾਸਤੇ ਵਾਅਦਾ ਨਹੀਂ ਕਰੂੰਗਾ, ਝੂਠ ਨਹੀਂ ਮਾਰੂੰਗਾ। ਮੈਂ ਕਿਹਾ ਹਾਂ, ਜੇ ਵਾਅਦਾ ਕਰਤਾ ਫਿਰ ਚਾਹੇ ਮੈਨੂੰ ਉਹਦਾ ਘਰ ਵੇਚਣਾ ਪਵੇ, ਫਿਰ ਮੈਂ ਕਰਾਉਂਗਾ। ਸ਼ੁਕਰੀਆ ਬਾਈ, ਆਹ ਸੋਚ ਲੈ ਕੇ ਚੱਲੇ ਆ। ਸ਼ੁਕਰੀਆ। ਬਸ ਇਸ ਨੂੰ ਅੱਗੇ ਤੱਕ ਲੈ ਕੇ ਜਾਓ, ਇਸ ਨੂੰ ਲੈ ਕੇ ਬਈ ਸਾਡੇ ਵਾਸਤੇ ਇੰਨਾ ਟਾਈਮ ਕੱਢਿਆ। ਨਹੀਂ ਬਾਈ, ਖੁੱਲੀਆਂ ਗੱਲਾਂ ਬਾਤਾਂ ਕੀਤੀਆਂ, ਬਹੁਤ ਬਹੁਤ ਸ਼ੁਕਰੀਆ ਬਾਈ। ਨਹੀਂ, ਮੈਂ ਬਹੁਤ ਧੰਨਵਾਦੀ ਹਾਂ ਬਾਈ ਤੁਹਾਡਾ। ਨਹੀਂ ਬਾਈ, ਥੈਂਕ ਯੂ ਤੁਹਾਡਾ ਯਾਰ। ਸ਼ੁਕਰੀਆ ਬਾਈ, ਸ਼ੁਕਰੀਆ। ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਪਰ ਕੋਈ ਗੱਲ ਨਹੀਂ ਬਈ ਯਾਰ, ਇਹ ਤਾਂ ਚੱਲਦਾ ਹੈ। ਇਹਦੇ ਵੀ ਬਹੁਤ ਵੱਡੀ ਹੋ ਹੈ, ਪਰਮਾਤਮਾ ਮਿਹਰ ਕਰੇ। ਮੈਂ ਕਹਿੰਦਾ ਯਾਰ ਸਾਨੂੰ ਬਲ ਬਖਸ਼ੇ ਪਰਮਾਤਮਾ, ਵੀ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ, ਕਿਉਂਕਿ ਉਹਦੇ ਉਹ ਪਰਮਾਤਮਾ ਹੈ ਨਾ ਜਿਹੜਾ, ਉਹਦੇ ਬਿਨਾਂ ਕੁਝ ਨਹੀਂ। ਜੇ ਉਹ ਬਲ ਬਖਸ਼ੇ ਤਾਂ ਹੀ ਸੇਵਾ ਹੋਊਗੀ, ਜਿਹੜੀ ਹੁਣ ਤੱਕ ਕਰਦੇ ਰਹੇ, ਜਿਹਦੇ ਕਰਕੇ ਇੱਥੇ ਤੱਕ ਪਹੁੰਚ ਗਏ। ਕੋਈ ਦੇਸ਼ ਨਹੀਂ ਛੱਡਿਆ, ਬਿਲਕੁਲ, ਛੋਟੇ ਤੋਂ ਲੈ ਕੇ ਵੱਡੇ ਤੱਕ। ਗੁੱਡ ਲੱਕ ਬਾਈ, ਤੁਹਾਡੀਆਂ ਚੋਣਾਂ ਲਈ ਗੁੱਡ ਲੱਕ। ਥੈਂਕ ਯੂ ਬਾਈ, ਤੇ ਤੁਹਾਨੂੰ ਵਧੀਆ ਤੁਸੀਂ ਕਰਦੇ ਜਾਓ ਤੇ ਅੱਗੇ ਤੱਕ ਜਿਹੜੀ ਜ਼ਿੰਦਗੀ ਦੀ ਜਰਨੀ ਹੈ ਇਹ ਚ ਹੋਰ ਚੰਗਾ ਨਿਕਲੇ। ਚਲੋ ਪਰਮਾਤਮਾ ਬਾਕੀ ਤੁਹਾਡੇ ਵਰਗੇ ਭਰਾਵਾਂ ਦੀ ਦੁਆ ਹੈ ਕਿ ਦੁਆ ਨਾਲ ਇੱਥੇ ਤੱਕ ਪਹੁੰਚੇ। ਸਹੀ ਕਿ ਨਹੀਂ? ਬਿਲਕੁਲ। ਠੀਕ ਹੈ। ਤੇ ਚਲੋ ਜਿਹੜਾ ਬਈ ਉਹ